ਹਲਚਲ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਅੱਜ ਆਪਾਂ ਚਰਚਾ ਕਰਾਂਗੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ। ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਸਰਗਰਮ ਹੋ ਗਈਆਂ ਤੇ ਇਸ ਚਰਚਾ ਵਿੱਚ ਭਾਗ ਲੈਣ ਲਈ ਸਾਡੇ ਨਾਲ ਹਾਜ਼ਰ ਨੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਾਲਵਾ ਜ਼ੋਨ ਦੇ ਇੰਚਾਰਜ ਨੇ, ਐਸਸੀ ਵਿੰਗ ਦੇ ਇੰਚਾਰਜ ਨੇ ਮਾਲਵਾ ਜ਼ੋਨ ਦੇ, ਬਲਵਿੰਦਰਪਾਲ ਸਿੰਘ ਜੀ ਹੈਪੀ ਜੀ। ਤੇ ਦੂਸਰੇ ਸਾਡੇ ਨਾਲ ਹਾਜ਼ਰ ਨੇ ਸਾਬਕਾ ਵਿਧਾਇਕ ਨੇ ਜਿਹੜੇ ਕਾਗ ਸਿਆਸਤਦਾਨ ਨੇ, ਅਜੀਤ ਸਿੰਘ ਸ਼ਾਮ ਜੀ। ਤੀਸਰੇ ਜਿਹੜੇ ਸਿੱਖ ਚਿੰਤਕ ਨੇ ਤੇ ਰਾਜਸੀ ਮਹਿਰ ਨੇ, ਅਵਤਾਰ ਸਿੰਘ ਖੋਸਾ ਜੀ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਹੈਪੀ ਜੀ ਤੁਹਾਡਾ ਸਵਾਗਤ ਹੈ, ਸ਼ਾਮ ਜੀ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਬਲਵਿੰਦਰਪਾਲ ਸਿੰਘ ਹੈਪੀ ਜੀ। ਹੈਪੀ ਜੀ, ਅਗਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸਰਗਰਮੀ ਸ਼ੁਰੂ ਕੀਤੀ ਹੈ, ਜਦ ਕਿ ਬਾਕੀ ਪਾਰਟੀਆਂ ਹਲੇ ਉਸ ਤਰ੍ਹਾਂ ਸਰਗਰਮ ਨਹੀਂ। ਤੇ ਅਕਾਲੀ ਦਲ ਤੇ ਦੋਸ਼ ਲੱਗ ਰਿਹਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਦੋਸ਼ ਲਾ ਰਹੀਆਂ ਕਿ ਅਕਾਲੀ ਦਲ ਨੂੰ ਇੰਨੀ ਕੀ ਅੱਗ ਲੱਗੀ ਸੀ ਕਿ ਜਦੋਂ ਕਿਸਾਨ ਆ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਹੈ ਤੇ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਕਿਸਾਨੀ ਮੁੱਦਿਆਂ ਤੇ ਧਿਆਨ ਦਿੰਦੇ, ਕਿ ਉਹਨਾਂ ਨੇ ਐਡਵਾਂਸ 'ਚ ਸਰਗਰਮੀ ਸ਼ੁਰੂ ਕਰ ਰਹੀ ਹੈ। ਇਸ ਲਈ ਜਿਹੜੇ ਲੀਡਰਾਂ ਦੇ ਘਰਾਓ ਹੋ ਰਹੇ ਆ, ਕੀ ਤੁਸੀਂ ਇਸ ਬਾਰੇ ਕਹੋਗੇ? ਮੈਂ ਸਭ ਤੋਂ ਪਹਿਲਾਂ ਤਾਂ ਟੀਵੀ ਹਲਚਲ ਦੇ ਸਮੂਹ ਸਟਾਫ ਤੇ ਦਰਸ਼ਕਾਂ ਨੂੰ ਤੇ ਮੇਰੇ ਨਾਲ ਦੇ ਸਾਥੀਆਂ ਨੂੰ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧਾਰਨ ਇਹ ਤੁਸੀਂ ਸਵਾਲ ਕੀਤਾ ਵੀ ਅਕਾਲੀ ਦਲ ਜਿਹੜੇ ਉਮੀਦਵਾਰਾਂ ਦੀ ਜਿਹੜੀ ਸ਼ੁਰੂਆਤ ਐਲਾਨਣਾ ਜਿਹੜਾ ਸ਼ੁਰੂਆਤ ਕੀਤੀ ਹੈ ਇਹ ਜਲਦੀ ਹੀ ਕਰ ਲਈ। ਇਹ ਹਰ ਵਾਰੀ ਆਈ ਹੁੰਦਾ। ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਵੀ ਉਹ ਆਪਦੇ ਕੈਂਡੀਡੇਟ ਸਾਰੀਆਂ ਪਾਰਟੀਆਂ ਨਾਲੋਂ ਪਹਿਲਾਂ ਅਨਾਉਂਸ ਕਰਦੀ ਆ। ਉਹਦਾ ਕਾਰਨ ਇਹ ਆ ਵੀ ਜਿਹੜੇ ਤਾਂ ਅਕਾਲੀ ਦਲ ਨੇ ਅਨਾਉਂਸ ਕਰਨੇ ਆ ਉਹ ਤਾਂ ਸਾਡੇ ਆਪ ਦੀ ਪੰਜਾਬ ਦੀ ਪਾਰਟੀ ਆ। ਜਿਹੜੀਆਂ ਦੂਜੀਆਂ ਪਾਰਟੀਆਂ ਇਹਨਾਂ ਦੇ ਜਿਹੜੇ ਕੈਂਡੀਡੇਟ ਅਨਾਉਂਸ ਹੁੰਦੇ ਉਹ ਦਿੱਲੀ ਤੋਂ ਹੁੰਦੇ ਆ। ਇਹ ਤਾਂ ਇਹਨਾਂ ਦੇ ਵਿੱਚ ਆਪਸ ਵਿੱਚ ਘੈਸ ਹੁੰਦੇ ਨੂੰ ਇਹ ਚੋਣਾਂ ਦੇ ਜਮਾ 15-20 ਦਿਨ ਐਂਡ ਤੇ ਜਾ ਕੇ ਇਹ ਕਰਦੇ ਆ। ਜਿਹੜੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹੋ ਜਿਹੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਆਪ ਦੀ ਪਾਰਟੀ ਹੈ ਤੇ ਜਿਹੜੇ ਕਿ ਪਹਿਲਾਂ ਹੀ ਕੈਂਡੀਡੇਟ ਆ ਜਿਹੜੇ ਆਪਣੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਆ, ਜਿਵੇਂ ਹੁਣ ਮੌਜੂਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹੈਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹ ਆਪਦਾ ਕੋਰ ਕਮੇਟੀ ਨਾਲ ਰਾਏ ਮਸ਼ਵਰਾ ਕਰਕੇ ਉਹ ਜਿੰਨੀ ਛੇਤੀ ਹੁੰਦਾ ਕੈਂਡੀਡੇਟਾਂ ਨੂੰ ਅਨਾਉਂਸ ਕਰ ਲੈਂਦੇ ਆ। ਕਈ ਵਾਰੀ ਮੈਂ ਦੇਖਿਆ ਵੀ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਤਾਂ ਹਜੇ ਐਲਾਨਣੇ ਹੁੰਦੇ ਆ ਕੈਂਡੀਡੇਟ, ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੁੰਦਾ ਉਹ ਆਪਦੇ ਹਲਕੇ ਦੇ ਵਿੱਚ 2-2 ਚੱਕਰ ਲਾ ਲੈਂਦਾ। ਦੂਜਾ ਤੁਸੀਂ ਕੁਐਸਚਨ ਕੀਤਾ ਕਿਸਾਨੀ ਮੁੱਦੇ ਦਾ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਪਾਰਟੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਹਰ ਵਕਤ ਕਿਸਾਨਾਂ ਦੇ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਹੈ ਉਹ ਕਿਸਾਨਾਂ ਨਾਲ ਮੋਰਚੇ 'ਚ ਵੀ ਜਾਂਦੇ ਆ ਤੇ ਉਹਨਾਂ ਨਾਲ ਹਮਦਰਦੀ ਵੀ ਜਤਾਉਂਦੇ ਆ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ। ਨਹੀਂ, ਸਵਾਲ ਤਾਂ ਮੇਰਾ ਹੈਪੀ ਜੀ ਇਹ ਸੀ ਕਿ ਲੋਕ ਦੋਸ਼ ਲਾਉਂਦੇ ਆ ਕਿ ਹਾਲੇ ਜਿਉਂਕਿ ਕਿਸਾਨੀ 'ਚ ਜ਼ਿਆਦਾ ਧਿਆਨ ਆ ਪੰਜਾਬ ਦੇ ਆਮ ਪਬਲਿਕ ਦਾ, ਆਮ ਲੋਕਾਂ ਦਾ ਵੀ, ਕਿ ਜਿਹੜੇ ਬਾਰਡਰ ਤੇ ਬੈਠੇ ਕਿਸਾਨ ਉਹਨਾਂ ਵੱਲ ਧਿਆਨ ਹੈ ਕਿ ਉੱਥੋਂ ਕੀ ਰਿਸਪੌਂਸ ਆਉਂਦਾ ਹੈ। ਹਜੇ ਇਲੈਕਸ਼ਨਾਂ 'ਚ ਟਾਈਮ ਪਿਆ ਹੈ, ਜਿਹੜੇ ਕਿ ਉੱਥੋਂ ਧਿਆਨ ਹਟਾ ਕੇ ਪਹਿਲਾਂ ਤਾਂ ਅਕਾਲੀ ਦਲ ਤੇ ਦੋਸ਼ ਲੱਗਿਆ ਕਿ ਅਕਾਲੀ ਦਲ ਨੇ ਜਿਹੜੇ ਕਾਨੂੰਨ ਹੈ, ਕਾਲੇ ਕਾਨੂੰਨ ਹੈ, ਕਿਸਾਨ ਵਿਰੋਧੀ ਕਾਨੂੰਨ ਹੈ, ਉਹਨਾਂ ਦੀ ਸਪੋਰਟ ਕੀਤੀ ਪਾਰਲੀਮੈਂਟ 'ਚ। ਚਲੋ ਉਹ ਬਾਅਦ 'ਚ ਉਹਦਾ ਰਿਕਵਰ ਕਰ ਲਿਆ ਅਕਾਲੀ ਦਲ ਨੇ, ਜਿਹੜਾ ਮੰਤਰਾਲੇ ਤੋਂ ਅਸਤੀਫਾ ਦੇ ਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ। ਪਰ ਹੁਣ ਵੀ ਜਿਹੜੇ ਉਹਨਾਂ ਦੇ ਦੋਸਤ ਹੈ ਅਕਾਲੀ ਦਲ ਤੇ ਇਹ ਲੱਗਦੇ ਆ ਕਿ ਉਹ ਕਿਸਾਨੀ ਤੋਂ ਮੁੱਦਿਆਂ ਤੋਂ ਹਟਾ ਕੇ ਪਿੰਡਾਂ 'ਚ ਜਲਦੀ ਵੜ ਗਿਆ। ਮੇਰਾ ਸਵਾਲ ਇਹ ਸੀ ਕਿ ਇੰਨੀ ਜਲਦੀ ਕੀ ਸੀ? ਨਹੀਂ, ਇਹ ਸਿਰਫ ਅਕਾਲੀ ਦਲ ਤੇ ਦੋਸ਼ ਹੀ ਹੈ। ਇਹ ਹਮੇਸ਼ਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਅਕਾਲੀ ਦਲ ਪਹਿਲਾਂ ਤੋਂ ਅਕਾਲੀ ਦਲ ਦੀ ਇਹ ਪਿਰਤ ਹੈ ਵੀ ਕੈਂਡੀਡੇਟ ਆ ਜਿਹੜੇ ਸਭ ਤੋਂ ਪਹਿਲਾਂ ਅਨਾਉਂਸ ਕੀਤੇ ਜਾਂਦੇ ਆ। ਅਕਾਲੀ ਦਲ ਕਿਸਾਨਾਂ ਦੇ ਨਾਲ ਹੈ, ਹਮੇਸ਼ਾ ਕਿਸਾਨਾਂ ਦੇ ਹਿੱਤਾਂ ਵਿੱਚ ਹੀ ਚੱਲਦਾ। ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਤੁਸੀਂ ਇਹ ਦੇਖ ਲਓ ਵੀ ਬੀਜੇਪੀ ਨਾਲ ਕਿੰਨਾ ਪੁਰਾਣਾ ਸਮਝੌਤਾ ਸੀ। ਸਾਡੇ ਸ਼੍ਰੋਮਣੀ ਅਕਾਲੀ ਦਲ ਨੇ 1 ਮਿੰਟ ਲਾਇਆ ਤੋੜ ਵਿਛੋੜਾ ਕਰਨ ਲੱਗੇ। ਆਪਾਂ ਚੱਲਦੇ ਹਾਂ ਅਜੀਤ ਸਿੰਘ ਸ਼ਾਮ ਜੀ, ਜੋ ਕਿ ਬਹੁਤ ਹੀ ਪੁਰਾਣੇ ਕਾਗ ਸਿਆਸਤਦਾਨ ਨੇ, ਜਿਨ੍ਹਾਂ ਨੂੰ ਸਿਆਸਤ ਦਾ ਬਹੁਤ ਤਜਰਬਾ ਤੇ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਵਿਧਾਨ ਸਭਾ 'ਚ ਜਿੰਨਾ ਚਿਰ ਵੀ ਉਹ MLA ਰਹੇ ਹੈ ਬਹੁਤ ਲੋਕ ਪੱਖੀ ਮੁੱਦੇ ਉਭਾਰਦੇ ਰਹੇ ਹੈ। ਸ਼ਾਮ ਜੀ, ਪਿਛਲੇ ਸਮੇਂ ਤੋਂ ਕਾਂਗਰਸ ਵਿੱਚ ਆਪਸੀ ਵੱਡੇ ਪੱਧਰ ਤੇ ਵਿਵਾਦ ਚੱਲ ਰਿਹਾ ਹੈ। ਵਿਵਾਦ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਆਪਸ ਵਿੱਚ ਟਸਲ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਮਨਸ਼ਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਕੇ
ਉਹਦੀ ਲਾਲਚ ਹੈ ਕਿ ਉਹ ਮੁੱਖ ਮੰਤਰੀ ਬਣੇ। ਇਸ ਲਈ ਉਹਨੇ ਅੰਦਰ ਖਾਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਪ੍ਰਚਾਰ ਕੀਤਾ। ਉਹਦੇ ਜਿਹੜੇ ਬੇਅਦਬੀ ਦਾ ਮੁੱਦਾ ਲਾ ਲਓ ਜਾਂ ਬਿਜਲੀ ਦਾ ਮੁੱਦਾ ਲਾ ਲਓ, ਉਹਦੇ ਤੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ 5 ਸਾਲਾਂ 'ਚ, ਜਦ ਕਿ 4 ਸਾਲ 4.5 ਸਾਲ ਨਵਜੋਤ ਸਿੱਧੂ ਜੀ ਵੀ ਚੁੱਪ ਰਹੇ ਹੈ, ਉਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ। ਈਵਨ ਕਿ ਨਵਜੋਤ ਸਿੱਧੂ ਦਾ ਖੁਦ ਬਿਜਲੀ ਮੰਤਰੀ ਵੀ ਰਹਿ ਚੁੱਕਿਆ, ਪਰ ਉਦੋਂ ਵੀ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਅਜੀਤ ਸਿੰਘ ਚੰਦ ਜੀ, ਇਹ ਨਹੀਂ ਲੱਗਦਾ ਕਿ ਜਿਹੜੇ ਤੁਹਾਡੇ ਨੇਤਾ ਨੇ, ਜਿਹੜੇ ਪਾਰਟੀ ਦੇ ਮੁਖੀ ਨੇ ਪੰਜਾਬ 'ਚ, ਜਿਨ੍ਹਾਂ ਨੇ ਲੋਕਾਂ 'ਚ ਜਿਨ੍ਹਾਂ ਦੇ ਨਾਂ 'ਤੇ ਸਰਕਾਰ ਬਣਨੀ ਹੈ ਜਾਂ ਪਹਿਲਾਂ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ, ਉਹਨਾਂ ਨੂੰ ਆਪਣੇ ਹਿੱਤ ਪਿਆਰੇ ਹੋ ਗਏ ਆ ਤੇ ਲੋਕ ਹਿੱਤਾਂ ਤੋਂ ਉੱਪਰ ਉੱਠ ਕੇ ਉਹ ਆਪਣੇ ਨਿੱਜੀ ਹਿੱਤਾਂ ਲਈ ਲੜਾਈ ਲੜ ਰਹੇ। ਸਭ ਤੋਂ ਹਲਚਲ ਟੀਵੀ ਦੇ ਸਮੁੱਚੇ ਦਰਸ਼ਕਾਂ ਨੂੰ ਮੈਂ ਬਹੁਤ ਹੀ ਸਤਿਕਾਰਯੋਗ ਸਮੁੱਚੇ ਆਵਾਮ ਨੂੰ ਮੈਂ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਦੀ ਲੱਖ ਵਧਾਈ ਪੇਸ਼ ਕਰਨੀ ਚਾਹੁੰਦਾ। ਸਾਦਾ ਵਾਲੀਆ ਜੀ, ਤੁਸੀਂ ਜੋ ਬਹੁਤ ਹੀ ਪ੍ਰਮੁੱਖਤਾ ਦੇ ਨਾਲ ਸਵਾਲ 2-3 ਚੁੱਕੇ ਆ, ਇਹਦੇ ਲਈ ਪੰਜਾਬ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਆ ਕਿ ਅੱਜ ਮੁੱਦਿਆਂ ਦੀ ਲੜਾਈ ਹੈ ਜਿਹੜੀ ਉਹ ਬਹੁਤ ਮੁਖਰ ਹੋ ਕੇ ਲੜੀ ਜਾ ਰਹੀ ਹੈ, ਕਿਉਂਕਿ 9 ਮਹੀਨੇ ਤੋਂ ਕਿਸਾਨੀ ਦਾ ਜਿਹੜਾ ਘੋਲ ਹੈ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕਿਸਾਨ। ਇਸ ਵੇਲੇ ਕਿਸਾਨੀ ਦਾ ਮੁੱਦਾ ਹੈ ਜਿਹੜਾ ਸਭ ਤੋਂ ਪ੍ਰਮੁੱਖਤਾ ਤੌਰ 'ਤੇ ਨੈਸ਼ਨਲ ਪੱਧਰ 'ਤੇ ਨਹੀਂ, ਇੰਟਰਨੈਸ਼ਨਲ ਪੱਧਰ 'ਤੇ ਇਹ ਮੁੱਦਾ ਜਾ ਚੁੱਕਾ ਹੈ। ਇਸ ਕਰਕੇ ਜਿਹੜਾ ਕਾਂਗਰਸ ਪਾਰਟੀ ਹੈ ਉਹ ਅੱਜ ਰਾਜ ਕਰਦੀ ਪਾਰਟੀ ਹੋਣ ਕਰਕੇ ਇਹਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਹੈ। ਕੁਝ ਜਿਹੜੇ 17 ਦੀਆਂ ਇਲੈਕਸ਼ਨ 'ਚ ਵੱਡੇ ਪੱਧਰ 'ਤੇ ਲੋਕ ਮਸਲਿਆਂ ਨੂੰ ਲੈ ਕੇ, ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਸਰਕਾਰ ਬਣਾਈ ਸੀ, ਉਹ ਅੱਜ ਜਵਾਬਦੇਹ ਵੀ ਹੈ ਤੇ ਇਸ ਨੂੰ ਲੈ ਕੇ ਉਹ ਆਪਣੇ ਤੌਰ 'ਤੇ ਕੰਮ ਵੀ ਕਰ ਰਹੇ ਆ। ਜੋ ਉਹਨਾਂ ਨੂੰ ਉਦੇਸ਼ ਖਾਸ ਤੌਰ 'ਤੇ ਹਾਈ ਕਮਾਂਡ ਵੱਲੋਂ ਮਿਲਦੇ ਆ, ਉਹਦੇ 'ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਹਮੇਸ਼ਾ ਮੀਟਿੰਗਾਂ ਵੀ ਕਰਦੇ ਆ। ਹੁਣੇ ਥੋੜ੍ਹੇ ਇੱਕ ਮਹੀਨੇ ਤੋਂ ਹੀ ਲਗਭਗ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਹੁਣਾਂ ਨੂੰ ਜੋ ਬਾਗਡੋਰ ਪੰਜਾਬ ਦੀ ਸੰਭਾਲੀ ਗਈ ਹੈ, ਉਹ ਵੀ ਇਸ ਕਰਕੇ ਸੰਭਾਲੀ ਗਈ ਹੈ ਕਿ ਲੋਕ ਆਵਾਜ਼ ਸੀ ਜਿਹੜੀ ਉਹ ਸਿੱਧੂ ਸਾਹਿਬ ਦੇ ਹੱਕ ਸੀ ਤੇ ਸਿੱਧੂ ਸਾਹਿਬ ਨੂੰ ਲੋਕ ਆ ਜਿਹੜੇ ਪਸੰਦ ਕਰਦੇ ਆ। ਇਸ ਕਰਕੇ ਅੱਜ ਫਰਜ਼ ਬਣਦਾ ਦੋਨਾਂ ਹੀ ਸਾਡੇ ਕਾਗਜ਼ ਸਿਆਸਤਦਾਨਾਂ ਨੂੰ ਕੋਈ ਇੱਕ ਪ੍ਰਸ਼ਾਸਕ ਪੱਧਰ 'ਤੇ, ਇੱਕ ਸੰਗਠਨ ਦੇ ਪੱਧਰ 'ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣ, ਤਾਂ ਕਿ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਆ ਉਹ ਰਿਪੀਟ ਤਾਂ ਹੀ ਹੋ ਸਕਦੀ ਹੈ। ਜਿਹੜੇ ਮਸਲੇ ਅਸੀਂ ਕੇਵਲ ਡਿਬੇਟ 'ਚ ਚੱਕਦੇ ਹਾਂ ਜਾਂ ਉਹਨਾਂ 'ਤੇ ਕੋਈ ਗੱਲ ਕਰਦੇ ਆ, ਉਹਨਾਂ ਦਾ ਹੱਲ ਵੀ ਲੋਕ ਆ ਜਿਹੜੇ ਇਸ ਵੇਲੇ ਚਾਹੁੰਦੇ ਆ। ਇਸ ਕਰਕੇ ਜਿਹੜਾ ਲੋਕਾਂ ਦੇ ਵਿੱਚ ਵਾਰ ਹੈ ਉਹ ਸਾਰਾ ਇਸ ਗੱਲ ਦਾ ਹੈ ਕਿ ਚੋਣਾਂ ਜਿਹੜੀਆਂ 2022 ਦੀਆਂ ਉਹ ਬਹੁਤ ਨੇੜੇ ਆ ਚੁੱਕੀਆਂ। ਇਹਨਾਂ ਗੱਲਾਂ ਨੂੰ ਲੈ ਕੇ ਕਾਂਗਰਸ ਪਾਰਟੀ ਜਿਹੜੀ ਆਪਣਾ ਸਮੇਂ-ਸਮੇਂ 'ਤੇ ਮੰਥਨ ਕਰਦੀ ਹੈ ਤੇ ਉਹਨੂੰ ਲੈ ਕੇ ਹੀ ਕੱਲ੍ਹ ਵੀ ਜਿਹੜੀ ਪ੍ਰਗਟ ਸਿੰਘ ਜੀ ਦੇ ਘਰ ਮੀਟਿੰਗ ਹੋਈ ਹੈ, ਉਹਦੇ 'ਚ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਜਾਣਾ, ਸੰਗਠਨ ਨੂੰ ਮਜ਼ਬੂਤ ਕੀਤਾ ਜਾਣਾ। ਇਸੇ ਤਰ੍ਹਾਂ ਜਿਹੜੇ ਲੋਕ ਮਸਲੇ ਆ ਇਹਦੇ 'ਤੇ ਵੀ ਅਗਲੇ ਸਮੇਂ 'ਚ ਜਿਹੜਾ ਅਗਲਾ ਸੈਸ਼ਨ ਆਉਣ ਦੀ ਕੋਈ ਸੰਭਾਵਨਾ ਹੈ, ਉਹਦੇ ਵਿੱਚ ਬਿਜਲੀ ਦੇ ਸਮਝੌਤਿਆਂ 'ਤੇ ਹੋਰ ਜਿਹੜੇ ਲੋਕ ਮਸਲੇ ਆ ਜਾਂ ਬੇਅਦਬੀ ਦੇ ਮਸਲੇ ਆ, ਸਾਰਿਆਂ ਨੂੰ ਵਿਚਾਰ ਕੇ ਜਿਹੜੀ ਕਾਂਗਰਸ ਪਾਰਟੀ ਹੈ ਆਉਣ ਵਾਲੀ ਇਲੈਕਸ਼ਨ 'ਚ ਜਾਵੇਗੀ, ਇਹ ਮੇਰਾ ਭਰੋਸਾ। ਆਪਾਂ ਅਵਤਾਰ ਸਿੰਘ ਖੋਸਾ ਜੀ ਕੋਲ ਚੱਲਦੇ ਹਾਂ। ਖੋਸਾ ਜੀ, ਤੁਸੀਂ ਇੱਕ ਜਿਹੜੇ ਪੋਲੀਟੀਕਲ ਮਾਹਿਰ ਵੀ ਹੋ, ਪੋਲੀਟਿਕਸ 'ਚ ਤਜਰਬਾ ਵੀ ਹੈ ਤੁਹਾਨੂੰ, ਸਿੱਖ ਚਿੰਤਕ ਦੇ ਤੌਰ 'ਤੇ ਤੁਹਾਡੀ ਪਛਾਣ ਹੈ। ਕੀ ਸਮਝਦੇ ਹੋ ਤੁਸੀਂ ਕਿ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਜਿਹੜੇ ਲੀਡਰ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਸਾਰੇ ਜਿਹੜੇ ਪੋਲੀਟੀਸ਼ੀਅਨ ਨੇ, ਉਹਨਾਂ ਨੇ ਪੰਜਾਬ ਦੇ ਹਿੱਤਾਂ ਲਈ ਕੋਈ ਸਿੰਸੈਰਿਟੀ ਨਹੀਂ ਦਿਖਾਈ। ਨਾ ਤਾਂ ਆਮ ਆਦਮੀ ਪਾਰਟੀ ਦੇ ਕੋਈ ਆਗੂਆਂ ਨੇ ਦਿਖਾਈ ਆ, ਉਹਨਾਂ ਦੇ ਵੀ ਨਿੱਜੀ ਹਿੱਤ ਹੀ ਭਾਰੂ ਨੇ। ਸਾਰੇ ਜਿਹੜੇ ਲੀਡਰ ਹੈ ਆਪਣੀ ਆਪਣੀ ਪਾਵਰ ਦੀ ਲੜਾਈ ਲੜ ਰਹੇ ਆ। ਉਹਨਾਂ ਤੋਂ ਹਜੇ ਜਿਹੜੇ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਹਜੇ ਉਹਨਾਂ ਦਾ ਫਾਈਨਲ ਨਹੀਂ ਹੋਇਆ। ਦੂਸਰੇ ਪਾਸੇ ਅਕਾਲੀ ਦਲ ਹੈ, ਅਕਾਲੀ ਦਲ ਨੇ ਵੀ ਜਿਹੜੇ ਕਿਸਾਨੀ ਦੇ ਮੁੱਦੇ ਛੱਡ ਕੇ ਹੁਣ ਉਹਨਾਂ ਨੇ ਇਲੈਕਸ਼ਨਾਂ 'ਚ ਜਿਹੜੀ ਹੈਗੀ ਆ ਸਰਗਰਮੀ ਪਹਿਲਾਂ ਸ਼ੁਰੂ ਕਰਤੀ ਹੈ, ਉਹਦਾ ਵਿਰੋਧ ਵੀ ਹੋ ਰਿਹਾ ਪਿੰਡਾਂ 'ਚ। ਜਿੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਫੰਕਸ਼ਨ ਕੀਤੇ ਹਰ ਥਾਂ ਵਿਰੋਧ ਹੋਇਆ। ਤੇ ਦੂਸਰੀ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਦੀ ਸਪਸ਼ਟ ਹੋ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪ ਦੀ ਪਾਵਰ ਬਚਾਉਣ ਲਈ ਹੈ, ਨਵਜੋਤ ਸਿੰਘ ਸਿੱਧੂ ਹੈ ਜਿਹੜੀ ਆਪ ਦੀ ਪਾਵਰ ਹਾਸਲ ਕਰਨ ਲਈ ਲੜਾਈ ਲੜ ਰਹੇ ਹੈ। ਸੋ ਇੰਝ ਲੱਗਦਾ ਕਿ ਸਾਰੇ ਲੀਡਰਾਂ ਨੇ ਹੀ ਪੰਜਾਬ ਦੀ ਪੋਲੀਟਿਕਸ 'ਚ ਜਿਹੜੇ ਲੋਕਾਂ ਦੇ ਮੁੱਦੇ ਆ, ਪੰਜਾਬ ਦੇ ਹਿੱਤ ਨਕਾਰਤੇ ਆ ਤੇ ਆਪ ਦੇ ਨਿੱਜੀ ਹਿੱਤ ਹੀ ਸਾਰੇ ਪਾਸੇ ਭਰ ਹੋ ਰਹੇ ਆ। ਤੁਸੀਂ ਕੀ ਸਮਝਦੇ ਹੋ ਖੁਸ਼ਾ ਜੀ? ਸਰ ਨਿਰਮਲ ਸਿੰਘ ਸਾਰਾਵਾਲੀਆ ਜੀ, ਹਲਚਲ ਟੀਵੀ ਦੇ ਦਰਸ਼ਕ ਅਤੇ ਇੱਥੇ ਆਏ ਹੋਏ ਤੁਹਾਨੂੰ ਤੇ ਸੱਜਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੇਖੋ ਸਤਿ ਸਾਹਿਬ, ਪਹਿਲਾ ਕੁਐਸਚਨ ਤੁਸੀਂ ਸਾਹਿਬ ਰਵਿੰਦਰਪਾਲ ਸਿੰਘ ਹੈਪੀ ਜੀ ਨੂੰ ਜਿਹੜਾ ਕੀਤਾ ਸੀ ਟਿਕਟਾਂ ਦੀ ਵੰਡ ਵਾਲਾ, ਵੀ ਐਡੀ ਕੀ ਕਾਹਲ ਸੀ, ਅਕਾਲੀ ਦਲ ਕਿਉਂ ਟਿਕਟਾਂ ਦੀ ਵੰਡ ਕਰ ਰਿਹਾ, ਇੱਕ ਕਿਸਾਨੀ ਮਸਲਾ ਤੇ ਇੱਕ ਘਰਾਓ, ਇਹ ਤਿੰਨੇ ਵਿਸ਼ਿਆਂ ਤੇ ਦੇਖੋ ਜਿਹੜੀ ਕਾਂਗਰਸ ਪਾਰਟੀ ਆ ਉਹ ਰਾਸ਼ਟਰੀ ਪਾਰਟੀ ਆ। ਰਾਸ਼ਟਰੀ ਪਾਰਟੀ ਜਿਹੜੀ ਚੋਣਾਂ ਦਾ ਐਲਾਨ ਕਰਦੀ ਆ, ਟਿਕਟਾਂ ਦੀ ਵੰਡ ਕਰਦੀ ਹੈ, ਪਹਿਲਾਂ ਸਟੇਟ ਲੈਵਲ ਤੇ ਉਹਦਾ ਫੈਸਲਾ ਹੁੰਦਾ, ਜ਼ਿਲ੍ਹਾ ਲੈਵਲ ਤੇ ਹੁੰਦਾ, ਫਿਰ ਸਟੇਟ ਲੈਵਲ ਤੇ ਫਿਰ ਕੇਂਦਰ ਦੇ ਵਿੱਚ ਉਹ ਭੇਜਿਆ ਜਾਂਦਾ ਕੇਂਦਰੀ ਹਾਈ ਕਮਾਂਡ ਨੂੰ, ਤੇ ਫਿਰ ਫੈਸਲਾ ਕਰਕੇ ਟਿਕਟਾਂ ਦੀ ਵੰਡ ਕਰਦੀ ਹੈ। ਤੇ ਪਿਛਲੇ 25 30 40 ਸਾਲ ਦਾ ਇਤਿਹਾਸ ਤੁਸੀਂ ਦੇਖ ਲਓ, ਕਾਂਗਰਸ ਲਾਸਟ ਤੇ ਆ ਕੇ ਟਿਕਟਾਂ ਦੀ ਵੰਡ ਕਰਦੀ ਰਹੀ ਹੈ। ਅਕਾਲੀ ਦਲ ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਨੇ ਲਗਭਗ ਫੈਸਲਾ ਆਪਦੇ ਲੈਵਲ ਤੇ ਸਟੇਟ ਲੈਵਲ ਤੇ ਲੈਣਾ ਹੁੰਦਾ। ਜਿਹੜੇ ਅਕਾਲੀ ਦਲ ਵੱਲੋਂ ਕੈਂਡੀਡੇਟ ਲਾਣੇ ਜਾ ਰਹੇ ਆ, ਇਹ ਕੋਈ ਅਲੋਕਾਰ ਗੱਲ ਨਹੀਂ ਗੀ। ਮੈਂ 5-4 ਕੈਂਡੀਡੇਟਾਂ ਦੀ ਗੱਲ ਕਰਾਂ, ਇੱਕ ਅੱਧਾ ਕੈਂਡੀਡੇਟ ਜ਼ਰੂਰ ਆ ਵੀ ਬਦਲ ਕੇ ਪੇਸ਼ ਕੀਤਾ ਗਿਆ, ਜੇ ਕਿਸੇ ਦਾ ਹਲਕਾ ਚੇਂਜ ਕੀਤਾ, ਜਿਵੇਂ ਜਨਮੇਜਾ ਸਿੰਘ ਸੇਖੋਂ ਨੂੰ ਜੀਰਾ ਭੇਜਤਾ, ਮੌੜ ਤੋਂ ਸਾਹ ਜਗਨੀਤ ਸਿੰਘ ਬਰਾੜ ਆ ਗਏ, ਜਿਵੇਂ ਫਰੀਦਕੋਟ ਤੋਂ ਸਾਹ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਟਿਕਟ ਦਿੱਤੀ ਗਈ ਆ, ਤੇ ਉਹ ਮੁੱਖ ਸੇਵਾਦਾਰ ਸੀ ਹਲਕੇ ਦੇ, ਹੋਰ ਕੋਈ ਕੈਂਡੀਡੇਟ ਹੀ ਨਹੀਂ ਸੀ। ਮੱਖਣ ਬਰਾੜ ਸਰਾ ਬਲਜਿੰਦਰ ਸਿੰਘ ਬਰਾੜ, ਜੈਦਾ ਤੋਤਾ ਸਿੰਘ ਦੇ ਫਰਜ਼ੰਦ ਜਿਨ੍ਹਾਂ ਨੂੰ ਮੋਗੇ ਤੋਂ ਟਿਕਟ ਦਿੱਤੀ ਗਈ ਆ, ਉਹ ਉੱਥੋਂ ਉਮੀਦਵਾਰ ਪਹਿਲਾਂ ਹੀ ਸੀ, ਮੁੱਖ ਸੇਵਾਦਾਰ ਸੀ, ਹੋਰ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ। ਇਹ ਤਾਂ ਤਕਰੀਬਨ ਕਲੀਅਰ ਹੀ ਸੀ ਲੋਕਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ। ਇੱਕਾ ਦੁੱਕਾ ਟਿਕਟ ਜ਼ਰੂਰ ਆ ਬਦਲ ਕੇ ਦਿੱਤੀ ਹੈ। ਜਿਹੜੀ ਕਿਸਾਨੀ ਵਿਰੋਧ ਹੋ ਰਿਹਾ ਲੀਡਰਾਂ ਦਾ, ਉਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਲੀਅਰ ਕਰਨੀ ਚਾਹੁੰਦਾ, ਏਜੰਸੀਆਂ ਤੇ ਸਰਕਾਰਾਂ ਆਪਦੀ ਖੇਡ ਰਹੀਆਂ। ਕੇਂਦਰ ਸਰਕਾਰ ਨੇ ਜਿਹੜਾ ਹਰਿਆਣੇ 'ਚ ਟੋਲ ਤੇ ਲਾਠੀਚਾਰਜ ਕਰਾਇਆ ਕਿਸਾਨਾਂ ਤੇ, ਉਹ ਗਿਣੀ ਮਿਥੀ ਸਾਜ਼ਿਸ਼ ਤਹਿਤ ਕਰਾਇਆ ਗਿਆ। ਦਿੱਲੀ ਦੇ ਬਾਰਡਰ ਤੋਂ ਧਰਨਾ ਚੁਕਵਾ ਕੇ ਉਹ ਹਰਿਆਣਾ ਦੇ ਬਾਰਡਰ ਤੇ ਇੱਧਰ ਟੋਲ ਤੇ ਲਿਆਉਣਾ ਚਾਹੁੰਦੇ ਸੀ, ਪਰ ਉਹਦੇ 'ਚ ਉਹ ਸਫਲ ਨਹੀਂ ਹੋ ਸਕੇ। ਜਿਹੜੇ ਪੰਜਾਬ 'ਚ ਲੀਡਰਾਂ ਦਾ ਘਰਾਓ ਹੋ ਰਿਹਾ, ਬਰਾਬਰ ਹੀ ਹੋ ਰਿਹਾ, ਆਮ ਆਦਮੀ ਪਾਰਟੀ ਦਾ ਵੀ ਹੋ ਰਿਹਾ, ਕਾਂਗਰਸ ਦਾ ਵੀ ਹੋ ਰਿਹਾ, ਅਕਾਲੀ ਦਲ ਦਾ ਵੀ ਹੋ ਰਿਹਾ। ਇੱਥੇ ਥੋੜਾ ਜਿਹਾ ਪ੍ਰਸ਼ਾਸਨਿਕ ਪੱਧਰ ਤੇ ਰੋਲ ਕਿੱਦਾਂ ਅਦਾ ਕੀਤਾ ਜਾਂਦਾ। ਜੇ ਤਾਂ ਕਿਤੇ ਨਵਜੋਤ ਸਿੰਘ ਸਿੱਧੂ ਪਹੁੰਚਦਾ, ਜੇ ਉਹਦਾ ਵਿਰੋਧ ਹੁੰਦਾ, ਤਾਂ ਪ੍ਰਸ਼ਾਸਨ ਕਿਸਾਨਾਂ ਨੂੰ ਕਲਾਵੇ 'ਚ ਲੈ ਕੇ, ਉਹਨਾਂ ਨੂੰ ਭਰੋਸੇ 'ਚ ਲੈ ਕੇ ਵੀ ਤੁਹਾਨੂੰ ਮਿਲਾਉਂਦੇ ਆ ਜੀ, ਤੁਹਾਡੀ ਮੀਟਿੰਗ ਕਰਾਉਂਦੇ ਆ ਜੀ, ਤੁਹਾਡੀ ਸਿੱਧੀ ਗੱਲਬਾਤ ਕਰਾਉਂਦੇ ਆ, ਉਹ ਮਾਹੌਲ ਨੂੰ ਵਿਗੜਨ ਨਹੀਂ ਦਿੱਤਾ ਜਾਂਦਾ। ਤੇ ਜੇ ਅਕਾਲੀ ਦਲ ਦਾ ਕੋਈ ਲੀਡਰ ਆ ਕੇ ਉੱਥੇ ਬੋਲਦਾ, ਦੇਖੋ ਜਿਹੜੀ ਮੋਗੇ ਲਾਠੀਚਾਰਜ ਹੋਇਆ, ਉਹਨੂੰ ਪ੍ਰਸ਼ਾਸਨ ਹੈਂਡਲ ਵੀ ਕਰ ਸਕਦਾ ਸੀ। ਜਿਹੜੇ ਕਿਸਾਨ ਆਗੂ ਆਏ ਆ, ਜ਼ਿੰਮੇਵਾਰ ਆਗੂ ਸੀਗੇ, ਉਹਨਾਂ ਨੂੰ ਰੋਕ ਕੇ ਉਹਨਾਂ ਨੂੰ 5 ਮੈਂਬਰੀ ਟੀਮ ਲਈ ਜਾ ਸਕਦੀ ਸੀ, ਉਹਨਾਂ ਨੂੰ ਟਾਈਮ ਦਵਾਇਆ ਜਾ ਸਕਦਾ ਸੀ। ਮੇਰੇ ਖਿਆਲ 'ਚ ਸੁਖਬੀਰ ਸਿੰਘ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ, ਉਹਨਾਂ ਨੇ 6 ਦਿਨ ਦੀਆਂ ਆਪਦੀਆਂ ਜਿਹੜੀਆਂ ਕਾਨਫਰੰਸਾਂ ਨੇ, ਰੈਲੀਆਂ ਨੇ, ਉਹ ਵੀ ਰੱਦ ਕੀਤੀਆਂ ਨੇ। ਉਹਨਾਂ ਨੇ ਕਿਹਾ ਵੀ ਭਾਈ ਮੈਂ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ। ਤੇ ਮੇਰੇ ਖਿਆਲ 'ਚ ਕਿਸਾਨਾਂ ਨੂੰ ਵੀ ਇਹਦੇ ਲਈ ਵੱਡਾ ਦਿਲ ਦਿਖਾ ਕੇ, ਟਾਈਮ ਫਿਕਸ ਕਰਕੇ ਉਹਨਾਂ ਨੂੰ ਸਵਾਲ ਜਵਾਬ ਕਰਨੇ ਚਾਹੀਦੇ ਆ। ਜਿੰਨੇ ਲੀਡਰ ਘਰਾਓ ਤੋਂ ਭੱਜਦੇ ਆ, ਘਰਾਓ ਤੋਂ ਭੱਜਣਾ ਨਹੀਂ ਚਾਹੀਦਾ। ਜੇ ਸਵਾਲ ਕਿਸਾਨ ਪੁੱਛਦੇ ਆ, ਉਹਨਾਂ ਦਾ ਦਲੀਲ ਨਾਲ ਜਵਾਬ ਦੇਣਾ ਚਾਹੀਦਾ। ਤੇ ਜਿਹੜਾ ਪ੍ਰਸ਼ਾਸਨਿਕ ਪੱਧਰ ਤੇ ਇਹ ਗੱਲ ਹੋ ਰਹੀ ਆ, ਮੇਰੇ ਖਿਆਲ 'ਚ ਅਕਾਲੀ ਦਲ ਤੋਂ ਵੀ ਇਹ ਕਤਾਈ ਹੋਈ ਹੈ, ਮੰਨਣਾ ਪਊਗਾ। ਜਿਹੜੇ ਕਿਸਾਨ ਆਗੂ ਆ, ਕੋਈ ਕੈਨੇਡਾ ਤੋਂ ਤਾਂ ਆਏ ਨਹੀਂਗੇ, ਇੱਥੇ ਲੋਕਲ ਹੀ ਸੀਗੇ। ਲੋਕਲ ਲੀਡਰਸ਼ਿਪ ਨੂੰ ਪਹਿਲਾਂ ਭੇਜ ਕੇ ਕੋਈ ਟਾਈਮ ਫਿਕਸ ਵੀ ਕਰਾਇਆ ਜਾ ਸਕਦਾ ਸੀ, ਬੇਸ਼ੱਕ ਨੂੰ ਲਾਈਵ ਚਲਾ ਦੇਣ, ਜਿੱਥੇ ਦਲੀਲ ਨਾਲ ਜਵਾਬ ਦੇਣਗੇ, ਜਿੱਥੇ ਪਾਰਟੀ ਦਾ ਸਟੈਂਡ ਹੋਊਗਾ ਕਿਸਾਨ ਮੰਨ ਲੈਣਗੇ, ਜਿੱਥੇ ਨਹੀਂ ਹੋਊਗਾ ਲੋਕ ਫੈਸਲਾ ਕਰ ਲੈਣਗੇ। ਇਹ ਜਾਣਬੁੱਝ ਕੇ ਪਬਲਿਕ ਦਾ ਨੁਕਸਾਨ ਕਰਾਇਆ ਜਾ, ਰਾਜਨੀਤੀ ਖੇਡੀ ਜਾ ਰਹੀ ਆ। ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਦਾਂ ਦੀ ਚਾਲ ਨਹੀਂ ਚੱਲਣੀ ਚਾਹੀਦੀ ਵੀ ਕਿਸੇ ਪਾਰਟੀ ਨੂੰ ਨੀਵਾਂ ਦਿਖਾਉਣ ਵਾਸਤੇ ਉੱਥੇ ਕਿਸਾਨਾਂ ਦਾ ਤੇ ਉਸ ਪਾਰਟੀ ਦਾ ਵਿਵਾਦ ਖੜਾ ਕਰਕੇ। ਵੇਖੋ ਉੱਥੇ ਕੋਈ ਜਾਨੀ ਨੁਕਸਾਨ, ਸਾਡੇ ਕਿਸਾਨ ਵੀ ਭਰਾ, ਸਾਡੇ ਪੰਜਾਬ ਪੁਲਿਸ ਵਾਲੇ ਵੀ ਸਾਡੇ ਧੀਆਂ ਪੁੱਤ ਆ, ਸਾਡੇ ਵੀਰ ਆ। ਉੱਥੇ ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਜਵਾਬਦੇਹ ਕੌਣ ਹੈ? ਇਹ ਰਾਜਨੀਤੀ ਖੇਡੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ। ਇਹ ਕਿਸਾਨਾਂ ਦੇ ਨਾਲ ਖੇਡੀ ਜਾ ਰਹੀ ਹੈ, ਬਹੁਤ ਮਾੜੀ ਗੱਲ ਹੈ। ਅਜੀਤ ਸਿੰਘ ਸ਼ਾਂਤ ਜੀ, ਤੁਸੀਂ ਜਵਾਬ ਦਿਓਗੇ ਕਿ ਖੋਸਾ ਜੀ ਨੇ ਜੋ ਐਲੀਗੇਸ਼ਨ ਲਾਏ ਹੈ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਜੇ ਕੋਈ ਫੰਕਸ਼ਨ ਹੁੰਦਾ, ਉਹਦੇ 'ਚ ਪਲਾਨ ਕਰ ਰਿਹਾ ਜਾਂਦਾ, ਉਹਨੂੰ ਗੜਬੜ ਨਹੀਂ ਹੋਣ ਦਿੱਤੀ ਜਾਂਦੀ। ਜੇ ਅਕਾਲੀ ਦਲ ਦਾ ਫੰਕਸ਼ਨ ਹੁੰਦਾ ਤੇ ਉੱਥੇ ਲਾਠੀਚਾਰਜ ਹੁੰਦਾ, ਉੱਥੇ ਗੜਬੜ ਕੀਤੀ। ਤੁਸੀਂ ਇਹਦੇ ਬਾਰੇ ਸਰਕਾਰ ਦੇ, ਤੁਹਾਡੀ ਸੱਤਾਧਾਰੀ ਪਾਰਟੀ ਹੈ ਕਾਂਗਰਸ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਸਾਦਾ ਵਾਲੀ ਜਿਸ ਤਰ੍ਹਾਂ ਇਹਨਾਂ ਨੇ ਇਲਜ਼ਾਮ ਤਰਾਸ਼ੀ ਕੀਤੀ ਹੈ, ਮੈਂ ਸੋਚਦਾ ਪ੍ਰਸ਼ਾਸਨਿਕ ਪੱਧਰ ਤੇ ਐਸੀ ਸਰਕਾਰ ਕੋਈ ਵੀ ਨਹੀਂ ਹੁੰਦੀ, ਕੋਈ ਇਸ ਤਰ੍ਹਾਂ ਕੋਈ ਦਵੈਤ ਕਰੇ ਤੇ ਕਿਸੇ ਦੇ ਫੰਕਸ਼ਨ ਨੂੰ ਹੋਣ ਨਾ ਦੇਵੇ ਤੇ ਆਪਣੇ ਫੰਕਸ਼ਨਾਂ ਨੂੰ ਸਫਲ ਕਰਾਉਣ ਦਾ ਯਤਨ ਕਰੇ। ਕਿਉਂਕਿ ਸਭ ਦਾ ਹੀ ਫਰਜ਼ ਬਣਦਾ, ਜਦੋਂ ਵੀ ਕੋਈ ਕਿਤੇ ਰੈਲੀ ਕਰਨ ਜਾਂਦਾ ਹੈ, ਉਹਨੂੰ ਇਹ ਜ਼ਰੂਰੀ ਹੁੰਦਾ ਹੈ ਕਿ ਸਥਾਨਕ ਪੱਧਰ ਤੇ ਜਿੰਨੇ ਵੀ ਕੋਈ ਕਿਸਾਨ ਨੇਤਾ ਹੈ, ਕੋਈ ਜਥੇਬੰਦਕ ਤੌਰ ਤੇ ਅਪਰੋਚ ਕਰਦਾ ਹੈ, ਕੋਈ ਸਮਾਜ ਸੇਵੀ ਹੈ, ਸਾਰਿਆਂ ਨੂੰ ਹਰ ਇੱਕ ਪਾਰਟੀ ਜਿਹੜੀ ਭਰੋਸੇ 'ਚ ਲੈ ਕੇ ਤੁਰਨ ਦਾ ਯਤਨ ਕਰਦੀ ਹੈ। ਕਿਉਂਕਿ ਹਾਲਾਤ ਵੀ ਬਣ ਚੁੱਕੇ ਆ
ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨੇ ਓਪਨਲੀ ਇਹ ਕਹਿ ਦਿੱਤਾ ਗਿਆ ਹੈ ਕਿ ਬੀਜੇਪੀ ਨੂੰ ਛੱਡ ਕੇ ਬਾਕੀ ਪਾਰਟੀਆਂ ਦਾ ਜਿਹੜਾ ਉਹਨਾਂ ਤੋਂ ਸਵਾਲ ਪੁੱਛਣੇ ਆ, ਉਹਨਾਂ ਦਾ ਵਿਰੋਧ ਆ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਜਿਹੜਾ ਕਿਸਾਨੀ ਮਸਲੇ ਹੈ ਉਹਦੇ ਲਈ ਕੇਵਲ ਤੇ ਕੇਵਲ ਬੀਜੇਪੀ ਹੈ ਜਿਹੜੀ ਉਹ ਸਿੱਧੇ ਤੌਰ ਤੇ ਹੈ ਜਿਹੜੀ ਉਹ ਜਵਾਬਦੇਹ ਹੈ, ਔਰ ਉਹਨਾਂ ਦੇ ਹੀ ਕਾਲੇ ਕਾਨੂੰਨ ਪਾਸ ਕੀਤੇ ਆ ਤੇ ਵਾਪਸ ਲੈਣ ਦਾ ਵੀ ਉਹਨਾਂ ਦਾ ਦਾਇਤ ਬਣਦਾ ਹੈ। ਇਸ ਕਰਕੇ ਉਹਨਾਂ ਲਈ ਤਾਂ ਕਿਸਾਨਾਂ ਦੀ ਨੀਤੀ ਜਿਹੜੀ ਸਪਸ਼ਟ ਹੈ ਕਿ ਉਹਨਾਂ ਲਈ ਪੰਜਾਬ ਦੇ ਜਿਹੜੇ ਪਿੰਡਾਂ ਦੇ ਜਿਹੜੇ ਦਰਵਾਜ਼ੇ ਆ ਉਹ ਹਮੇਸ਼ਾ ਲਈ ਬੋਰਡ ਲਾ ਕੇ ਉਹਨਾਂ ਨੂੰ ਨਿਸ਼ਚਿਤ ਕਰਦਾ ਕਿ ਉਹ ਪਿੰਡਾਂ 'ਚ ਆਉਣ ਦਾ ਯਤਨ ਨਾ ਕਰਨ। ਬਾਕੀ ਪਾਰਟੀਆਂ ਨੂੰ ਇਹ ਲਾਓ ਆ ਕਿ ਜਾਣ ਆਪਣੇ ਜਲਸੇ ਜਲੂਸ ਕਰਨ, ਲੇਕਿਨ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ ਹੁਣ ਇਹ ਕਿਹਾ ਕਿ ਐਡੀ ਕੋਈ ਕਾਹਲੀ ਨਹੀਂ ਬਣਦੀ, ਕੋਈ ਐਡੀ ਜਲਦੀ ਜਿਹੜੇ ਆ ਸਿਆਸਤ ਦੇ ਵਿੱਚ ਉਤਰਿਆ ਜਾਵੇ, ਵੋਟਰਾਂ ਦੇ ਲਈ ਲੋਕਾਂ ਨੂੰ ਲਾਮਬੱਧ ਕੀਤਾ ਜਾਵੇ। ਪਹਿਲਾਂ ਜਿਹੜਾ ਕਿਸਾਨੀ ਦਾ ਵੱਡਾ ਮਸਲਾ ਹੈ ਇਹਦੇ ਤੇ ਸਾਰੀਆਂ ਪਾਰਟੀਆਂ ਧਿਆਨ ਕੇਂਦਰਿਤ ਕਰਕੇ ਕਿਸਾਨੀ ਦਾ ਸੱਚੀ ਸੁੱਚੀ ਜਵਾਨੀ ਜਮ੍ਹਾਂ ਖਰਚ ਨਾ ਕਰਨ, ਸੱਚੀ ਮੁੱਚੀ ਜਿਹੜਾ ਕਿਸਾਨੀ ਦਾ ਸਾਥ ਦੇਣ। ਮੈਂ ਇਸ ਗੱਲ ਤੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਹਮੇਸ਼ਾ ਜਿਸ ਤਰ੍ਹਾਂ ਅਸੀਂ ਸਾਰਿਆਂ ਦੀਆਂ ਸਰਗਰਮੀਆਂ ਕਰਨੀਆਂ ਚਾਹੁੰਦੇ ਹਾਂ ਤੇ ਅਸੀਂ ਕਹੀਏ ਇਕੱਲੀਆਂ ਸਾਡੀਆਂ ਸਰਗਰਮੀਆਂ ਹੋਣ ਦੂਜੇ ਦੀਆਂ ਨਾ ਹੋਣ, ਇਹਨਾਂ ਨਾਲ ਡੈਮੋਕ੍ਰੇਸੀ ਜਿਹੜੀ ਉਹ ਵੱਧ ਫੁੱਲ ਨਹੀਂ ਸਕਦੀ ਤੇ ਨਾ ਲੋਕਤੰਤਰ ਜਿਉਂਦਾ ਰਹਿ ਸਕਦਾ। ਇਸ ਕਰਕੇ ਅਸੀਂ ਕੋਈ ਮੈਨੂੰ ਤਾਂ ਗੱਲ ਲੱਗਦੀ ਨਹੀਂ, ਫਿਰ ਵੀ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ, ਕਿਉਂਕਿ ਅੱਜ ਕੱਲ੍ਹ ਤਾਂ ਮੀਡੀਆ ਦਾ ਜ਼ਮਾਨਾ ਹੈ, ਕੱਲੇ ਦੀ ਫੋਟੋ ਆ ਜਾਂਦੀ, ਸਭ ਕੁਝ ਆ ਜਾਂਦਾ ਹੈ ਤੇ ਕੋਈ ਲੋਕ ਹੀ ਨਹੀਂ ਸਕਦਾ, ਕੋਈ ਸਿਆਸੀ ਨੁਮਾਇੰਦਾ ਕਿਸੇ ਦਾ ਜਾ ਕੇ ਕਿਸੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦਾ ਫਿਰੇ ਤੇ ਉਹ ਲੁਕ ਜਾਵੇਗਾ। ਮੈਨੂੰ ਨਹੀਂ ਲੱਗਦਾ ਕੋਈ ਐਸੇ ਇਲਜ਼ਾਮ ਜਿਹੜੇ ਆ ਉਹਨਾਂ 'ਚ ਕੋਈ ਸੱਚਾਈ ਹੋਊਗੀ। ਫਿਰ ਵੀ ਇਹਦੇ ਤੇ ਦਰਿਆਫਤ ਕਰ ਲੈਣੀ ਚਾਹੀਦੀ ਹੈ। ਇਹ ਭਾਈਚਾਰਕ ਸਾਂਝ ਹੈ ਜਿਹੜੀ ਕੇਵਲ ਤੇ ਕੇਵਲ ਵੋਟ ਦੇ ਮਸਲੇ ਤੇ ਆ ਕੇ ਟੁੱਟਣੀ ਨਹੀਂ ਚਾਹੀਦੀ। ਅਸੀਂ ਪਿੰਡਾਂ 'ਚ ਵੀ ਦੇਖਦੇ ਹਾਂ ਭਾਈਚਾਰਾ ਬਣਿਆ ਰਹਿੰਦਾ, ਦੂਰ ਪੋਲਿੰਗ ਲੱਗੇ ਹੁੰਦੇ ਆ, ਜਦੋਂ ਸ਼ਾਮ ਨੂੰ ਪੋਲਿੰਗ ਖਤਮ ਹੋ ਜਾਂਦਾ ਤੇ ਸਾਰੇ ਲੋਕ ਇਕੱਠੇ ਬੈਠ ਕੇ ਚਾਹ ਪੀਂਦੇ ਹੁੰਦੇ ਆ। ਇਹ ਭਾਈਚਾਰਾ ਸਦੀਆਂ ਤੋਂ ਬਣਿਆ ਰਹਿਣਾ ਚਾਹੀਦਾ ਤੇ ਮੈਂ ਤਾਂ ਇਸ ਗੱਲ ਨੂੰ ਮਾਨਤਾ ਨਹੀਂ ਦਿੰਦਾ ਕਿ ਇਸ ਤਰ੍ਹਾਂ ਦੀ ਕੋਈ ਸਰਗਰਮੀ ਕਿਸੇ ਗੱਲ ਦੀ ਕਿਸੇ ਸਿਆਸੀ ਪਾਰਟੀ ਦੀ ਰੋਕਣੀ ਚਾਹੀਦੀ ਹੈ। ਹਰ ਇੱਕ ਦਾ ਦਾਇਿਤਵ ਬਣਦਾ ਹੈ ਉਹ ਪਿੰਡਾਂ 'ਚ ਜਾਵੇ, ਆਪਣੀ ਵਿਚਾਰਧਾਰਾ ਨੂੰ, ਆਪਣੇ ਪ੍ਰੋਗਰਾਮ ਨੂੰ, ਆਪਦੇ ਮੈਨੀਫੈਸਟੋ ਨੂੰ ਲੋਕਾਂ 'ਚ ਜਾ ਕੇ ਆਪਣਾ ਪ੍ਰੋਗਰਾਮ ਦੱਸੇ। ਪਰ ਬਿਕਰਮਜੀਤ ਸਿੰਘ ਮਜੀਠੀਆ ਨੇ ਤਾਂ ਬਕਾਇਦਾ ਲਿਸਟ ਜਾਰੀ ਕੀਤੀ ਹੈ ਜਿਹਦੇ 'ਚ ਕੁਝ ਬੰਦੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨੇ ਤੇ ਕੁਝ ਉਹਦੇ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ ਨੇ। ਉਹਨਾਂ ਨੇ ਬਕਾਇਦਾ ਲਿਸਟ ਕੀਤੀ ਹੈ ਜਾਰੀ ਕਿ ਇਹ ਲੀਡਰ ਨੇ ਜਿਨ੍ਹਾਂ ਨੇ ਉਹਨਾਂ ਨੇ ਵਿਰੋਧ ਕੀਤਾ। ਉਹ ਪੜਤਾਲ ਹੋ ਜਾਊਗੀ, ਉਹਦੇ ਤੇ ਜਿਹੜੀ ਪਾਰਟੀਆਂ ਜਿਹੜੀਆਂ ਦੋਸ਼ ਲਾਉਂਦੀਆਂ ਉਹ ਵੀ ਉਹਦੇ ਤੇ ਪੜਤਾਲ ਕਰਕੇ ਕੱਲ ਨੂੰ ਜਨਤਕ ਕਰ ਸਕਦੇ ਆ। ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਜ਼ਿੰਮੇਵਾਰ ਜਾਂ ਕੋਈ ਕਿਸੇ ਪਾਰਟੀ ਦਾ ਕਾਰਡ ਹੋਲਡਰ ਹੋਵੇਗਾ ਉਹ ਕੋਈ ਐਸੀ ਕੁਤਾਹੀ ਕਰੇਗਾ, ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਪਤਾ ਹੈ ਕਿ ਕੋਈ ਵੀ ਵਰਕਰ ਹੈ ਜਿਹੜਾ ਉਹ ਲੁਕ ਕੇ ਰਹਿ ਨਹੀਂ ਸਕਦਾ, ਕੋਈ ਛੁਪ ਨਹੀਂ ਸਕਦਾ, ਕੋਈ ਐਸਾ ਨਹੀਂ ਹੁੰਦਾ ਕੋਈ ਬੁਰਕਾ ਪਾ ਕੇ ਜਾ ਕੇ ਇਸ ਤਰ੍ਹਾਂ ਦਾ ਮੁਜ਼ਾਹਰਾ ਕਰ ਲੂਗਾ। ਸਾਰਾ ਜਿਹੜਾ ਮੁਜ਼ਾਹਰਾ ਹੋਣਾ ਜਾਂ ਹੋਰ ਹੋਣਾ ਉਹ ਤਾਂ ਨੰਗੇ ਧਾੜੀ ਹੋਣਾ। ਇਸ ਕਰਕੇ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ। ਆਪਾਂ ਚੱਲਦੇ ਹਾਂ ਬਲਵਿੰਦਰਪਾਲ ਸਿੰਘ ਹੈਪੀ ਜੀ ਕੋਲ। ਹੈਪੀ ਜੀ, ਪੰਜਾਬ ਵਿੱਚ ਦੂਸਰਾ ਮੁੱਦਾ ਜਿਹੜਾ ਹਾਵੀ ਹੈ, ਜਿਹੜਾ ਬਹੁਤ ਜਿਹਦੇ 'ਚ ਲੋਕਾਂ 'ਚ ਬਹੁਤ ਨਿਰਾਸ਼ਾ ਹੈ, ਬਿਜਲੀ ਜਿਹੜੇ ਸਮਝੌਤੇ ਆ ਪ੍ਰਾਈਵੇਟ ਥਰਮਲ ਪਲਾਂਟ ਲਾਏ ਆ ਜਿਹਦੇ ਨਾਲ ਬਿਜਲੀ ਮਹਿੰਗੀ ਹੋਈ ਹੈ, ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਪ੍ਰਾਈਵੇਟ ਥਰਮਲ ਪਲਾਂਟ ਬੰਦ ਵੀ ਰਹਿੰਦੇ ਆ, ਸਮਝੌਤੇ ਐਸੇ ਕੀਤੇ ਆ, ਉਦੋਂ ਵੀ ਸਾਨੂੰ ਉਹਨਾਂ ਨੂੰ ਪੇ ਕਰਨਾ ਪੈਂਦਾ ਜੇ ਬਿਨਾਂ ਕਿਸੇ ਬਿਜਲੀ ਲਿਆ। ਤੇ ਇਹ ਜਿਹੜੇ ਸਮਝੌਤੇ ਕੀਤੇ ਇਹ ਅਕਾਲੀ ਸਰਕਾਰ ਨੇ ਕੀਤੇ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪੰਜਾਬ ਸਰਕਾਰ ਨੂੰ ਜਿਹੜੇ ਤੁਸੀਂ ਹੁਣ ਲੋਕਾਂ 'ਚ ਜਾਣੇ ਆ ਵੋਟਾਂ ਮੰਗਣ ਜਾਣਿਆ ਹੈ ਤੇ ਤੁਸੀਂ ਸ਼ੁਰੂ ਵੀ ਕਰਤੀ ਹੈ ਮੈਂ ਜਦੋਂ ਪਹਿਲਾਂ ਹੀ ਤੁਸੀਂ ਤੁਹਾਡੀ ਪਾਰਟੀ ਤੇ ਐਲੀਗੇਸ਼ਨ ਲੱਗ ਰਹੇ ਆ ਕਿ ਤੁਸੀਂ ਪੰਜਾਬ ਦੀ ਲੁੱਟ ਕਰਾਈ ਹੈ, ਪੰਜਾਬ ਨੂੰ ਵੇਚਿਆ, ਪੰਜਾਬ ਦੀ ਪ੍ਰਾਪਰਟੀ ਵੇਚੀ ਹੈ, ਗਲਤ ਸਮਝੌਤੇ ਕੀਤੇ ਹੈ, ਕੀ ਕਹੋਗੇ ਇਹਦੇ ਬਾਰੇ? ਦੇਖੋ ਸਦਾਨਾ ਸਾਹਿਬ, ਜਿਹੜੇ ਬਿਜਲੀ ਦੇ ਸਮਝੌਤੇ ਆ ਇਹ ਅਕਾਲੀ ਦਲ ਦੀ ਸਰਕਾਰ ਤੇ ਸਿਰਫ ਇੱਕ ਦੋਸ਼ ਲਾਇਆ ਜਾਂਦਾ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇਸ ਵਿਸ਼ੇ ਤੇ ਪਹਿਲਾਂ ਇਹ ਕਲੀਅਰ ਸਾਫ਼ ਕਰ ਚੁੱਕੇ ਆ ਵੀ ਜਿਹੜੇ ਇਹ ਸਮਝੌਤੇ ਆ ਇਹ ਜਦੋਂ ਸੈਂਟਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਇਹ ਉਹਨਾਂ ਵੇਲਿਆਂ ਦੇ ਹੋਏ ਨੇ ਆ। ਸਿਰਫ ਇਹ ਹੌਲੀ ਲਾਗੂ ਹੁੰਦਿਆਂ ਨੂੰ ਟਾਈਮ ਲੱਗ ਗਿਆ। ਇਹਦੇ 'ਚ ਅਕਾਲੀ ਦਲ ਦਾ ਕੋਈ ਦੋਸ਼ ਨਹੀਂ, ਇਹ ਕਾਂਗਰਸ ਦੀ ਸੈਂਟਰ ਸਰਕਾਰ ਵੇਲੇ ਦੇ ਸਮਝੌਤੇ ਹੋਏ ਨੇ। ਪਰ ਹੈਪੀ ਜੀ, ਜਿਹੜੇ ਸੈਂਟਰ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਸਰਕਾਰ ਨੇ ਪਾਲਿਸੀ ਬਣਾਈ ਸੀ, ਕੇਂਦਰ ਸਰਕਾਰ ਨੇ ਰਾਜਾਂ ਨੂੰ ਕਿਹਾ ਸੀ ਆਪਣੇ ਲੈਵਲ ਤੇ ਸਮਝੌਤੇ ਜਿਹੜੇ ਕਰ ਸਕਦੇ ਹੋ, ਪਰ ਰਾਜਾਂ ਦੇ ਥੋਪੇ ਨਹੀਂ ਗਏ ਸੀ। ਕੁਝ ਸਟੇਟਾਂ ਨੇ ਮਨਾ ਕਰਤਾ ਸੀ ਕਿ ਅਸੀਂ ਪ੍ਰਾਈਵੇਟ ਕਿ ਆਪਣੇ ਨਾਲ ਹਰਿਆਣਾ ਸਰਕਾਰ ਹੈ ਜਿਹੜਾ ਗੁਆਂਢੀ ਰਾਜ ਹੈ ਉਹਨੇ ਮਨਾ ਕਰਤਾ ਸੀਗਾ ਕਿ ਅਸੀਂ ਪ੍ਰਾਈਵੇਟ ਸਮਝੌਤੇ ਨਹੀਂ ਕਰਨੇ ਆਪਣੇ। ਪਰ ਜਿਹੜੀ ਪੰਜਾਬ 'ਚ ਅਕਾਲੀ ਸਰਕਾਰ ਸੀ ਪਹਿਲਾਂ ਤਾਂ ਉਹਨਾਂ ਨੇ
ਅਕਾਲੀ ਸਰਕਾਰ ਜਵਾਬ ਦੇ ਸਕਦੀ ਸੀ ਕਿ ਨਹੀਂ ਕਰਨੇ ਅਸੀਂ ਸਮਝੌਤੇ ਜਿਵੇਂ ਕਿ ਹਰਿਆਣਾ ਨੇ ਕੀਤੇ ਹੈ। ਦੂਸਰੀ ਜਿਹੜੇ ਗੁਜਰਾਤ 'ਚ ਸਮਝੌਤੇ ਇਹੀ ਬਿਜਲੀ ਜਿਹੜੀ ਪਾਲਿਸੀ ਲਾਗੂ ਕੀਤੀ ਗਈ ਹੈ ਜਿਹੜੀ ਸੈਂਟਰ ਗਵਰਨਮੈਂਟ ਦੀ, ਉਹਦੇ 'ਚ ਧਾਰਾ 9 ਤੇ ਧਾਰਾ 11 ਸੀ, ਜਿਹਦੇ 'ਚ ਇਹ ਕਿ ਜਦੋਂ ਅਸੀਂ ਚਾਹੀਏ, ਜਦੋਂ ਸਾਨੂੰ ਨਹੀਂ ਲੋੜ ਉਦੋਂ ਬਿਜਲੀ ਅਸੀਂ ਨਹੀਂ ਲੈਣੀ ਤੇ ਨਾ ਹੀ ਕੋਈ ਪੇਮੈਂਟ ਕਰਨੀ ਹੈ। ਦੂਸਰਾ ਹੈ ਕਿ ਇਹਨੂੰ ਕੁਝ ਦੇਰ ਬਾਅਦ ਜੇ ਚਾਹੇ, ਜੇ ਸਟੇਟ ਚਾਹੇ ਤੇ ਉਹ ਸਮਝੌਤੇ ਰੱਦ ਵੀ ਕਰ ਸਕਦੀ ਹੈ। ਪਰ ਅਕਾਲੀ ਗਵਰਨਮੈਂਟ ਨੇ ਉਹ ਧਰਾਵਾਂ ਜਿਹੜਾ ਬਾਕੀ ਸਾਰੀ ਪਾਲਿਸੀ ਹੈ ਬਣੀ ਤਾਂ ਨਹੀਂ ਗੁਜਰਾਤ ਵਾਲੀ ਚੱਕ ਲਈ, ਪਰ ਜਿਹੜੀਆਂ 2 ਧਰਾਵਾਂ ਸੀ ਧਾਰਾ 9 ਤੇ ਧਾਰਾ 11 ਦੋਵੇਂ ਉਹਦੇ ਚੋਂ ਮਾਈਨਸ ਕਰਤੀ ਉਹਨਾਂ ਸਮਝੌਤਾ ਹੋਇਆ। ਇਹਦੇ ਲਈ ਤਾਂ ਦੋਸ਼ੀ ਜਿਹੜੀ ਅਕਾਲੀ ਸਰਕਾਰ ਹੈ, ਅਕਾਲੀ ਸਰਕਾਰ ਨੇ ਕਿਉਂ ਕੀਤਾ ਜੀ? ਨਹੀਂ ਦੇਖੋ, ਅਕਾਲੀ ਜਿਹੜਾ ਹੈਗਾ ਪੰਜਾਬ ਸਟੇਟ ਹੈ, ਇੱਕ ਖੇਤੀ ਸੂਬਾ ਪ੍ਰਧਾਨ ਦੇਸ਼ ਹੈ ਇਹ। ਇੱਥੇ ਬਿਜਲੀ ਦੀ ਬਹੁਤ ਲੋੜ ਹੈ। ਇਹਨੂੰ ਬਿਜਲੀ ਦੀ ਵੱਧ ਤੋਂ ਲੋੜ ਜਿਹੜੀ ਬਿਜਲੀ ਦੀ ਲੋੜ ਹੈ ਇਹਨੂੰ ਪੂਰੀ ਕਰਨ ਵਾਸਤੇ ਇਹ ਕਰਨਾ ਹੀ ਪੈਣਾ ਸੀ, ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਇੱਕ ਟੀਚਾ ਸੀ ਵੀ ਜਿਹੜੀ ਬਿਜਲੀ ਆ ਪੰਜਾਬ ਦੇ ਵਿੱਚ ਸਰਪਲਸ ਕਰਨੀ ਆ, ਬਿਜਲੀ ਦੇ ਵਿੱਚ ਜਿਹੜੇ ਕੱਟ ਨਹੀਂ ਲੱਗਣਗੇ ਤਾਂ ਕਿ ਲੋਕਾਂ ਦੇ, ਪੰਜਾਬ ਦੇ ਲੋਕਾਂ ਨੂੰ ਕੋਈ ਬਿਜਲੀ ਦੀ ਕਮੀ ਨਾ ਪੇਸ਼ੀ ਮਹਿਸੂਸ ਹੋਵੇ। ਤੇ ਜਿਹੜਾ ਹੈਗਾ ਖੇਤੀ, ਜਿਵੇਂ ਆਪਣੇ ਝੋਨਾ ਲੱਗਦਾ, ਮੋਟਰਾਂ ਦੇ ਲਗਾਤਾਰ ਨਿਰੰਤਰ ਜਿਹੜੇ ਖੇਤਾਂ ਵਾਸਤੇ, ਫਸਲਾਂ ਵਾਸਤੇ ਬਿਜਲੀ ਦਿੱਤੀ ਗਈ। ਪਰ ਹੁਣ ਫਿਰ ਖੁਦ ਹੀ ਅਕਾਲੀ ਦਲ ਕਿਉਂ ਕੈਪਟਨ ਸਰਕਾਰ ਨੂੰ ਕਹਿਣ ਲੱਗ ਪਿਆ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣ, ਕਿ ਇਸ ਜੇ ਪੰਜਾਬ ਨੂੰ ਫਾਇਦੇ ਸੀ ਬਿਜਲੀ ਸਮਝੌਤੇ? ਨਹੀਂ ਤੇ ਕਾਂਗਰਸ ਨੇ ਕਿਹੜਾ ਫਿਰ ਕਰਤੇ, ਉਹਨਾਂ ਨੇ ਵੀ ਜਵਾਬ ਦਿੱਤਾ। ਅਜੀਤ ਸਿੰਘ ਸ਼ਾਮ ਜੀ, ਤੁਸੀਂ ਜਵਾਬ ਦੇ ਸਕਦੇ ਹੋ ਕਿ ਬਿਜਲੀ ਸਮਝੌਤਿਆਂ ਬਾਰੇ ਕਾਂਗਰਸ ਦਾ ਕੀ ਸਟੈਂਡ ਰਿਹਾ? ਅਸਲ ਵਿੱਚ ਜਿਹੜੇ ਸਮਝੌਤੇ ਸੰਵਿਧਾਨਕ ਪੱਧਰ ਤੇ ਹੁੰਦੇ ਆ, ਉਹ ਜਦੋਂ ਜਨਤਕ ਗੱਲਾਂ ਹੁੰਦੀਆਂ ਉਦੋਂ ਖਾਸ ਆਮ ਤੌਰ ਤੇ ਜਿਹੜੇ ਰਾਜਨੀਤਿਕ ਲੀਡਰ ਆ ਉਹ ਹੋਰ ਗੱਲਾਂ ਕਰਦੇ ਆ। ਜਦੋਂ ਸੰਵਿਧਾਨਕ ਤੌਰ ਤੇ ਉਹਨਾਂ ਦੀ ਪੜਤਾਲ ਹੁੰਦੀ ਹੈ ਕਿ ਵੀ ਕਿਸੇ ਵੀ ਸਰਕਾਰ ਨੇ ਜਿਹੜੇ ਸਮਝੌਤੇ ਕੀਤੇ ਆ ਉਹਦੇ ਲਈ ਕੀ ਕਾਨੂੰਨ ਜਿਹੜੇ ਪ੍ਰਾਵਧਾਨ ਕੀਤੇ ਗਏ ਆ, ਕੀ ਉਹਦੀਆਂ ਧਾਰਾਵਾਂ, ਕੀ ਉਹਦੇ ਤੇ ਲਾਗੂ ਕੀਤਾ ਗਿਆ, ਇਹ ਸਮਝੌਤੇ ਹੀ ਘੱਟੋ ਘੱਟ 25 ਸਾਲ ਲਈ ਕੀਤੇ ਗਏ ਆ। ਜਿਹੜੀ ਇਹਦੀ ਕਿ ਸਾਰੀ ਪੰਜਾਬ ਲਈ ਮਾਰੂ ਕਲਾਜ ਹੈ, ਜਿਹੜੀ ਕਿ ਤੁਸੀਂ ਗੱਲ ਗੁਜਰਾਤ ਦੀ ਕਰ ਰਹੇ ਸੀ ਕਿ ਉਹਨਾਂ ਨੇ ਵੀ ਸਮਝੌਤੇ ਕੀਤੇ ਸੀ, ਉਹਨਾਂ ਸਮਝੌਤਿਆਂ 'ਚ ਜਿਹੜੀਆਂ ਮੱਦਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਮੱਦਾਂ ਮੁਤਾਬਕ ਇਹ ਹੈ ਕਿ ਵੀ ਜਦੋਂ ਸਾਡੇ ਪੀਕ ਤੇ ਸੀਜ਼ਨ ਹੁੰਦਾ ਉਦੋਂ ਅਸੀਂ ਬਿਜਲੀ ਥੋਥੋਂ ਘੱਟੋ ਘੱਟ 13,000 ਕਿਲੋਵਾਟ ਦੇ ਹਿਸਾਬ ਨਾਲ ਅਸੀਂ ਲੈਂਦੇ ਹਾਂ, ਤੇ ਜਦੋਂ ਆਮ ਸੀਜ਼ਨ ਹੁੰਦਾ ਉਦੋਂ ਸਾਡੇ ਕੋਲੇ ਥੋੜੀ ਬਿਜਲੀ ਨਾਲ ਸਾਨੂੰ ਸਰਦਾ। ਲੇਕਿਨ ਇਹ ਸਮਝੌਤਿਆਂ 'ਚ ਜਿਹੜੀ ਮਾਰੂ ਕਲਾਜ ਆ ਉਹ ਇਹੀ ਹੈ ਕਿ ਜਦੋਂ ਸੀਜ਼ਨ ਹੁੰਦਾ ਉਦੋਂ ਵੀ ਉਹੀ ਰੇਟ, ਜਦੋਂ ਸੀਜ਼ਨ ਨਹੀਂ ਹੁੰਦਾ ਉਦੋਂ ਪੰਜਾਬ ਨੂੰ ਉਹੀ ਰੇਟ ਨਾਲ ਬਿਜਲੀ ਦੀ ਜਿਹੜੀ ਸਪਲਾਈ ਹੈ ਅਸੀਂ ਲਈਏ ਚਾਹੇ ਨਾ ਲਈਏ, ਬਿਜਲੀ ਵਰਤ ਗਏ ਚਾਹੇ ਨਾ ਵਰਤ ਗਏ, ਸਾਨੂੰ ਉਹਦੀ ਪੇਮੈਂਟ ਕਰਨੀ ਪੈਂਦੀ ਹੈ, ਜਿਹੜੀ ਕਿ ਪੰਜਾਬ ਲਈ ਮਾਰੂ ਚੀਜ਼ ਹੈ, ਜਿਹੜੀ ਇਹ ਨਹੀਂ ਹੋਣੀ ਚਾਹੀਦੀ ਸੀ। ਇਹਦੇ ਲਈ ਸੰਵਿਧਾਨਕ ਤੌਰ ਤੇ ਇਹ ਬੰਨ੍ਹ ਦਿੱਤਾ ਗਿਆ ਸਰਕਾਰ ਨੂੰ, ਪੰਜਾਬ ਦੀ ਨੂੰ, ਕਿ ਜਿਹੜੀ ਵੀ ਸਰਕਾਰ ਸਮਝੌਤੇ ਰੱਦ ਕਰੂਗੀ ਉਹ 25 ਸਾਲਾਂ ਦੀ ਜਿਹੜੀ ਪੇਮੈਂਟ ਹੈ ਉਹ ਕਰਕੇ ਹੀ ਰੱਦ ਕਰ ਸਕਦੀ ਹੈ। ਜਿਹਦੇ ਕਰਕੇ ਜਦੋਂ ਇਹਦੀ ਪੜਚੋਲ ਕੀਤੀ ਹੈ, ਜਿਹਨੂੰ ਸੋਚ ਕੇ ਸੰਵਿਧਾਨਕ ਜਿਹੜਾ ਉਹਦੇ ਤੇ ਬੈਠਾ ਮਨੁੱਖ ਹੈ ਉਹਨੂੰ ਸੋਚ ਕੇ ਗੱਲ ਕਰਨੀ ਪੈਂਦੀ ਹੈ। ਇਹ ਸਮਝੌਤਿਆਂ 'ਚ 2-3 ਜਿਹੜੀਆਂ ਗੱਲਾਂ ਮਾਰੂ ਕੀਤੀਆਂ ਗਈਆਂ ਉਹ ਪੰਜਾਬ ਲਈ ਅੱਜ ਦੇਣਦਾਰੀਆਂ ਬਣਦੀਆਂ ਕਿ ਮੈਂ ਸੋਚਦਾ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਆਪਣੇ ਹੱਥ 'ਚ ਲਿਆ ਸੀ ਤੇ ਸੰਵਿਧਾਨਕ ਤੌਰ ਤੇ ਪੰਜਾਬ ਦੀ ਵਿਧਾਨ ਸਭਾ 'ਚ ਲਿਆ ਕੇ ਕਿ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਹੈ, ਜੋ ਰਾਜਸਥਾਨ ਨੂੰ ਪਾਣੀ ਜਾਂਦਾ ਹੈ, ਉਹ ਉਸ ਦਿਨ ਤੱਕ ਜਾਂਦਾ ਰਹੇਗਾ, ਉਸ ਤੋਂ ਬਾਅਦ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਦੇਣਾ। ਇਸੇ ਤਰ੍ਹਾਂ ਸੰਵਿਧਾਨਕ ਤੌਰ ਤੇ ਇਹਨਾਂ ਸਮਝੌਤਿਆਂ ਨੂੰ ਵਿਧਾਨ ਸਭਾ 'ਚ ਲਿਆ ਕੇ ਹੀ, ਵਿਧਾਨਕ ਤੌਰ ਤੇ ਹੀ ਇਹਦੇ ਤੇ ਵਿਚਾਰ ਕਰਕੇ ਸਮੁੱਚੀਆਂ ਪਾਰਟੀਆਂ ਦੀ ਰਾਏ ਲਾ ਕੇ ਇਹਨੂੰ ਰੱਦ ਕੀਤਾ ਜਾ ਸਕਦਾ। ਸਮਝੌਤਿਆਂ ਨੂੰ ਰੱਦ ਕਰਕੇ ਇਹਦੇ ਤੇ ਜ਼ਰੂਰੀ ਹੈ ਕਿ ਕੰਪਨੀਆਂ ਕੋਰਟਾਂ 'ਚ ਜਾਣਗੀਆਂ, ਕੋਰਟਾਂ 'ਚ ਕੇਸ ਚੱਲੀ ਜਾਣਗੇ, ਜਿੰਨਾ ਚਿਰ ਚੱਲਣਗੇ ਦੇਖੀ ਜਾਓ ਤਰੀਕਾ ਪੈਂਦੀਆਂ ਰਹਿਣਗੀਆਂ। ਕੇਵਲ ਪੰਜਾਬ ਹੈ ਜਿਹੜਾ ਫੌਰੀ ਤੌਰ ਤੇ ਜਿਹੜੇ ਸਮਝੌਤਿਆਂ ਦੀ ਮਾਰੂ ਮੱਦਾ ਹੈ ਉਹ ਤੋਂ ਬਚ ਜਾਣਗੇ। ਸੰਵਿਧਾਨਕ ਤੌਰ ਤੇ ਦੀ ਲੜਾਈ ਸ਼ੁਰੂ ਹੋ ਜੂ, ਹਾਈ ਕੋਰਟ ਕੀ ਕਹਿੰਦੀ ਹੈ, ਸੁਪਰੀਮ ਕੋਰਟ ਕੀ ਕਹਿੰਦੀ ਹੈ, ਉਹ ਬਾਅਦ 'ਚ ਮਸਲੇ ਵਿਚਾਰੇ ਜਾਣਗੇ। ਅੱਜ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਊ ਜੇ ਸਮਝੌਤੇ ਰੱਦ ਕੀਤੇ ਜਾ ਸਕਦੇ। ਪੰਜਾਬ ਦੀ ਅਸੈਂਬਲੀ 'ਚ ਜਿਵੇਂ ਪਾਣੀਆਂ ਦੇ ਮਸਲੇ ਨੂੰ ਟੈਕਲ ਕੀਤਾ ਗਿਆ ਸੀ ਕੈਪਟਨ ਸਾਹਿਬ ਵੱਲੋਂ, ਮੈਨੂੰ ਇਹ ਆਸ ਹੈ ਕਿ ਇਸੇ ਤਰ੍ਹਾਂ ਇਹ ਵੀ ਜਿਹੜੀ ਸਿੱਧੂ ਸਾਹਿਬ ਗੱਲ ਕਹਿੰਦੇ ਆ ਉਹ ਵੀ ਇਸੇ ਤਰ੍ਹਾਂ ਦੀ ਹੈ ਕਿ ਪੰਜਾਬ ਦੀ ਅਸੈਂਬਲੀ 'ਚ ਲਿਆ ਕੇ ਇਹ ਮਸਲਿਆਂ ਤੇ ਗੌਰ ਕਰਕੇ ਇਹਨਾਂ ਨੂੰ ਰੱਦ ਕਰਨ ਦਾ ਯਤਨ ਕੀਤਾ ਜਾਵੇ। ਪਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਠਿੰਡਾ ਦਾ ਥਰਮਲ ਪਲਾਂਟ ਵੇਚਿਆ ਹੈ, ਉਹ ਤਾਂ ਨਹੀਂ ਅਕਾਲੀ ਦਲ ਨੇ ਵੇਚਿਆ, ਉਹ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੇਚਿਆ ਹੈ। ਜਿਹੜੇ ਕੋਲਵਾਸ ਸਮਝੌਤਾ ਸੀ ਉਹਦੇ 'ਚ ਕੇਸ ਹਰਾਇਆ ਸੁਪਰੀਮ ਕੋਰਟ 'ਚੋਂ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰਾਇਆ। ਹੁਣ ਪਿਛਲੇ ਦਿਨਾਂ ਵਿੱਚ ਜਿਹੜੇ ਚਿਮਨੀਆਂ ਢਾਈਆਂ ਪ੍ਰਾਈਵੇਟ ਕੰਪਨੀ ਨੇ ਬਠਿੰਡਾ ਦੀਆਂ,
ਉਹਦੇ 'ਚ ਤੁਹਾਡੀ ਸਰਕਾਰ ਦਾ ਇੰਨਾ ਵਿਰੋਧ ਹੋ ਰਿਹਾ, ਜਿੱਥੇ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਇਲੈਕਸ਼ਨਾਂ ਮੌਕੇ ਕਿ ਜੇ ਸਾਡੀ ਸਰਕਾਰ ਬਣ ਗਈ ਇਹ ਚਿਮਨੀਆਂ 'ਚ ਦੁਬਾਰਾ ਧੂੰਆਂ ਨਿਕਲਣਾ ਆਊਗਾ। ਪਰ ਹੋਇਆ ਬਿਲਕੁਲ ਉਲਟ ਕਿ ਜਦੋਂ ਹੀ ਸਰਕਾਰ ਬਣੀ, ਸਰਕਾਰ ਬਣਨ ਦੇ ਦੌਰਾਨ ਹੀ ਤੁਹਾਨੂੰ ਯਾਦ ਹੋਏਗਾ 2017 'ਚ ਸਰਕਾਰ ਬਣੀ ਤੇ ਉਸੇ ਸਾਲ ਹੀ ਜਿਹੜਾ ਬਠਿੰਡਾ ਦਾ ਥਰਮਲ ਪਲਾਂਟ ਹੈ ਪ੍ਰਾਈਵੇਟ ਕੰਪਨੀ ਨੂੰ ਵੇਚਤਾ। ਤੇ ਇੱਥੋਂ ਤੁਹਾਡੇ ਸਰਕਾਰ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਦਾ ਸਾਹਮਣੇ ਆ ਜਾਂਦੀ ਹੈ ਕਿ ਉਹ ਬਿਲਕੁਲ ਹੁਣ ਵੀ ਕੋਈ ਵਿਧਾਨ ਸਭਾ ਦਾ ਨਹੀਂ ਬੁਲਾਉਣਗੇ ਇਜਲਾਸ ਹੈ ਤੇ ਬਿਜਲੀ ਸਮਝੌਤੇ ਰੱਦ ਨਹੀਂ ਕਰਨਗੇ, ਸਗੋਂ ਬਿਜਲੀ ਸਮਝੌਤਿਆਂ ਨੂੰ ਜਿਹੜਾ ਪੱਕਾ ਹੀ ਕਰਨਗੇ। ਮੇਰਾ ਖਿਆਲ ਹੈ ਜਿਹੜੇ ਥਰਮਲ ਪਲਾਂਟ ਹੈ ਇਹ 70 ਦੇ ਦਹਾਕੇ 'ਚ 70-80 ਦੇ ਦਹਾਕੇ 'ਚ ਇਹ ਮੈਨੂੰ ਲੱਗਦਾ 1972 ਦੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਨੇ ਜਦੋਂ ਮੁੱਖ ਮੰਤਰੀ ਪਹਿਲੀ ਵਾਰ ਬਣੇ ਆ ਉਦੋਂ ਹੀ ਇਹ ਥਰਮਲ ਪਲਾਂਟ ਹੈ ਜਿਹੜੇ ਲਾਏ ਗਏ ਸੀ। ਉਸ ਤੋਂ ਬਾਅਦ ਇਹ ਸਮਾਂ ਵੀ ਆ ਚੁੱਕੇ ਆ ਤੇ ਬਹੁਤ ਇਹਨਾਂ ਤੇ ਜਿਹੜਾ ਇਹਦੀ ਰੈਨੋਵੇਸ਼ਨ ਤੇ ਆ ਜਾਂ ਇਹਨੂੰ ਫੇਰ ਇਹਦਾ ਕਰਨਾ ਪੈਂਦਾ ਦੁਬਾਰੇ ਮਸ਼ੀਨਰੀ ਨੂੰ ਕੰਮ ਦੇ ਮੁਤਾਬਕ ਇਹਨੂੰ ਇਹਦੇ ਤੇ ਲੋਡ ਪਾਉਣਾ ਪੈਂਦਾ ਤਾਂ ਇਹਦੇ ਤੇ ਖਰਚਾ ਜਿਹੜਾ ਉਹ ਨਵੀਨੀਕਰਨ ਨਾਲੋਂ ਵੀ ਵੱਧ ਹੋ ਜਾਂਦਾ। ਇਸ ਕਰਕੇ ਨਵੇਂ ਥਰਮਲ ਪਲਾਂਟ ਲੱਗਣ ਜਿੰਨਾ ਹੀ ਖਰਚਾ ਇਹਦੀ ਰਿਪੇਅਰ ਤੇ ਲੱਗ ਜਾਂਦਾ ਹੈ। ਐਸੀਆਂ ਗੱਲਾਂ ਸੋਚ ਕੇ ਜਿਹੜਾ ਇਹਨਾਂ ਨੂੰ ਜਿਹੜਾ ਡੈਮੇਜ ਕਰਨ ਦਾ ਯਤਨ ਸਰਕਾਰ ਨੇ ਕੀਤਾ ਕਿ ਇਹਦੇ ਬਦਲ ਵਿੱਚ ਜਿਹੜੇ ਦੂਜੇ ਥਰਮਲ ਪਲਾਂਟ ਹੈ ਉਹਨਾਂ ਤੋਂ ਅਸੀਂ ਸਸਤੇ ਭਾਅ ਤੇ ਬਿਜਲੀ ਲੈ ਕੇ ਪੰਜਾਬ ਦੀ ਜਿਹੜੀ ਮੰਗ ਹੈ ਪੂਰੀ ਕੀਤੀ ਜਾਵੇ ਤੇ ਇਹਨਾਂ ਨੂੰ ਦੁਬਾਰੇ ਨਵੇਂ ਸਿਰੇ ਤੋਂ ਇਸੇ ਧਰਤੀ ਨੂੰ ਹੋਰ ਪਰਪਸ ਲਈ ਵਰਤ ਕੇ ਉਹ ਤੋਂ ਪੰਜਾਬ ਦੇ ਲੋਕਾਂ ਲਈ ਫਾਇਦਾ ਲਿਆ ਜਾਵੇ। ਇਸ ਨੂੰ ਮੱਦੇਨਜ਼ਰ ਰੱਖ ਕੇ ਕਿ ਇਹਦਾ ਸਮਾਂ ਬੀਤ ਚੁੱਕਾ ਹੈ। ਪਰ ਸ਼ਾਹ ਸਾਹਿਬ ਤੁਹਾਡੀ ਗੱਲ ਟੋਕਦਾ ਹੈ, ਜਿਵੇਂ ਕਹਿੰਦੇ ਹੁੰਦੇ ਆ ਮਰੀ ਤਾਂ ਜੇ ਸਾਹ ਨਾ ਆਇਆ। ਸਮੱਸਿਆ ਤਾਂ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੀ ਰੈਨੋਵੇਸ਼ਨ ਕੀਤੀ, ਇਹਦਾ ਨਵੀਨੀਕਰਨ ਕੀਤਾ, ਲਗਭਗ 600 ਕਰੋੜ ਰੁਪਇਆ ਖਰਚਿਆ ਬਠਿੰਡਾ ਥਰਮਲ ਪਲਾਂਟ ਤੇ ਇਸ ਪੋਜੀਸ਼ਨ 'ਚ ਆ ਗਿਆ ਕਿ ਬਠਿੰਡਾ ਥਰਮਲ ਪਲਾਂਟ ਹੈ ਨਵੀਨੀਕਰਨ ਤੋਂ ਬਾਅਦ 'ਚ ਅਜੇ 20 ਸਾਲ ਪੂਰਾ ਕੰਮ ਕਰ ਸਕਦਾ, 20 ਸਾਲ ਪ੍ਰੋਡਕਸ਼ਨ ਕਰ ਸਕਦਾ ਸੀ ਬਿਨਾਂ ਮੇਨਟੇਨੈਂਸ ਤੋਂ, ਤੇ ਉਹੀ ਸਟਾਫ ਸੀ, ਉਹੀ ਸਾਰਾ ਕੁਝ ਸੀਗਾ। ਜਦੋਂ 600 ਕਰੋੜ ਰੁਪਇਆ ਲਾ ਕੇ ਤੇ ਜਿਹੜਾ ਵੇਚਿਆ ਪ੍ਰਾਈਵੇਟ ਕੰਪਨੀ ਨੂੰ ਉਹ ਕੁਆੜ ਦੇ ਭਾਅ ਵੇਚਿਆ, ਉਹ ਬਣਿਆ ਟਣਿਆ ਨਹੀਂ ਵੇਚਿਆ ਕਿ ਆਪਾਂ ਆਮ ਤੌਰ ਤੇ ਪੁਰਾਣੀ ਚੀਜ਼ ਜੇ ਪੁਰਾਣੀ ਗੱਡੀ ਆ ਕਾਰ ਆ ਉਹਦੀ ਰਿਪੇਅਰ ਕਰਵਾ ਕੇ ਵੇਚਦੇ ਆ, ਉਹਨੂੰ ਚੱਲਦੀ ਕਰਕੇ ਵੇਚਦੇ ਆ। ਕੰਪਨੀ ਨੂੰ ਵੇਚਿਆ ਕੁਆੜ 'ਚ ਕਿ ਇਹ ਮਟੀਰੀਅਲ ਉਹਦੀ ਵੇਸਟੇਜ ਆ, ਉਹਦਾ ਸਿਰਫ ਜ਼ਮੀਨ ਦਾ ਮੁੱਲ ਪਾ ਕੇ ਤੇ ਬਾਕੀ ਜਿਹੜਾ ਉੱਥੇ ਮਸ਼ੀਨਰੀ ਸੀ ਮਸ਼ੀਨਰੀ ਨੂੰ ਲੋਹੇ ਦੇ ਭਾਅ ਦਾ ਵੇਚਿਆ ਗਿਆ। ਜੇ ਵੇਚਣਾ ਹੀ ਸੀ ਤਾਂ 600 ਕਰੋੜ ਰੁਪਇਆ ਲਾਉਣ ਦਾ ਕੀ ਇਹਦੇ ਤੁੱਕ ਬਣਨੀ ਸੀ। 600 ਕਰੋੜ ਲਾ ਕੇ ਨੂੰ ਵੀ ਚੱਲਦੀ ਪੋਜੀਸ਼ਨ ਜਦੋਂ ਕੀਤਾ ਗਿਆ ਉਦੋਂ ਵੀ ਮੈਨੂੰ ਲੱਗਦਾ ਵੀ ਇਹ ਪੂਰੀ ਪੋਜੀਸ਼ਨ 'ਚ ਨਹੀਂ ਆਇਆ ਕਿ ਪੂਰਾ ਜਿਹੜਾ ਸਾਡੀ ਆਸ਼ਾ ਉਹਦੇ ਤੇ ਪੂਰਾ ਉਤਰਿਆ ਜਾ ਸਕੇ। ਬਿਜਲੀ ਮਾਹਿਰ ਨੇ ਉਹਨਾਂ ਦਾ ਦਾਅਵਾ ਹੈ ਕਿ 20 ਸਾਲ ਇਹਦੇ ਲਈ ਜਿਹੜਾ ਅਸਲ ਜਵਾਬ ਹੈ ਉਹ ਜਿਹੜੇ ਟੈਕਨੀਕਲ ਮਾਹਰ ਹੈ ਅਸਲ 'ਚ ਉਹੀ ਦੇ ਸਕਦੇ ਆ ਵੀ ਇਹਨੂੰ ਨੌਬਤ ਕੀ ਆ ਗਈ ਕਿ ਇਹਦਾ ਨਵੀਨੀਕਰਨ ਤੋਂ ਬਾਅਦ ਵੀ ਇਹਦੇ ਤੇ 600 ਕਰੋੜ ਰੁਪਇਆ ਲਾਉਣ ਤੋਂ ਬਾਅਦ ਵੀ ਕਿ ਇਹ ਕੰਮ ਦਾ ਨਹੀਂ ਰਿਹਾ ਸੀ ਕਿ ਇਸ ਕਰਕੇ ਇਹਨੂੰ ਗਲੋਂ ਲਾਇਆ ਗਿਆ ਕਿ ਕੁਆੜ ਦੇ ਭਾਅ ਦਿੱਤਾ ਗਿਆ ਜਾਂ ਕੋਈ ਹੋਰ ਮਤਲਬ ਸੀ, ਕਿਉਂਕਿ ਐਸੇ ਹਾਲਾਤ ਜਦੋਂ ਬਣ ਜਾਂਦੇ ਆ ਪੰਜਾਬ ਨੂੰ ਤਾਂ ਲੋਕਾਂ ਨੂੰ ਸਸਤੀ ਬਿਜਲੀ ਚਾਹੀਦੀ ਆ, ਉਹ ਸਰਕਾਰ ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਜੋ ਮਰਜ਼ੀ ਪ੍ਰਬੰਧ ਕਰੇ, ਕੋਈ ਹੋਰ ਕੰਪਨੀਆਂ ਨਾਲ ਪ੍ਰਬੰਧ ਕਰੇ, ਕਿਉਂਕਿ ਜਿਹੜੇ 10 ਸਾਲ ਸਰਕਾਰ ਰਹੀ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਦੀ ਉਹਦੇ 'ਚ ਵੱਡੇ ਪੱਧਰ ਤੇ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਪੰਜਾਬ 'ਚ ਬਿਜਲੀ ਸਰਪਲਸ ਕਰਨ ਜਾ ਰਹੇ ਹਾਂ ਔਰ ਕਰਨ ਦਾ ਯਤਨ ਵੀ ਕੀਤਾ ਉਹਨਾਂ ਨੇ, ਲੇਕਿਨ ਉਹ ਬਹੁਤ ਮਹਿੰਗੀ ਬਿਜਲੀ ਸਾਨੂੰ ਮਿਲ ਰਹੀ ਸੀ। ਇਹਨੂੰ ਨਵੇਂ ਸਿਰੇ ਤੋਂ ਜਿਹੜਾ ਇਸ ਪਲਾਂਟ ਤੇ ਆਉਣ ਵਾਲੀ ਆਈ ਹੋਈ ਸਰਕਾਰ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਹੋਣਾ ਨੇ ਇਹਨੂੰ ਨਵੇਂ ਸਿਰੇ ਤੋਂ ਜੋ ਕਰਨ ਦਾ ਯਤਨ ਕੀਤਾ ਉਹ ਟੈਕਨੀਕਲ ਮਾਹਰਾਂ ਦੀ ਰਿਪੋਰਟ ਤੇ ਹੀ ਕੀਤਾ। ਮੈਨੂੰ ਜਿੱਥੋਂ ਤੱਕ ਇਹਦੇ ਬਾਰੇ ਜਾਣਕਾਰੀ ਹੈ, ਬਾਕੀ ਅਸਲੀ ਇਹਦੇ ਤੇ ਗੱਲ ਦਾ ਜਵਾਬ ਹੈ ਜਿਹੜਾ ਉਹ ਟੈਕਨੀਕਲ ਮਾਹਰ ਹੀ ਦੇ ਸਕਦੇ ਆ, ਕਿਉਂਕਿ ਮੈਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ। ਖੋਸਾ ਜੀ ਕੀ ਕਹੋਗੇ ਤੁਸੀਂ ਇਹ ਬਿਜਲੀ ਸਮਝੌਤਿਆਂ ਬਾਰੇ ਜੀ? ਬਾਈ ਜੀ ਮੈਂ ਬਿਜਲੀ ਸਮਝੌਤਿਆਂ ਬਾਰੇ ਵੀ ਗੱਲ ਕਰਨੀ ਚਾਹੁੰਦਾ, ਪਾਣੀ ਦੇ ਬਿੱਲ ਬਾਰੇ ਵੀ ਸ਼ਾਂਤ ਸਾਹਿਬ ਨੇ ਕਿਹਾ ਤੇ ਪਹਿਲਾਂ ਮੈਂ ਇਹ ਵੀ ਜਵਾਬ ਦੇਦਾ। ਸ਼ਾਂਤ ਸਾਹਿਬ ਨੇ ਇਤਰਾਜ਼ ਕੀਤਾ ਵੀ ਲਾਠੀਚਾਰਜ ਤੇ ਮੈਂ ਇਲਜ਼ਾਮ ਤਰਾਸ਼ੀ ਕੀਤੀ ਹੈ। ਮੈਂ ਇਲਜ਼ਾਮ ਤਰਾਸ਼ੀ ਨਹੀਂ ਕੀਤੀ, ਮੈਂ ਕਿਹਾ ਵੀ ਪ੍ਰਸ਼ਾਸਨ ਦਾ ਵੀ ਕਸੂਰ ਆ, ਜੇ ਪ੍ਰਸ਼ਾਸਨ ਉਹਨੂੰ ਵਧੀਆ ਢੰਗ ਨਾਲ ਹੈਂਡਲ ਕਰਦਾ ਤਾਂ ਉਹ ਲਾਠੀਚਾਰਜ ਹੋਣਾ ਨਹੀਂ ਸੀਗਾ। ਤੇ ਮੈਂ ਇਹ ਵੀ ਕਿਹਾ ਵੀ ਅਕਾਲੀ ਦਲ ਦੀ ਜਿਹੜੀ ਜ਼ਿਲ੍ਹੇ ਦੀ ਜਥੇਬੰਦੀ ਆ ਉਹ ਕਿਸਾਨ ਆਗੂਆਂ ਨੂੰ ਪਹਿਲਾਂ ਮਿਲ ਕੇ ਉਹਨੂੰ ਵਧੀਆ ਢੰਗ ਨਾਲ ਹੈਂਡਲ ਕਰਦੀ ਤੇ ਇਹ ਸਮੱਸਿਆ ਆਉਣੀ ਨਹੀਂ ਸੀ। ਇਹ ਤਾਂ ਮੇਰਾ ਸੀਗਾ ਇਲਜ਼ਾਮ ਤਰਾਸ਼ੀ ਵਾਲਾ ਜਵਾਬ। ਜਿਹੜੀ ਹੈਗੀ ਬਿਜਲੀ ਸਮਝੌਤਿਆਂ ਦੀ ਗੱਲ, ਦੇਖੋ ਪਹਿਲੀ ਗੱਲ ਤਾਂ ਅਕਾਲੀ ਦਲ ਨੇ ਇਸ ਗੱਲ ਦਾ ਖਮਿਆਜਾ ਭੁਗਤਿਆ। ਇੱਕ ਮੁੱਦੇ ਤੇ ਤਾਂ ਸਰਕਾਰਾਂ ਨਹੀਂ ਡਿੱਗਦੀਆਂ ਤੇ ਬਣਦੀਆਂ, ਕਾਫੀ ਮੁੱਦੇ ਹੁੰਦੇ ਆ ਪੰਜਾਬ ਨਾਲ ਸੰਬੰਧਿਤ, ਫਿਰ ਪੰਜਾਬ ਸਰਕਾਰ ਬਣਦੀ ਹੈ ਤੇ ਡਿੱਗਦੀ ਹੈ। ਅਕਾਲੀ ਦਲ ਨੂੰ ਸਮਝੌਤਾ ਕਰਨਾ ਹੀ ਨਹੀਂ ਚਾਹੀਦਾ ਸੀ ਹਰਿਆਣੇ ਦੀ ਤਰਜ਼ ਤੇ। ਜੇ ਅਕਾਲੀ ਦਲ ਨੇ ਕਰ ਲਿਆ ਸੀ ਤਾਂ ਫਿਰ ਗੁਜਰਾਤ ਦੀ ਤਰਜ਼ ਤੇ ਕਰਦੇ, ਜਿਹੜੀ ਮੱਧ 9 ਤੇ 11
ਤੇ 9 ਧਾਰਾ, ਇਹ ਧਾਰਾ ਨੂੰ ਕੇਂਦਰਿਤ ਰੱਖ ਕੇ ਇਹ ਸਮਝੌਤਾ ਕਰਨਾ ਚਾਹੀਦਾ ਸੀ। ਇਦਾਂ ਨਹੀਂ ਕਰਨਾ ਚਾਹੀਦਾ ਸੀ। ਜੇ ਸਮਝੌਤੇ ਦੀ 9 ਤੇ 11 ਧਾਰਾ ਨੂੰ ਅਕਾਲੀ ਦਲ ਨੇ ਧਿਆਨ 'ਚ ਨਹੀਂ ਰੱਖਿਆ ਤੇ ਪੰਜਾਬ ਦੇ ਆਵਾਮ ਨੇ ਅਕਾਲੀ ਦਲ ਨੂੰ 9 ਤੋਂ 11 ਕਰਤਾ, ਤੇ ਹੁਣ ਕਾਂਗਰਸ ਨਾਲ ਵੀ 9 ਤੋਂ 11 ਹੋਣੀ ਹੈ। ਇਹ ਤੁਹਾਡੇ ਸਾਹਮਣੇ ਆ ਜਾਣਾ। ਜਿਹੜੀ ਗੱਲ ਹੈਗੀ ਆ ਸਰਕਾਰ ਦੇ ਰੂਲ ਨਿਭਾਉਣ ਦੀ, ਜਿਹੜਾ ਕੰਪਨੀਆਂ ਨਾਲ ਸਾਧਾਵਾਲੀਆ ਸਾਹਿਬ ਤੁਸੀਂ ਵੀ ਕਿਹਾ ਵੀ ਅਕਾਲੀ ਸਰਕਾਰ ਦੇ ਵਿੱਚ ਹਾਈ ਕੋਰਟ 'ਚੋਂ ਪੰਜਾਬ ਸਰਕਾਰ ਜਿੱਤੀ ਕੰਪਨੀਆਂ ਤੋਂ, ਤੇ ਉਹਦੇ ਕਾਂਗਰਸ ਸਰਕਾਰ ਨੇ ਵਕੀਲ ਬਦਲਤੇ ਸਾਰੇ। ਜਿਹੜੇ ਕੇਸ ਹਾਈ ਕੋਰਟ 'ਚੋਂ ਵਕੀਲ ਜਿੱਤੇ ਸੀ ਉਹ ਸੁਪਰੀਮ ਕੋਰਟ ਤੱਕ ਜਾਂਦਿਆਂ ਬਦਲਤੇ, ਤੇ ਉਹ ਕੰਪਨੀਆਂ ਨੂੰ ਰੈਗੂਲੇਟਰੀ ਕਮਿਸ਼ਨ ਚ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੁਪਰੀਮ ਕੋਰਟ 'ਚੋਂ ਕੇਸ ਜਾਣਬੁੱਝ ਕੇ ਹਰਾਇਆ। ਇਹ ਤੋਂ ਸਪਸ਼ਟ ਆ। ਦੂਸਰੀ ਗੱਲ, ਬਿਜਲੀ ਸਮਝੌਤਾ ਮੰਨ ਲਓ ਅੱਜ ਕਾਂਗਰਸ ਕਹਿੰਦੀ ਹੈ ਵੀ ਅਕਾਲੀ ਦਲ ਨੇ ਗਲਤ ਕਰਤਾ, ਤੇ ਪੌਣੇ 5 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ। ਜਦੋਂ ਵੇਖੋ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਤੇ ਜਾਂਦਾ, ਕਿਤੇ ਸਰਕਾਰ ਬਦਲਦੀ ਆ, ਜੇ ਅਕਾਲੀ ਦਲ ਦੀ ਸਰਕਾਰ ਨੇ ਕੋਈ ਗਲਤੀ ਕੀਤੀ ਸੀ ਤਾਂ ਕਾਂਗਰਸ ਦੀ ਸਰਕਾਰ ਨੇ 2017 ਦੇ ਆਉਣ ਵਿੱਚ ਪਹਿਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮਤਾ ਲਿਆਉਣਾ ਸੀਗਾ, ਇਹ ਰੱਦ ਕਰਨਾ ਸੀ। ਵੱਧ ਤੋਂ ਵੱਧ ਉਹ ਕੰਪਨੀਆਂ ਹਾਈ ਕੋਰਟ ਜਾਂਦੀਆਂ, ਸੁਪਰੀਮ ਕੋਰਟ ਜਾਂਦੀਆਂ, ਚੰਗੇ ਵਕੀਲ ਖੜੇ ਕਰਕੇ ਕੇਸ ਜਿੱਤਿਆ ਜਾ ਸਕਦਾ ਸੀਗਾ। ਕਿ ਹਰ ਮਸਲੇ ਦਾ ਹੱਲ ਹੈਗਾ। ਅਸਲ ਕਾਂਗਰਸ ਇਹਦੇ ਪ੍ਰਤੀ ਸਿੰਸੀਅਰ ਨਹੀਂ। ਰਹੀ ਗੱਲ ਪਾਣੀਆਂ ਦੇ ਮੁੱਦੇ ਦੀ, ਦੇਖੋ ਕਿਸੇ ਚੀਜ਼ ਨੂੰ ਕਿਹੜੇ ਢੰਗ ਨਾਲ ਪੇਸ਼ ਕਰਨਾ ਇਹ ਰਾਜਨੀਤਿਕ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ। ਜਿਹੜਾ ਪੰਜਾਬ ਦਾ ਪਾਣੀ ਬਾਹਰਲੀਆਂ ਸਟੇਟਾਂ ਨੂੰ, ਦੂਜੀਆਂ ਸਟੇਟਾਂ ਨੂੰ ਜਾ ਰਿਹਾ ਸੀਗਾ, ਉਹ ਪਰੰਪਰਾਵਾਦੀ ਜਾ ਰਿਹਾ ਸੀਗਾ। ਇਹਨਾਂ ਨੇ ਇਹ ਮੱਦ ਉਛਾਲਤੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੇਖੋ ਜੀ ਕਾਨੂੰਨ ਪਾਸ ਕਰਤਾ ਵੀ ਹੋਰ ਪਾਣੀ ਅਸੀਂ ਇੱਕ ਵੀ ਬੂੰਦ ਨਹੀਂ ਦੇਵਾਂਗੇ। ਉਹ ਤਾਂ ਦੇ ਹੀ ਨਹੀਂ ਰਿਹਾ ਸੀ ਪੰਜਾਬ, ਤੇ ਨਾ ਹੀ ਕੋਈ ਐ ਲੈ ਸਕਦਾ ਸੀਗਾ। ਜਿਹੜਾ ਪਾਣੀ ਜਾ ਰਿਹਾ ਸੀ ਉਹ ਕਾਨੂੰਨ ਮੁਤਾਬਕ ਨਹੀਂ ਜਾ ਰਿਹਾ ਸੀ। ਉਹ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਪੱਕੀ ਮੋਹਰ ਲਾਤੀ ਵੀ ਇਹਦਾ ਦੇ ਹੀ ਕਰਾਂਗੇ। ਉਦੋਂ ਪਹਿਲਾਂ ਇਹ ਪੱਕਾ ਨਹੀਂ ਸੀਗਾ। ਹੁਣ ਉਹ ਦੂਜੀਆਂ ਸਟੇਟਾਂ ਉਹਦੀਆਂ ਹੱਕਦਾਰ ਹੋ ਗਈਆਂ। ਪੰਜਾਬ ਦੀ ਵਿਧਾਨ ਸਭਾ 'ਚ ਮਤਾ ਪਾ ਦਿੱਤਾ ਗਿਆ ਕਿ ਇਹ ਪਾਣੀ ਜਿਹੜਾ ਤੁਹਾਨੂੰ ਜਾ ਰਿਹਾ ਇਹ ਪੱਕਾ ਦਿਆ ਕਰਾਂਗੇ। ਉਦੋਂ ਪਹਿਲਾਂ ਇਹ ਨਹੀਂ ਸੀਗਾ। ਅਗੇ ਹੋਰ ਅਸੀਂ ਇੱਕ ਵੀ ਬੂੰਦ ਨਹੀਂ ਦੇਵਾਂਗੇ। ਹੋਰ ਤਾਂ ਪਹਿਲਾਂ ਵੀ ਨਹੀਂ ਦੇ ਰਹੇ ਸੀ। ਅਸਲ ਪਾਣੀ ਹੋਰ ਮੰਗ ਰਹੇ ਸੀ। ਸ਼ਾਨ ਸਾਹਿਬ ਬੇਨਤੀ ਆ, ਤੁਸੀਂ ਸਤਿਕਾਰਯੋਗ ਹੋ, ਜਿੰਨੀ ਮੇਰੀ ਉਮਰ ਆ ਉਹਨਾਂ ਤੁਹਾਡਾ ਤਜਰਬਾ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ। ਜਦੋਂ ਤੁਹਾਡੀ ਵਾਰੀ ਆਈ ਉਦੋਂ ਬੋਲਿਆ। ਇਹ ਪੰਜਾਬ ਦੀ ਕਾਂਗਰਸ ਸਰਕਾਰ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਪ੍ਰਤੀ ਬਿਲਕੁਲ ਵੀ ਸਿੰਸੀਅਰ ਨਹੀਂ, ਨਾ ਅੱਜ ਤੇ ਨਾ ਕੱਲ। ਬਹੁਤ ਜਲਦੀ ਤੁਸੀਂ ਦੇਖੋਗੇ ਗਾਂ ਕਿਹਦੀ ਸਰਕਾਰ ਆਊਗੀ, ਇਹ ਸਮੇਂ ਦੇ ਗਰਭ 'ਚ ਆ। ਪਰ ਕਾਂਗਰਸ ਨੂੰ ਇਹ ਕਿਸਾਨੀ ਮੁੱਦੇ, ਬਿਜਲੀ ਸਮਝੌਤੇ, ਇਹਨਾਂ ਵਿਸ਼ਿਆਂ ਤੇ ਪੰਜਾਬ ਦੀ ਜਨਤਾ ਬਹੁਤ ਜਲਦੀ 9 ਤੋਂ 11 ਕਰੂ। ਸ਼ਾਹ ਜੀ ਕੁਝ ਕਹਿਣਾ ਚਾਹੁੰਦੇ ਸੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਇਹਨਾਂ ਨੇ ਇਤਰਾਜ਼ ਕਿਹਾ ਜੀ, ਕਿਉਂਕਿ ਕਲੇਮ ਅਜੇ ਵੀ ਰਾਜਸਥਾਨ ਤੇ ਹਰਿਆਣਾ ਕਰ ਰਹੇ ਸੀ, ਜਿਹਨੂੰ ਕਿ ਪੱਕੀ ਵਿਧਾਨ ਸਭਾ 'ਚ ਮੋਹਰ ਲਾ ਕੇ ਉਹ ਮਸਲਾ ਹੀ ਸਮਾਪਤ ਕਰਤਾ ਵੀ ਤੁਸੀਂ ਮੰਗੋ ਚਾਹੇ ਨਾ ਮੰਗੋ, ਇਹ ਪਾਣੀ ਤੁਹਾਨੂੰ ਹੋਰ ਮਿਲਣਾ ਨਹੀਂ। ਕਿਉਂਕਿ ਪੰਜਾਬ ਪਹਿਲਾਂ ਹੀ ਪਾਣੀ ਤੁਹਾਨੂੰ ਵਾਫਰ ਦੇ ਚੁੱਕਾ ਹੈ। ਉਹਦੇ ਨਾਲ ਹੀ ਨੌਬਤ ਇਹ ਬਣ ਗਈ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਦੀ ਤੁਹਾਨੂੰ ਦੇਣ ਨੂੰ ਨਹੀਂ। ਕਿਉਂਕਿ ਉਹ ਹਰਿਆਣਾ ਅਜੇ ਵੀ ਝਾਕ ਰੱਖਦਾ ਸੀ ਕਿ ਮੈਂ ਛੋਟਾ ਭਰਾ ਜੀ ਮੈਨੂੰ ਹੋਰ ਦਿਓ। ਇਸ ਤਰ੍ਹਾਂ ਦੇ ਜਿਹੜੇ ਮਸਲੇ ਉੱਠਦੇ ਰਹਿੰਦੇ ਸੀ। ਇਹੀ ਮੇਰੇ ਵੱਲੋਂ ਤਾਂ ਕਹਿਣਾ ਹੈ ਕਿ ਉਹਦੇ ਤੇ ਜੋ ਕੈਪਟਨ ਸਾਹਿਬ ਨੇ ਉਦੋਂ ਸਟੈਂਡ ਲਿਆ ਸੀ, ਪੰਜਾਬ ਦੇ ਲੋਕਾਂ ਨੇ ਉਹਨੂੰ ਮਾਨਤਾ ਵੀ ਦਿੱਤੀ। ਇਹ ਬਹੁਤ ਵੱਡੀ ਗੱਲ ਸੀ। ਤੇ ਇਸੇ ਤਰ੍ਹਾਂ ਮੈਂ ਤਾਂ ਬਿਜਲੀ ਨਾਲ ਕੋਰਿਲੇਟ ਕੀਤਾ ਸੀ ਵੀ ਇਹ ਬਿਜਲੀ ਦਾ ਮਸਲਾ ਵੀ ਇਸ ਤਰ੍ਹਾਂ ਕਿਸੇ ਵਿਧਾਨ ਸਭਾ 'ਚ ਲੈ ਕੇ ਇਹਨੂੰ ਹੱਲ ਕੀਤਾ ਜਾ ਸਕਦਾ। ਕੋਈ ਸਮੱਸਿਆ ਐਸੀ ਨਹੀਂ ਹੁੰਦੀ ਜੇ ਸੰਵਿਧਾਨਕ ਤੌਰ ਤੇ ਗੰਢਾਂ ਦਿੱਤੀਆਂ ਜਾ ਸਕਦੀਆਂ, ਸੰਵਿਧਾਨਕ ਤੌਰ ਤੇ ਖੋਲ੍ਹੀਆਂ ਵੀ ਜਾ ਸਕਦੀਆਂ। ਮੇਰੇ ਵੱਲੋਂ ਤਾਂ ਇਹੀ ਕਹਿਣਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਰੀਆਂ ਪਾਰਟੀਆਂ ਲਈ ਇੱਕ ਬਹੁਤ ਚੁਣੌਤੀ ਭਰਿਆ। ਇਕੱਲੇ ਇਹੀ ਮਸਲੇ ਨਹੀਂ, ਪੰਜਾਬ ਦੇ ਹੋਰ ਬਹੁਤ ਵੱਡੇ ਮਸਲੇ ਆ ਜਿਨ੍ਹਾਂ ਤੇ ਪੰਜਾਬ ਦੇ ਲੋਕਾਂ ਨੇ ਹੁਣੇ ਤੋਂ ਜਿਹੜੀ ਆਪਣੀ ਪੈਣੀ ਨਜ਼ਰ ਰੱਖੀ ਹੋਈ ਹੈ। ਉਹ ਵੀ ਸਾਡੇ ਕੋਲੇ ਪੰਜਾਬ ਦੇ ਲੋਕਾਂ ਨੂੰ ਫੇਸ ਕਰਨੇ ਪੈਣੇ ਆ, ਸਿਆਸੀ ਲੋਕਾਂ ਨੂੰ ਫੇਸ ਕਰਨੇ ਪੈਣੇ ਆ। ਇਹ ਠੀਕ ਹੈ ਐਂਟੀ ਇਨਕਮੈਂਸੀ ਚੱਲ ਰਹੀਆਂ ਸਰਕਾਰਾਂ ਦੇ ਖਿਲਾਫ ਹੁੰਦੀ ਹੈ, ਤੇ ਉਹਦੇ ਲਈ ਲੋਕ ਆ ਜਿਹੜੇ ਉਹ ਅੱਜ ਪੰਜਾਬ ਦੇ ਨਹੀਂ ਸਮੁੱਚੇ ਦੇਸ਼ ਦੇ ਲੋਕ ਹੀ ਆ ਅੱਗੇ ਨਾਲੋਂ ਨੈਟ ਨਾਲ ਜੁੜ ਕੇ, ਮੀਡੀਆ ਨਾਲ ਜੁੜ ਕੇ ਉਹ ਅੱਗੇ ਨਾਲੋਂ ਬਹੁਤ ਵੱਡੇ ਪੱਧਰ ਤੇ ਆ ਆਪਣੀ ਵੋਟ ਦਾ ਚੰਗੀ ਤਰ੍ਹਾਂ ਇਸਤੇਮਾਲ ਕਰਨ ਵਾਸਤੇ ਉਹਨਾਂ ਨੂੰ ਸਮਝਿਆ। ਹੁਣ ਅੱਜ ਉਹ ਲੋਕ ਨਹੀਂ ਰਹਿ ਗਏ ਕਿ ਜਿੱਧਰ ਨੂੰ ਕਿਹਾ ਨੰਬਰਦਾਰ ਉਧਰ ਨੂੰ ਗਿਆ ਸਾਰਾ ਆਵਾਮ। ਉਹ ਅੱਜ ਕੱਲ੍ਹ ਪਿੰਡਾਂ 'ਚ ਉਹ ਗੱਲ ਨਹੀਂ ਚੱਲਣੀ, ਕਿਉਂਕਿ ਜੇ ਪਿੰਡ ਦੀਆਂ 4 ਵੋਟਾਂ ਨਾ ਕਿਸੇ ਪਰਿਵਾਰ ਦੀਆਂ, ਤੇ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਉਹ ਆਪਦੀ ਵੋਟ ਸੋਚ ਕੇ ਪਾਉਂਦਾ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕਾਂਗਰਸ ਪਾਰਟੀ ਨੇ ਖਾਸ ਤੌਰ ਤੇ ਕਿਸਾਨੀ ਦੇ ਜਿਹੜੇ ਇੱਕ ਬਹੁਤ ਵੱਡਾ ਮਸਲਾ ਸੀ ਕਿ ਅੱਜ ਤੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜ ਦੇ ਜਿਹੜੇ ਹੁੰਦੇ ਸੀਗੇ ਕਰਜ਼ਾ,
ਉਹਦੇ ਤੇ ਇੱਕ ਲੀਕ ਫੇਰ ਦਿੱਤੀ ਜਾਂਦੀ ਸੀ 50,000 ਕਰੋੜ ਦਾ, 20,000 ਕਰੋੜ ਦਾ, ਤੇ ਕਿਸਾਨ ਦਾ ਕਦੇ 20,000 ਰੁਪਇਆ ਵੀ ਮਾਫ ਨਹੀਂ ਸੀ ਹੋਇਆ। ਸਰ ਛੋਟੂ ਰਾਮ ਤੋਂ ਲੈ ਕੇ ਜੇ ਬਾਅਦ ਚ ਕਿਸੇ ਨੇ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੇ ਵੱਲ ਕੇਵਲ ਤੇ ਕੇਵਲ ਧਿਆਨ ਹੀ ਨਹੀਂ ਦਿੱਤਾ। ਜਿਹੜਾ ਸੈਂਕੜੇ ਕਰੋੜ ਰੁਪਇਆ ਪੰਜਾਬ ਦਾ ਕਿਸਾਨਾਂ ਦਾ ਮਾਫ ਕੀਤਾ, ਮਜ਼ਦੂਰਾਂ ਦਾ ਵੀ ਮਾਫ ਕੀਤਾ, ਜਿਹਦੇ ਨਾਲ ਵੱਡੇ ਪੱਧਰ ਦੇ ਪਿੰਡਾਂ 'ਚ ਇੱਕ ਗੱਲ ਗਈ ਹੈ ਕਿ ਜੇ ਕਿਸਾਨੀ ਦੇ ਮਸਲੇ ਤੇ ਕੋਈ ਕਰਜ਼ੇ ਦੀ ਗੱਲ ਤੋਰੀ ਸੀ ਕਿਸੇ ਪਾਰਟੀ ਨੇ ਤਾਂ ਕੇਵਲ ਕਾਂਗਰਸ ਪਾਰਟੀ ਨੇ ਸੀ ਜਿਹਦੇ ਤੇ ਅਮਲ ਕੀਤਾ। ਪੰਜਾਬ ਦਾ ਜਿਹੜਾ ਐਡਾ ਬਜਟ ਨਹੀਂ ਕਿ ਜਿਹਦੇ ਵਿੱਚੋਂ ਅਸੀਂ ਇੰਨਾ ਖਰਚ ਕੱਢ ਕੇ, ਇੰਨਾ ਬਾਫਰ ਮਾਲੀਆ ਕੱਢ ਕੇ ਪੰਜਾਬ ਦੀ ਸਾਰੀ ਕਿਸਾਨੀ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਵੇ। ਇਹ ਪੜਾਅਦਾਰ ਪੜਾਅ ਹੀ ਹੋਣਾ ਹੈ, ਲੇਕਿਨ ਚੰਗੀ ਇੱਕ ਸ਼ੁਰੂਆਤ ਹੈ। ਚੰਗੀ ਸ਼ੁਰੂਆਤ ਦਾ ਸਵਾਗਤ ਸਾਨੂੰ ਸਾਰਿਆਂ ਨੂੰ ਕਰਨਾ ਬਣਦਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਸਰਕਾਰਾਂ ਘੱਟੋ ਘੱਟ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਇਹਦੇ ਵੀ ਕਰਜ਼ਿਆਂ ਦੀ ਜਿਹੜੀ ਭਾਰੀ ਪੰਡ ਹੈ ਉਹਦੇ ਤੇ ਇੱਕ ਜਖਤ ਮੁਕਤ ਜਿਹੜੀ ਹੈ ਲੀਕ ਫੇਰਨ ਦਾ ਯਤਨ ਕਰਨ। ਇਹ ਜਿਹੜੀ ਘੱਟੋ ਘੱਟ ਪਰੰਪਰਾ ਤੋਰੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਤੋਰੀ ਹੈ, ਇਹਨੂੰ ਲਾਗੂ ਰੱਖਣਾ ਚਾਹੀਦਾ। ਬਲਵਿੰਦਰਪਾਲ ਹੈਪੀ ਜੀ, ਤੁਸੀਂ ਕੀ ਕਹੋਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫੀ ਬਾਰੇ ਸ਼ਾਮ ਜੀ ਨੇ ਗੱਲ ਕੀਤੀ ਹੈ? ਦੇਖੋ ਜੀ ਸਾਧਾਰਨ ਜੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਬਹੁਤ ਵੱਡੇ ਵਾਅਦੇ ਕੀਤੇ ਸੀ। ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਕਿਸਾਨ ਦੇ ਸਿਰ ਹਰ ਇੱਕ ਕਿਸਮ ਦਾ ਕਰਜ਼ਾ ਹੋਊਗਾ ਜਿਹੜਾ ਉਹ ਮਾਫ ਕੀਤਾ ਜਾਊਗਾ। ਪਰ ਮੈਂ ਸਮਝਦਾ ਜਿਹੜਾ ਇਹਨਾਂ ਨੇ ਕੀਤਾ ਇਹ ਇੱਕ ਉੱਠ ਤੋਂ ਛਾਣ ਨਹੀਂ ਲਾਉਣ ਵਾਲਾ ਕੰਮ ਕੀਤਾ ਕਿ ਜੇ ਥੋੜਾ ਕਰਜ਼ਾ ਕਿਸੇ ਦਾ ਮਾਫ ਕਰਤਾ, ਜਿਹੜੇ ਆਪਦੇ ਚਹੇਤਿਆਂ ਦਾ ਕਿਸੇ ਇੱਕ ਪਿੰਡ 'ਚੋਂ ਜੇ ਇੱਕ ਘਰ ਦਾ ਕਰਤਾ, ਮੈਂ ਇਹਨੂੰ ਕੋਈ ਇਹ ਨਹੀਂ ਮੰਨਦਾ ਵੀ ਕੈਪਟਨ ਸਰਕਾਰ ਨੇ ਜਿਹੜਾ ਕਰਜ਼ਾ ਮਾਫ ਕਰਤਾ। ਇਹ ਤਾਂ ਸਿਰਫ ਮੈਂ ਦੁਬਾਰਾ ਫਿਰ ਰਿਪੀਟ ਕਰਨ ਲੱਗਿਆ ਵੀ ਉੱਠ ਤੋਂ ਛਾਣ ਨਹੀਂ ਲਾਉਣ ਵਾਲਾ ਕੰਮ ਕੀਤਾ ਇਹਨਾਂ ਨੇ। ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਾਂਗਰਸ ਸਰਕਾਰ ਦੀ। ਖੋਸਾ ਜੀ, ਆਮ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਰਜ਼ੇ ਮਾਫੀ ਦਾ ਜਿਹੜਾ ਮੁੱਦਾ ਹੈ, ਭਾਵੇਂ ਅਕਾਲੀ ਸਰਕਾਰ ਹੋਵੇ ਭਾਵੇਂ ਕਾਂਗਰਸ ਸਰਕਾਰ ਹੋਵੇ, ਜਿਹੜਾ ਕਰਜ਼ਾ ਮਾਫ ਕੀਤਾ ਜਾਂਦਾ ਉਹ ਡਿਫਾਲਟਰਾਂ ਦਾ ਕੀਤਾ ਜਾਂਦਾ, ਜਿਹੜੇ ਮਤਲਬ ਕਰਜ਼ਾ ਨਹੀਂ ਤਾਰਦੇ। ਉਹ ਜਿਹੜਾ ਕਰਜ਼ਾ ਰੈਗੂਲਰ ਤਾਰ ਰਹੇ ਹੈ ਉਹਨਾਂ ਦਾ ਕਦੇ ਕਿਸੇ ਸਰਕਾਰ ਨੇ ਮੁਆਫ ਨਹੀਂ ਕੀਤਾ। ਤੇ ਇਹਦੇ ਨਾਲ ਇਹ ਨਹੀਂ ਲੱਗਦਾ ਕਿ ਜਿਹੜੇ ਬੰਦੇ ਕਰਜ਼ਾ ਡਿਫਾਲਟਰ ਹੈ, ਜਿਹੜੇ ਬੰਦੇ ਕਰਜ਼ਾ ਲੈ ਕੇ ਨਹੀਂ ਤਾਰਦੇ, ਉਹਨਾਂ ਦਾ ਰੁਝਾਨ ਵੱਧ ਹੈ ਕਿ ਮਾਫ ਤਾਂ ਹੋ ਹੀ ਜਾਣਾ, ਚਲੋ ਨਾ ਤਾਰੋ। ਸਾਧਾਵਾਲੀ ਸਾਹਿਬ, ਜਿਹੜੀ ਤਾਂ ਹੈਗੀ ਆ ਜਿਹੜੇ ਕਰਜ਼ਾ ਤਾਰ ਰਹੇ ਆ ਵੀ ਉਹਨਾਂ ਦਾ ਮਾਫ ਨਹੀਂ ਹੁੰਦਾ, ਡਿਫਾਲਟਰਾਂ ਦਾ ਮਾਫ ਕੀਤਾ ਜਾਂਦਾ। ਇਹਦੇ 'ਚ ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਸਪਸ਼ਟ ਕਰਦਾ, ਲੋਕ ਕਿਸਾਨੀ ਦੇ ਜਿੰਨਾ ਮਰਜ਼ੀ ਤਵਾ ਲਾਈ ਜਾਣ, ਕਿਸਾਨ ਬਿਲਕੁਲ ਵੀ ਕਰਜ਼ਾ ਚੱਕ ਕੇ ਰਾਜੀ ਨਹੀਂ। ਉਹ ਜਮਾ ਅਖੀਰ ਤੇ ਕਰਜ਼ਾ ਚੱਕਦਾ ਜੀ। ਜਿਹੜੀ ਗੱਲ ਹੈ ਇਹ ਅਕਾਲੀ ਦਲ ਤੇ ਕਾਂਗਰਸ ਦੀ ਕਰਜ਼ਾ ਮਾਫੀ ਦੀ ਰਾਜਨੀਤੀ ਦੀ ਆ। ਦੇਖੋ 2017 ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ ਸੀ, ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਪਾਈ ਸੀ ਜੀ। ਉਹ ਇਸ ਕਰਕੇ ਵੀ ਸਾਬਕਾ ਮਿਲਟਰੀ ਮੈਨ ਆ, ਵੀ ਜ਼ਬਾਨ ਦਾ ਪੱਕਾ ਹੈ, ਜਿਹੜੀ ਗੱਲ ਕਹਿ ਦਿੰਦਾ ਹੈ ਭਾਈ ਕਰੂਗਾ। ਤੇ ਉਹਨਾਂ ਨੇ ਪਬਲਿਕਲੀ, ਵੇਖੋ ਸਾਰਿਆਂ ਦੇ ਕੋਲੇ ਵੀਡੀਓ, ਵੀ ਮੈਂ ਤੁਹਾਡਾ ਸਾਰਾ ਕਰਜ਼ਾ ਮਾਫ ਕਰਦਾ, ਆੜਤੀਆਂ ਦਾ ਵੀ ਤੁਹਾਡਾ ਕਰਜ਼ਾ ਮਾਫ ਕਰਦਾ, ਮੈਂ ਬੈਂਕਾਂ ਦਾ ਵੀ ਕਰਜ਼ਾ ਮਾਫ ਕਰੂੰਗਾ, ਮੈਂ ਸੁਸਾਇਟੀਆਂ ਦਾ ਕਰਜ਼ਾ ਵੀ ਮਾਫ ਕਰੂੰ। ਕੀਤਾ ਕੀ? ਉਸ ਸਮੇਂ 90,000 ਕਰੋੜ ਜਿਹੜਾ ਕਿਸਾਨੀ ਦੇ ਸਿਰ ਤੇ ਕਰਜ਼ਾ ਸੀਗਾ, ਜਿਹੜਾ ਹੁਣ ਵੱਧ ਕੇ 1 ਲੱਖ ਤੋਂ ਟੱਪ ਚੁੱਕਿਆ ਜੀ। 5 ਸਾਲਾਂ 'ਚ ਪੰਜਾਬ ਦੀ ਕਾਂਗਰਸ ਸਰਕਾਰ ਨੇ 7,000 ਕਰੋੜ ਕਰਜ਼ਾ ਮਾਫ ਕੀਤਾ, ਜਿਹੜਾ ਵਿਆਜ ਤੋਂ ਵੀ ਘੱਟ ਰਹਿ ਗਿਆ। ਮੈਨੂੰ ਦੱਸੋ ਫਿਰ ਮਾਫ ਕੀ ਕੀਤਾ ਹੋਇਆ? ਜੇ 90,000 ਤੋਂ ਵੱਧ ਕੇ ਲੱਖ ਹੋ ਗਿਆ ਤੇ ਫਿਰ ਉਹ 7,000 ਮਾਫ ਕੇ, ਜਿਹੜੀ ਇਹ ਗਤੀ ਦੇ ਨਾਲ ਇਹ ਕਰਜ਼ਾ ਮਾਫ ਕਰ ਰਹੇ, ਇਸ ਤਰ੍ਹਾਂ ਦਾ 60 ਸਾਲ ਲੱਗਣਗੇ ਕਰਜ਼ਾ ਮਾਫ ਕਰਨ ਤੇ, ਜਿਹੜੇ ਤਰੀਕੇ ਨੇ ਇਹ ਕਰਜ਼ਾ ਮਾਫ ਕਰ ਰਹੇ। ਜਾਂ ਕਹਿਣਾ ਨਹੀਂ ਚਾਹੀਦਾ ਸੀ, ਜੇ ਕਿਹਾ ਸੀ ਤੇ ਉਹਨੂੰ ਪੂਰਾ ਕਰਦੇ। ਇਹ ਕੋਈ ਤਰੀਕਾ ਨਹੀਂਗਾ। ਉਹਦੇ ਨਾਲ ਬੜੀਆਂ ਵੱਡੀਆਂ ਸਮੱਸਿਆਵਾਂ ਪੈਦਾ ਹੋਈਆਂ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਜਿਹੜੇ ਸਧਾਰਨ ਕਿਸਾਨ ਸੀ, ਜਦੋਂ ਬੈਂਕਾਂ ਵਾਲੇ ਉਹਨਾਂ ਕੋਲੇ ਜਾਂਦੇ ਸੀ, ਤੁਹਾਡੇ ਵੀ ਧਿਆਨ 'ਚ ਆਇਆ ਹੋਣਾ, ਮੇਰੇ ਵੀ ਧਿਆਨ 'ਚ ਆਇਆ, ਹਰ ਇੱਕ ਸਧਾਰਨ ਤੋਂ ਸਧਾਰਨ ਕਿਸਾਨ ਵੀ ਬੈਂਕ ਮੈਨੇਜਰ ਦੇ ਗਲ ਪੈਣ ਤੱਕ ਗਿਆ ਵੀ ਤੂੰ ਕਰਜ਼ਾ ਦੀ ਸਾਨੂੰ ਕਿਸ਼ਤ ਭਰਨ ਨੂੰ ਕਹਿੰਦਾ, ਵੀ ਸਾਡਾ ਤਾਂ ਕੈਪਟਨ ਸਾਹਿਬ ਨੇ ਮਾਫ ਕਰਤਾ। ਪਰ ਅਸਲ ਦੇ ਵਿੱਚ ਜ਼ਬਾਨੀ ਕਲਾਮੀ ਮਾਫ ਕੀਤਾ ਗਿਆ ਸੀਗਾ, ਕਾਨੂੰਨ ਦੇ ਮੁਤਾਬਕ ਨਹੀਂ ਕੀਤਾ ਗਿਆ ਸੀ। ਇਹ ਬਹੁਤ ਮਾੜੀ ਗੱਲ ਕੀਤੀ ਹੈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਨੇ, ਲੋਕਾਂ ਨੂੰ ਗੁੰਮਰਾਹ ਕੀਤਾ। ਇੱਦਾਂ ਕਿਸੇ ਵੀ ਪਾਰਟੀ ਨੂੰ ਨਹੀਂ ਕਰਨਾ ਚਾਹੀਦਾ। ਜੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਜੋ ਕਰ ਸਕਦਾ ਉਹੀ ਕਹੇ, ਜੋ ਕਾਂਗਰਸ ਕਰ ਸਕਦੀ ਉਹੀ ਕਹੇ। ਅਸਲ 'ਚ ਜਿਹੜਾ ਚੋਣ ਮੈਨੀਫੈਸਟੋ ਆ ਉਹ ਇੱਕ ਸਿਰਫ ਵਿਖਾਵੇ ਲਈ ਬਣਾ ਦਿੱਤਾ ਜਾਂਦਾ। ਇਹ
ਕਾਨੂੰਨੀ ਤੌਰ ਤੇ ਉਹਦੇ ਵਿੱਚ ਜਿਹੜੀ ਮਦ ਲਿਖੀ ਗਈ ਆ, ਜੇ ਉਹ ਮਿਨੀਮਮ 3 ਮਹੀਨੇ ਮੈਕਸਿਮਮ 6 ਮਹੀਨੇ ਦੇ ਅੰਦਰ ਸਰਕਾਰ ਨਹੀਂ ਪੂਰਾ ਕਰਦੀ, ਜਿਹੜੇ ਵਾਅਦੇ ਕਰਕੇ ਉਹਨਾਂ ਨੇ ਸਰਕਾਰ ਬਣਾਈ ਆ, ਕੋਈ ਇੱਦਾਂ ਦਾ ਕਾਨੂੰਨ ਬਣਨਾ ਚਾਹੀਦਾ ਵੀ ਉਹ ਜਿਹੜੀ ਸਰਕਾਰ ਆ ਉਹ ਭੰਗ ਹੋਣੀ ਚਾਹੀਦੀ ਹੈ। ਵਾਅਦੇ ਕਿਉਂ ਕੀਤੇ ਗਏ, ਚੋਣ ਮੈਨੀਫੈਸਟੋ ਕਿਉਂ ਦਿੱਤਾ ਗਿਆ? ਜੇ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਤੇ ਲਕੀਰ ਮਾਰਨ ਨੂੰ ਕਿਹਾ ਸੀ ਤੇ ਲਕੀਰ ਮਾਰਨੀ ਚਾਹੀਦੀ ਸੀ। ਇਹ 7000 ਕਰੋੜ ਕਰਜ਼ਾ ਮਾਫ ਕਰਕੇ ਇਹ ਆਪਦੇ ਆਪ ਨੂੰ ਬੜੇ ਬਾਹੂਬਲੀ ਸਮਝਦੇ ਆ, ਇਹ ਬਹੁਤ ਮਾੜੀ ਗੱਲ ਹੈ। ਬਲਵਿੰਦਰਪਾਲ ਸਿੰਘ ਹੈਪੀ ਜੀ, ਤੁਹਾਡੇ ਤੱਕ ਆਉਣੇ ਆ ਕਿ ਜਿਹੜੇ ਬਿਜਲੀ ਦਾ ਮੁੱਦਾ ਤੇ ਕਰਜ਼ਿਆਂ ਦਾ ਮੁੱਦਾ, ਸਭ ਤੋਂ ਪਹਿਲਾਂ ਆਪਾਂ ਬਿਜਲੀ ਦੇ ਜਿਹੜੇ ਸਮਝੌਤਿਆਂ ਦੀ ਗੱਲ ਕਰਦੇ ਹਾਂ ਕਿ ਅਕਾਲੀ ਸਰਕਾਰ ਨੇ ਕੀਤੇ ਸਮਝੌਤੇ, ਜਿਹਦੇ ਕਿ ਪੂਰੇ ਪੰਜਾਬ ਵੱਲੋਂ ਵਿਰੋਧ ਕੀਤਾ ਜਾ ਰਿਹਾ। ਤੇ ਜੇ ਤੁਹਾਡੀ ਸਰਕਾਰ ਬਣਦੀ ਹੈ, ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤੇ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਹੀ ਪਹਿਲਾਂ ਸਮਝੌਤੇ ਕੀਤੇ ਹੈ, ਕੀ ਤੁਸੀਂ ਕੰਟੀਨਿਊ ਰੱਖੋਗੇ? ਕੀ ਸਟੈਂਡ ਹੋਏਗਾ ਅਕਾਲੀ ਦਲ ਦਾ ਜਿਹੜਾ? ਇਹ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹਦੇ ਬਾਰੇ ਸੋਚਿਆ ਜਾ ਸਕਦਾ ਵੀ ਕੀ ਕਰਨਾ। ਇਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਦੋਂ 2022 ਚ ਮੁੱਖ ਮੰਤਰੀ ਬਣਨਗੇ, ਉਹ ਫੈਸਲਾ ਲੈਣਗੇ। ਕਿ ਹੁਣ ਤੁਹਾਨੂੰ ਲੋਕ ਲਗਾਤਾਰ ਸਵਾਲ ਕਰ ਰਹੇ ਆ, ਲੋਕਾਂ 'ਚ ਇਸ ਵਾਰ ਜਿਹੜਾ ਕਿਸਾਨ ਸੰਘਰਸ਼ ਹੈ, ਉਹਨੇ ਨਵੀਂ ਚੇਤਨਾ ਲਿਆਂਦੀ ਹੈ ਕਿ ਹੁਣ ਹਰ ਪਿੰਡ 'ਚ ਜਦੋਂ ਜਾਂਦੀਆਂ ਪੋਲੀਟੀਕਲ ਪਾਰਟੀਆਂ, ਸਭ ਤੋਂ ਵੱਧ ਸਵਾਲ ਹੁੰਦੇ ਆ, ਸਭ ਤੋਂ ਵੱਧ ਸਵਾਲ ਇਸੇ ਮੁੱਦੇ ਤੇ ਅਕਾਲੀ ਦਲ ਨੂੰ ਹੁੰਦੇ ਆ। ਤੇ ਸਰਕਾਰ ਬਣੂਗੀ ਤਾਂ ਜੇ ਤੁਸੀਂ ਲੋਕਾਂ ਦੇ ਜਵਾਬ ਦਿਓਗੇ। ਜੇ ਹਜੇ ਤੱਕ ਤੁਹਾਡੇ ਕੋਲੇ ਜਵਾਬ ਨਹੀਂ ਇਸ ਮੁੱਦੇ ਤੇ ਕੋਈ, ਤੇ ਲੋਕ ਤੁਹਾਡੀ ਸਰਕਾਰ ਕਿਵੇਂ ਬਣਾਉਣਗੇ? ਸਭ ਤੋਂ ਵੱਧ ਸਵਾਲ ਉਸੇ ਪਾਰਟੀ ਨੂੰ ਹੁੰਦੇ ਆ ਜਿਨ੍ਹਾਂ ਦੀ ਸਰਕਾਰ ਆਉਣ ਦੀ ਉਮੀਦ ਹੁੰਦੀ ਹੈ। ਹੁਣ ਸਾਰੇ ਲੋਕ ਹੈ ਜਿਹੜੇ ਉਹ ਕਾਂਗਰਸ ਦੇ ਸਰਕਾਰ ਦੇ ਵੱਲੋਂ ਪੂਰੇ ਔਖੇ ਹੋ ਚੁੱਕੇ ਆ। ਜਿਹੜੇ ਪੰਜਾਬ ਦੀ ਜਨਤਾ ਹੈ ਉਹ ਇਹ ਕਹਿਣ ਵਾਸਤੇ ਮਜਬੂਰ ਹੋ ਗਈ ਹੈ ਵੀ ਕਾਂਗਰਸ ਨੇ ਤਾਂ ਕੀਤਾ ਕੁਛ ਨਹੀਂ, ਇਦੋਂ ਤਾਂ ਅਕਾਲੀ ਦਲ ਚੰਗਾ ਸੀ। ਹੁਣ ਜਿਹੜਾ ਹੈਗਾ ਲੋਕਾਂ ਨੇ ਪੂਰਾ ਮਨ ਬਣਾਈ ਬੈਠੇ ਆ ਵੀ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਸਾਡੀ ਬਿਜਲੀ ਵੀ ਸਸਤੀ ਹੋਊਗੀ। ਤਾਂ ਜਿਹੜੇ 3 ਕਾਲੇ ਕਾਨੂੰਨ ਹੈ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਐਲਾਨ ਕਰ ਚੁੱਕੇ ਆ ਵੀ ਜਦੋਂ 2022 ਚ ਅਕਾਲੀ ਦਲ ਦੀ ਸਰਕਾਰ ਬਣੀ, ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ, ਸਭ ਤੋਂ ਪਹਿਲਾ ਜਿਹੜਾ ਕੰਮ ਹੋਊਗਾ ਉਹ ਤਿੰਨੇ ਜਿਹੜੇ ਕਿਸਾਨੀ ਬਿੱਲ ਹੈ ਇਹਨੂੰ ਰੱਦ ਕਰਨ ਦਾ ਹੋਊਗਾ ਤੇ ਬਿਜਲੀ ਘੱਟੋ ਘੱਟ ਅੱਧ ਰੇਟ ਤੇ ਦਿੱਤੀ ਜਾਊਗੀ। ਹੈਪੀ ਜੀ ਤੇ ਅਜੀਤ ਸਿੰਘ ਸ਼ਾਨ ਜੀ, ਤੁਸੀਂ ਦੋਨੋਂ ਜਿਹੜੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪ੍ਰਤੀਨਿਧੀ ਹੋ, ਤੇ ਹਲਕਾ ਨਿਹਾਲ ਸਿੰਘ ਵਾਲਾ ਜਿਵੇਂ ਸਟੇਟ ਲੈਵਲ ਤੇ ਅਕਾਲੀ ਦਲ 'ਚ ਵੀ ਕੁਝ ਪ੍ਰੋਬਲਮ ਚੱਲ ਰਹੀ ਹੈ, ਵਿਵਾਦ ਚੱਲ ਰਿਹਾ ਸੀਟਾਂ ਨੂੰ ਲੈ ਕੇ। ਜਿਵੇਂ ਸਿਕੰਦਰ ਸਿੰਘ ਮਲੂਕਾ ਨੇ ਆਪਦੀ ਐਕਸੈਪਟ ਕਰਨ ਜਵਾਬ ਦਿੱਤਾ, ਜਿਹੜੇ ਉਹਨਾਂ ਨੂੰ ਅਨਾਉਂਸ ਕੀਤਾ ਜੀ ਕੈਂਡੀਡੇਟ, ਉਹਨਾਂ ਨੇ ਕਹਿਤਾ ਕਿ ਮੈਂ ਇਲੈਕਸ਼ਨ ਨਹੀਂ ਲੜੂੰਗਾ ਕਿਉਂਕਿ ਜਗਮੀਤ ਸਿੰਘ ਬਰਾੜ ਨੂੰ ਜਿਹੜੇ ਮੋੜ ਤੋਂ ਅਨਾਉਂਸ ਕਰਤਾ ਹੈ ਕਿ ਜਦ ਕਿ ਮੋੜ ਤੋਂ ਸਿਕੰਦਰ ਸਿੰਘ ਮਲੂਕਾ ਚਾਹੁੰਦੇ ਸੀ। ਇਵੇਂ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਨਵਜੋਤ ਸਿੱਧੂ ਵਿਚਾਲੇ ਕਸ਼ਮਕਸ਼ ਚੱਲੀ ਜਾਂਦੀ ਹੈ। ਇਵੇਂ ਤੁਹਾਡੇ ਹਲਕੇ 'ਚ ਵੀ ਤੁਹਾਡੇ ਦੋਨਾਂ ਪਾਰਟੀਆਂ ਦੇ ਜਿਹੜੇ ਹੈਗੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲਈ ਲੀਡਰ ਜ਼ੋਰ ਲਾ ਰਹੇ ਨੇ। ਪਹਿਲਾਂ ਹੈਪੀ ਜੀ ਤੁਹਾਡੇ ਤੋਂ ਜਵਾਬ ਮੰਗਦੇ ਆ ਕਿ ਇਹ ਕੀ ਪੋਜੀਸ਼ਨ ਹੈ ਤੁਹਾਡੇ ਹਲਕੇ? ਸਾਡੇ ਦੇਖੋ 2019 ਤੋਂ ਪਹਿਲਾਂ ਇਹ ਹਲਕਾ ਖਾਲੀ ਪਿਆ ਸੀ, ਇੱਥੇ ਕੋਈ ਹਲਕਾ ਇੰਚਾਰਜ ਨਹੀਂ ਸੀ। 2017 ਦੇ ਵਿੱਚ ਸਾਡੇ ਜਗਰਾਉਂ ਤੋਂ SR ਕਲੇਰ, ਉਹਨਾਂ ਨੂੰ ਪਾਰਟੀ ਨੇ ਇੱਥੋਂ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਸੀ ਤੇ ਉਹ ਇਲੈਕਸ਼ਨ ਹਾਰ ਗਏ। ਉਹਨਾਂ ਨੇ ਪਾਰਟੀ ਨੂੰ ਬੇਨਤੀ ਕਰਕੇ ਹਾਈ ਕਮਾਂਡ ਨੂੰ ਉਹ ਵਾਪਸ ਜਗਰਾਉਂ ਚਲੇ ਗਏ। ਕਲੇਰ ਸਾਹਿਬ ਦੇ ਵਾਪਸ ਜਾਣ ਨਾਲ ਇਹ ਹਲਕਾ ਖਾਲੀ ਹੋ ਗਿਆ। ਉਦੋਂ ਬਾਅਦ 2017 ਤੋਂ ਬਾਅਦ 2019 ਦੇ ਵਿੱਚ ਲੋਕ ਸਭਾ ਇਲੈਕਸ਼ਨ ਆ ਗਈ। ਉਦੋਂ ਇਲੈਕਸ਼ਨ ਲੜਿਆ ਇੱਥੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਗੁਰਜਾਰ ਸਿੰਘ ਰਾਣੀਕੇ ਨੇ। ਉਦੋਂ ਜਥੇਦਾਰ ਤੋਤਾ ਸਿੰਘ ਜੀ ਹੋਣਾ ਨੇ ਸਾਰੇ ਮੌਕੇ ਦੀ ਜ਼ਿਲ੍ਹਾ ਜਥੇਬੰਦੀ ਨੇ ਸਲਾਹ ਕੀਤੀ ਵੀ ਨਿਹਾਲ ਸਿੰਘ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਾਸਤੇ ਹਲਕਾ ਚਲਾਉਣ ਵਾਸਤੇ ਕੋਈ ਨਾ ਕੋਈ ਹਲਕਾ ਇੰਚਾਰਜ ਲਾਇਆ ਜਾਵੇ। 2019 ਦੇ ਵਿੱਚ ਫਿਰ ਭੁਪਿੰਦਰ ਸਿੰਘ ਸਾਹੋਕੇ ਨੂੰ ਹਲਕਾ ਇੰਚਾਰਜ ਲਗਾਇਆ ਗਿਆ। ਸੋ ਲੋਕ ਸਭਾ ਇਲੈਕਸ਼ਨ ਹੋਇਆ, ਉਦੋਂ ਬਾਅਦ ਉਹ ਉਵੇਂ ਨਿਰੰਤਰ ਸੇਵਾਵਾਂ ਲੋਕਾਂ ਨੂੰ ਦਿੰਦਾ ਰਿਹਾ ਤੇ ਚੱਲੀ ਗਿਆ। ਉਦੋਂ ਬਾਅਦ ਹੁਣ ਕੀ ਹੋਇਆ, ਲੋਕਾਂ ਨੇ ਨਿਹਾਲ ਸਿੰਘ ਵਾਲੇ ਦੀ ਜਿਹੜੀ ਇੱਕ ਹੈਗੀ ਹੈ ਕਹਾਵਤ ਹੈ, ਨਿਹਾਲ ਸਿੰਘ ਵਾਲੇ ਹਲਕੇ ਦੇ ਜਿਹੜੇ ਲੋਕ ਹੈ, ਵੋਟਰ ਹੈ, ਉਹ ਬਾਹਰੀ ਉਮੀਦਵਾਰ ਨੂੰ ਕਦੇ ਪਸੰਦ ਨਹੀਂ ਕਰਦੇ, ਨਾ ਬਾਹਰੀ ਉਮੀਦਵਾਰ ਨੂੰ ਕਦੇ ਉਹਨਾਂ ਨੇ ਕਾਮਯਾਬ ਹੋਣ ਦਿੱਤਾ। ਇਹਦੀਆਂ ਪਹਿਲਾਂ ਬਹੁਤ ਉਦਾਹਰਨਾਂ ਹੈਗੀਆਂ। ਹੁਣ ਭੁਪਿੰਦਰ ਸਿੰਘ ਸਾਹੋਕੇ ਦਾ ਜਿਹੜਾ ਰਹਿਸ਼ੀ ਪਿੰਡ ਆ, ਜਿਹੜਾ ਉਹ ਹੈਗਾ ਹਲਕਾ ਬਾਘੇ ਪੁਰਾਣੇ ਦੇ ਵਿੱਚ ਸਾਹੋਕੇ ਪਿੰਡ, ਉਹਦੀ ਜਿਹੜੀ ਰਿਹਾਇਸ਼ ਆ ਉਹ ਮੋਗੇ ਆ। ਇਸ ਕਰਕੇ ਲੋਕਾਂ ਨੇ ਉਹਦੇ ਖਿਲਾਫ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰ ਹਾਈ ਕਮਾਂਡ ਨੇ ਫੈਸਲਾ ਕੀਤਾ ਵੀ ਇੱਥੋਂ ਕੈਂਡੀਡੇਟ ਬਦਲਿਆ ਜਾਵੇ। ਫਿਰ ਉਸ ਤੋਂ ਬਾਅਦ
ਕਈ ਕੈਂਡੀਡੇਟ ਜਿਹੜੇ ਹੈਗੇ ਦਾਅਵੇਦਾਰ ਖੜੇ ਹੋ ਗਏ ਆ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਤੇ ਤੁਸੀਂ ਮਾਲਵਾ ਦੇ ਪੂਰੇ ਮਾਲਵਾ ਇੰਚਾਰਜ ਹੋ, ਜਿਹੜੇ ਐਸਸੀ ਵਿੰਗ ਦੇ ਇੰਚਾਰਜ ਹੋ, ਮਾਲਵੇ ਦੀ ਪ੍ਰਤੀਨਿਧਤਾ ਕਰਦੇ ਹੋ, ਤੇ ਮਾਲਵੇ 'ਚ ਜਿਹੜੀ ਚਰਚਾ ਹੈਗੀ ਆ ਵਿਧਾਨ ਸਭਾ ਹਲਕਾ ਮੋੜ ਦੀ, ਕਿ ਮੋੜ ਤੋਂ ਜਗਮੀਤ ਸਿੰਘ ਬਰਾੜ ਆ, ਜਿਹੜੇ ਕਿ ਜਿਨ੍ਹਾਂ ਤੇ ਆਮ ਤੌਰ ਤੇ ਐਲੀਗੇਸ਼ਨ ਲੱਗਦੇ ਰਹਿੰਦੇ ਆ ਕਿ ਉਹ ਪਾਰਟੀਆਂ ਬਦਲਣ ਦੇ ਮਾਹਿਰ ਨੇ, ਕਦੇ ਕਿਸੇ ਪਾਰਟੀ 'ਚ, ਕਦੇ ਕਿਸੇ ਪਾਰਟੀ 'ਚ, ਕਦੇ ਕਿਸੇ ਹਲਕੇ 'ਚ, ਕਦੇ ਕਿਸੇ ਹਲਕੇ 'ਚ। ਤੇ ਅਕਾਲੀ ਦਲ ਨੇ ਜਿਹੜੇ ਸਿਕੰਦਰ ਸਿੰਘ ਮਲੂਕਾ, ਜਿਹੜੇ ਪੁਰਾਣੇ ਮੰਤਰੀ ਰਹੇ ਨੇ, ਸਾਬਕਾ ਮੰਤਰੀ ਰਹੇ ਨੇ ਅਕਾਲੀ ਦਲ ਸਰਕਾਰ 'ਚ, ਉਹਨਾਂ ਦੀ ਟਿਕਟ ਕੱਟ ਕੇ ਜਗਮੀਤ ਸਿੰਘ ਬਰਾੜ ਨੂੰ ਦਿੱਤੀ ਹੈ, ਤੇ ਉਹਨਾਂ ਨੇ ਇੱਕ ਤਰ੍ਹਾਂ ਬਾਗੀ ਸੁਰਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਮਲੂਕਾ ਸਾਹਿਬ ਨੂੰ। ਕੀ ਲੱਗਦਾ ਹੈ ਤੁਹਾਡੀ ਪਾਰਟੀ ਨੂੰ ਮਾਲਵੇ 'ਚ ਇਸ ਗੱਲ ਦਾ ਨੁਕਸਾਨ ਹੋਏਗਾ? ਨਹੀਂ ਸੌਦਾਗਰ ਸਾਹਿਬ, ਇਹ ਕੋਈ ਨੁਕਸਾਨ ਨਹੀਂ ਹੋਣਾ। ਮਲੂਕਾ ਸਾਹਿਬ ਬਹੁਤ ਸੀਨੀਅਰ ਲੀਡਰ ਹੈ, ਬਹੁਤ ਸਿਆਣੇ ਲੀਡਰ ਹੈ, ਕੈਬਨਿਟ ਦੇ ਵਿੱਚ ਮੰਤਰੀ ਰਹੇ ਆ ਉਹ, ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਰਿਵਾਰ ਦਾ ਮਸਲਾ ਹੈ। ਮਲੂਕਾ ਸਾਹਿਬ ਪਾਰਟੀ ਤੋਂ ਕਦੇ ਬਾਹਰ ਨਹੀਂ ਜਾਣਗੇ। ਇਹ ਕਦੇ ਵੀ ਨਹੀਂ ਹੋ ਸਕਦਾ ਵੀ ਇਹਦੇ ਵਿੱਚ ਕੋਈ ਅਕਾਲੀ ਦਲ ਦਾ ਨੁਕਸਾਨ ਹੋਊਗਾ। ਪਰ ਜਦੋਂ ਦੇ ਜਗਮੀਤ ਸਿੰਘ ਬਰਾੜ ਦੀ ਟਿਕਟ ਅਨਾਉਂਸ ਕੀਤੀ ਹੈ, ਜਗਮੀਤ ਸਿੰਘ ਬਰਾੜ ਪਿੰਡਾਂ 'ਚ ਉੱਥੇ ਦੌਰਾ ਕੀਤਾ, ਉਹਦੇ 'ਚੋਂ ਸਿਕੰਦਰ ਸਿੰਘ ਮਲੂਕਾ ਦਾ ਪੂਰੇ ਦਾ ਪੂਰਾ ਧੜਾ ਗਾਇਬ ਰਿਹਾ। ਇੱਥੋਂ ਲੱਗਦਾ ਕਿ ਉਹ ਅੰਦਰ ਖਾਤੇ ਵਿਰੋਧ ਕਰਨਗੇ ਜਿਹੜੇ ਜਗਮੀਤ ਸਿੰਘ ਬਰਾੜ ਦੇ। ਨਹੀਂ, ਪਿਛਲੇ ਦਿਨਾਂ 'ਚ ਮਲੂਕਾ ਸਾਹਿਬ ਦੀ ਕੋਈ ਸਿਹਤ ਵੀ ਢਿੱਲੀ ਰਹੀ ਆ, ਕੁਛ ਉਹਨਾਂ ਨੂੰ ਹੁਣ ਪਾਰਟੀ ਨੇ ਡਿਊਟੀ ਉਹਨਾਂ ਦੀ ਰਾਮਪੁਰਾ ਫੂਲ ਹਲਕੇ ਤੇ ਲਾਤੀ ਹੈ, ਤੇ ਉਹ ਹੁਣ ਜਵਾਬ ਦਿੱਤਾ, ਉਹ ਕਹਿੰਦੇ ਰਾਮਪੁਰਾ ਫੂਲ ਤੋਂ ਮੈਂ ਨਹੀਂ ਲੜਨਾ, ਮੈਂ ਤਾਂ ਮੋੜ ਤੋਂ ਲੜਨਾ ਸੀਗਾ, ਤੇ ਮੋੜ ਤੋਂ ਟਿਕਟ ਦਿੱਤੀ ਜਾਵੇ। ਨਹੀਂ, ਸਾਧਨ ਸਾਹਿਬ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਬੇਸ਼ੱਕ ਉਹਨਾਂ ਦਾ ਬੇਟਾ ਉੱਥੋਂ ਲੜੇ, ਪਰ ਉਹ ਜਿੱਥੇ ਵੀ ਪਾਰਟੀ ਡਿਊਟੀ ਲਾਊਗੀ ਉਹ ਕੰਮ ਕਰਨਗੇ। ਮਲੂਕਾ ਸਾਹਿਬ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਹੀ ਕੰਮ ਕਰਨਗੇ। ਪਾਰਟੀ ਜਿੱਥੇ ਮਰਜ਼ੀ ਕੰਮ ਲੈ ਸਕਦੀ ਆ। ਉਹ ਪੰਜਾਬ ਦੇ ਕੌਮੀ ਪ੍ਰਧਾਨ ਆ ਕਿਸਾਨ ਵਿੰਗ ਦੇ, ਸਾਰੇ ਪੰਜਾਬ ਦੇ ਵਿੱਚ ਕੰਮ ਕੀਤਾ ਉਹਨਾਂ ਨੇ, ਸਾਰੇ ਜ਼ਿਲ੍ਹਾ ਵਾਈਜ਼ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਬਣਾਏ ਆ। ਉਹ ਬੜੇ ਨਿਧੜਕ ਜਰਨੈਲ ਆ, ਬਹੁਤ ਕੰਮ ਕਰਨ ਦੀ ਸਮਰੱਥਾ ਰੱਖਦੇ ਆ। ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਕੰਮ ਕਰਨਗੇ। ਪਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਵੀ ਆਲੋਚਨਾ ਕੀਤੀ ਆ। ਉਹਨਾਂ ਨੇ ਕਿਹਾ, ਬਕਾਇਦਾ ਮੀਡੀਆ 'ਚ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਹੁੰਦੇ ਸੀ ਉਦੋਂ ਵਧੀਆ ਪ੍ਰਬੰਧ ਸੀ, ਵਧੀਆ ਫੈਸਲੇ ਹੁੰਦੇ ਸੀਗੇ, ਲੋਕਾਂ ਨੂੰ ਜਿਹੜੇ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਸੀਗਾ। ਪਰ ਜਦੋਂ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਹੋਏ ਨੇ, ਉਦੋਂ ਦੀ ਮਨਮਰਜ਼ੀਆਂ ਕਰ ਰਹੇ ਨੇ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਪ੍ਰਬੰਧ ਹੋਰ ਵੀ ਬਹੁਤ ਵਧੀਆ ਚੱਲ ਰਹੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਪਾਰਟੀ ਨੂੰ ਚਲਾ ਰਹੇ ਆ। ਬੜਾ ਅਕਾਲੀ ਦਲ ਦਾ ਜਿਹੜਾ ਕੇਡਰ ਆ ਅੱਗੇ ਨਾਲੋਂ ਵਧਿਆ। ਹੁਣ ਅਕਾਲੀ ਦਲ ਬਹੁਤ ਮਜ਼ਬੂਤ ਹੈ। ਅਜੀਤ ਸਿੰਘ ਸ਼ਾਹ ਜੀ, ਤੁਸੀਂ ਕੀ ਕਹੋਗੇ ਕਿ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ 'ਚ ਜਿਹੜੀ ਜਿਵੇਂ ਸਟੇਟ ਪੱਧਰ ਤੇ ਕਾਂਗਰਸ ਡਿਸਪਿਊਟ ਚੱਲ ਰਿਹਾ, ਵਿਵਾਦ ਚੱਲ ਰਿਹਾ, ਤਾਕਤ ਨੂੰ ਲੈ ਕੇ, ਆਪਦੇ ਜਿਹੜੀ ਹੈਗੀ ਹੈ ਪਾਵਰ ਨੂੰ ਲੈ ਕੇ, ਉਵੇਂ ਨਿਹਾਲ ਸਿੰਘ ਵਾਲਾ ਹਲਕਾ ਵਿੱਚ ਵੀ ਤੁਸੀਂ ਇੱਕ ਬਹੁਤ ਪੁਰਾਣੇ ਜਿਹੜੇ ਦਾਅਵੇਦਾਰ ਹੋ, ਪਾਰਟੀ ਦੇ ਆਗੂ ਹੋ, ਇਸ ਦੇ ਬਾਵਜੂਦ ਤੁਹਾਡਾ ਵੀ ਵਿਰੋਧ ਹੋ ਰਿਹਾ। ਕੁਛ ਜਿਹੜੇ ਹੈਗੇ ਆ ਹੋਰ ਤੁਹਾਡੇ ਵਿਰੋਧੀ ਹੈ, ਉਹ ਤੁਹਾਡੀ ਟਿਕਟ ਦੇ ਵਿੱਚ ਅੜਿੱਕਾ ਬਣ ਜਾ ਰਹੇ ਨੇ। ਮੀਡੀਆ 'ਚ ਕਾਫੀ ਗੱਲਾਂ ਹਾਈਲਾਈਟ ਹੋ ਰਹੀਆਂ, ਕੀ ਤੁਸੀਂ ਇਹਦੇ ਬਾਰੇ ਕਹੋਗੇ? ਜਿੱਥੋਂ ਤੱਕ ਨਿਹਾਲ ਸਿੰਘ ਵਾਲੇ 'ਚ ਕਾਂਗਰਸ ਪਾਰਟੀ ਦਾ ਤਾਲੁਕਾਤ ਹੈ, ਮੈਂ ਲੰਬਾ ਸਮਾਂ ਕਾਂਗਰਸ ਪਾਰਟੀ 'ਚ ਇੱਥੇ ਕੰਮ ਕੀਤਾ ਹੈ, ਖਾਸ ਤੌਰ ਤੇ 2006 ਤੋਂ ਲੈ ਕੇ, ਕਿਉਂਕਿ ਮੈਂ ਕਾਂਗਰਸ ਪਾਰਟੀ 'ਚ ਹੁੰਦੇ ਹੋਏ ਜਿਹੜੀ 2007 ਦੀ ਇਲੈਕਸ਼ਨ 'ਚ ਮੈਨੂੰ ਭਾਵੇਂ ਟਿਕਟ ਨਹੀਂ ਮਿਲੀ, ਪਰ ਮੈਂ ਪ੍ਰੋ ਕਾਂਗਰਸੀ ਇੱਥੋਂ ਚੋਣ ਉਦੋਂ ਲੜੀ ਸੀ, ਤੇ ਉਹ ਲੜੀ ਹੋਈ ਚੋਣ ਮੈਂ ਜਿੱਤ ਗਿਆ ਸੀ। ਤੇ ਉਸ ਤੋਂ ਬਾਅਦ ਵੀ ਮੈਂ 5 ਸਾਲ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਥ ਦਿੱਤਾ ਸੀ, ਤੇ ਉਸ ਤੋਂ ਬਾਅਦ ਮੈਨੂੰ ਇਸ ਹਲਕੇ 'ਚੋਂ ਬਾਹਰ ਜਾਣਾ ਪਿਆ। ਲੇਕਿਨ ਇਸ ਹਲਕੇ ਦੀ ਇੱਕ ਪਰੰਪਰਾ ਰਹੀ ਹੈ। ਜਿਹੜਾ ਸਵਾਲ ਤੁਸੀਂ ਹੈਪੀ ਜੀ ਨੂੰ ਕੀਤਾ ਹੈ, ਉਹ ਮੇਰੇ 'ਤੇ ਵੀ ਸਵਾਲ ਤੁਸੀਂ ਕੀਤਾ ਹੈ ਕਿ ਇਸ ਹਲਕੇ ਦੀ ਖਾਸ ਤੌਰ 'ਤੇ ਇਹ ਗੱਲ ਪੱਕੀ ਹੈ ਕਿ ਇਸ ਹਲਕੇ 'ਚ ਬਾਹਰਲੇ ਕੈਂਡੀਡੇਟ ਨੂੰ ਕੋਈ ਪਾਰਟੀ ਵੀ ਚੱਲਦੀ ਜੀ, ਹਰੇਕ ਪਾਰਟੀ 'ਚ, ਕਿਉਂਕਿ ਸਾਡਾ ਹਲਕਾ ਜਿਹੜਾ ਖਾਸ ਤੌਰ 'ਤੇ ਲੰਬਾ ਸਮਾਂ ਖੱਬੀਆਂ ਧਿਰਾਂ ਨਾਲ ਵਾਬਸਤਾ ਰਿਹਾ, ਤਾਂ ਮੇਰੇ ਪਿਤਾ ਜੀ ਨੇ ਪਹਿਲੀ ਵਾਰ ਖੱਬੀਆਂ ਧਿਰਾਂ ਤੋਂ ਇਹ ਸੀਟ ਨੂੰ ਪੰਥਕ ਬਣਾਇਆ ਸੀ। ਇਸ ਕਰਕੇ ਵੀ ਇਹ ਜਿਹੜੀਆਂ ਇਸ ਹਲਕੇ ਦੀ ਪਰੰਪਰਾ ਹੈ, ਉਹ ਬਾਹਰਲੇ ਕੈਂਡੀਡੇਟ ਨੂੰ ਛੇਤੀ ਕਿਤੇ ਪ੍ਰਵਾਨ ਨਹੀਂ ਕਰਦੀ। ਮੇਰੇ ਖਿਲਾਫ ਵੀ ਬਾਹਰਲਾ ਕੈਂਡੀਡੇਟ ਆਫੀਸ਼ਲੀ ਤੌਰ ਤੇ ਆਇਆ ਸੀ, ਲੇਕਿਨ ਉਹ ਜ਼ਮਾਨਤ ਵੀ ਨਹੀਂ ਬਚਾ ਸਕਿਆ ਸੀ। ਇਹ ਗੱਲਾਂ ਲਾਗੂ ਹੁੰਦੀਆਂ ਹੈ। ਸਥਾਨਕ ਪੱਧਰ ਦੇ ਲੋਕਾਂ ਦੇ ਆਪਣੀ ਆਪਣੀ ਸਹਿਕੀ ਹੁੰਦੀ ਹੈ। ਇਸ ਇਲਾਕੇ ਦੀ ਸਹਿਕੀ ਨੂੰ ਸਮਝਣਾ ਪਵੇਗਾ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਟਿਕਟ ਦਾ ਸਵਾਲ ਹੈ, ਸਾਡੀ ਟਿਕਟ ਹੈ ਜਿਹੜੀ ਉਹ ਲੰਬਾ ਉਹਦੇ ਤੇ ਵਿਚਾਰ ਹੁੰਦਾ, ਜ਼ਿਲ੍ਹੇ 'ਚ ਹੁੰਦਾ, ਉਹਦੇ ਸਟੇਟ 'ਚ ਹੁੰਦਾ, ਫਿਰ ਜਾ ਕੇ ਸੈਂਟਰ 'ਚ ਹੁੰਦਾ। ਸੈਂਟਰ 'ਚੋਂ ਟਿਕਟ ਜਿਹੜੀ ਪ੍ਰਵਾਨ ਹੋ ਕੇ ਆਉਂਦੀ ਹੈ, ਉਹਦੇ 'ਤੇ ਕੋਈ ਨਹੀਂ ਹੁੰਦਾ ਵੀ ਕੌਣ ਇੱਥੇ ਹੈਗਾ। ਸਾਰਿਆਂ ਦਾ ਸਰਵੇ ਕਰਵਾਇਆ ਜਾਂਦਾ, ਹੁਣ ਵੀ ਸਰਵੇ ਚੱਲ ਰਹੇ ਆ। ਜਿਹੜੇ ਵਿਨਰ ਕੈਂਡੀਡੇਟ ਹੋਣਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਜਿਹਨੇ ਵੀ ਸਰਕਾਰ ਰਿਪੀਟ ਕਰਨੀ ਹੈ, ਬਣਾਉਣੀ ਹੈ, ਜਾਂ ਬਣਾਉਣ ਦੀ ਤਾਕਤ ਹੈ, ਜਾਂ ਰਿਪੀਟ ਹੋਣ ਦੀ ਤਾਕਤ ਹੈ, ਜਾਂ ਕੋਈ ਹੋਰ ਤੀਜੀ ਤੇ ਉੱਠਣ ਦੀ ਤਾਕਤ ਹੈ,
ਉਹ ਇਸ ਕਰਕੇ ਅੱਜ ਕੱਲ੍ਹ ਕੈਂਡੀਡੇਟਾਂ ਤੇ ਮੰਥਨ ਵੱਡੇ ਪੱਧਰ ਤੇ ਪਾਰਟੀਆਂ ਦਾ ਹੋ ਰਿਹਾ। ਮੈਂ ਅੱਜ ਹੀ ਦੇਖ ਰਿਹਾ ਸੀ ਇੱਕ YouTube ਤੇ ਸੀ ਵੋਟਰ ਸੀ ਵਾਲਿਆਂ ਦਾ ਐਨਾਲਿਸਿਸ ਆਇਆ ਸੀ ਆਪਣੇ ਦਾ ਵੋਟਰ ਵਾਲਿਆਂ ਦਾ, ਉਹਨਾਂ ਨੇ ਵੀ ਇੱਕ ਪੰਜਾਬ ਦਾ ਸਰਵੇ ਦਿੱਤਾ। ਮੈਂ ਤਾਂ ਉਹਦੇ ਨਾਲ ਮੁਤਫਿਕ ਨਹੀਂ, ਜਿਹਦੇ 'ਚ ਖਾਸ ਤੌਰ ਤੇ ਆਪ ਵਾਲਿਆਂ ਦਾ, ਕਾਂਗਰਸ ਪਾਰਟੀ ਦਾ ਤੇ ਅਕਾਲੀ ਦਲ ਦਾ, ਤਿੰਨਾਂ ਦਾ। ਕਾਂਗਰਸ ਪਾਰਟੀ ਨੂੰ 38-40 ਸੀਟਾਂ ਦੇ ਰਹੇ ਆ ਔਰ ਆਪ ਵਾਲੇ 40-45 ਤੇ ਖੜੇ ਆ, ਤੇ ਬਾਕੀ ਜਿਹੜਾ ਅਕਾਲੀ ਦਲ ਨੂੰ ਉਹ 20-25 ਵੋਟਾਂ ਤੱਕ ਸੀਟਾਂ ਤੱਕ ਮੁਤਫਿਕ ਕਰਦੇ ਆ। ਇਹ ਤਾਂ ਇੱਕ ਮੈਨੂੰ ਐਂ ਜਿਹਾ ਲੱਗਦਾ ਜਿਵੇਂ ਕੋਈ ਬੰਦਾ ਕਿਸੇ ਏਜੰਸੀ ਨੂੰ ਪੈਸੇ ਦੇ ਕੇ ਕੋਈ ਇਸ ਤਰ੍ਹਾਂ ਦੇ ਸਰਵੇ ਕਰਵਾ ਲਿਆ ਜਾਂਦਾ ਤੇ ਉਹਨੂੰ ਲੋਕਾਂ 'ਚ ਪ੍ਰਚਾਰ ਕੀਤਾ ਜਾਂਦਾ ਹੈ, ਤੇ ਉਹ ਪਾਰਟੀ ਐਂ ਸੋਚਦੀ ਹੈ ਕਿ ਮੈਂ ਇਹਦੇ ਨਾਲ ਜਿਹੜਾ ਲੋਕਾਂ ਦਾ ਮਨ ਬਣਾ ਕੇ ਆਉਣ ਵਾਲੇ ਸਮੇਂ 'ਚ ਜਿਹੜਾ ਵੋਟਰਾਂ ਨੂੰ ਪ੍ਰੇਰਿਤ ਕਰ ਲੂੰਗਾ। ਲੇਕਿਨ ਅੱਜ ਦਾ ਵੋਟਰ ਹੈ ਜਿਹੜਾ ਇੰਨਾ ਚੇਤਨ ਹੈ, ਕੋਈ ਇਹ ਸਰਵਿਆਂ ਨੂੰ ਕਦੇ ਵੀ ਉਹ ਮਾਨਤਾ ਨਹੀਂ ਦਿੱਤਾ। ਬਹੁਤ ਲੰਮਾ ਸਮਾਂ ਪਹਿਲਾਂ ਹੁੰਦਾ ਸੀ ਕਿ ਸਰਵੇ ਜਿਹਦੇ ਹੱਕ ਜਾਂਦਾ, ਕੁਝ ਵੋਟਾਂ ਉਹ ਪ੍ਰਭਾਵਿਤ ਕਰਕੇ ਲੈ ਜਾਂਦੇ ਆ, ਲੇਕਿਨ ਅੱਜ ਕੱਲ੍ਹ ਦਾ ਜਿਹੜਾ ਵੋਟਰ ਹੈ ਉਹ ਤਾਂ ਆਪ ਇੱਕ ਸਰਵੇ ਆਪ ਪੱਧਰ ਤੇ ਕਰਦਾ ਹੈ। ਖੁੰਡਾਂ 'ਤੇ ਸਰਵੇ ਹੁੰਦੇ ਆ, ਸੱਥਾਂ 'ਚ ਸਰਵੇ ਹੁੰਦੇ ਆ, ਜਿੱਥੇ ਆਮ ਤੌਰ ਤੇ ਪੰਜਾਬ ਦਾ ਆਵਾਮ ਹੈ ਜਿਹੜਾ ਪੰਜਾਬ ਦੀ ਬਣ ਰਹੀ ਸਰਕਾਰ ਬਾਰੇ ਆਪਦੇ ਵਿਚਾਰ ਰੱਖਦਾ ਹੈ। ਅੱਜ ਵੀ ਪੰਜਾਬ ਦੇ ਸੱਥਾਂ 'ਚ, ਖੁੰਡਾਂ 'ਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਉਹ ਛਵੀ ਹੈ ਕਿ ਜੋ ਕਹਿੰਦੇ ਆ ਕਰ ਦਿੰਦੇ ਆ, ਤੇ ਇਸ ਛਵੀ ਨੂੰ ਲੈ ਕੇ ਪਿਛਲੀ ਵਾਰ ਉਹਨਾਂ ਨੂੰ ਜਿਹੜਾ ਵਰਡ ਐਕਟ ਮਿਲਿਆ ਸੀ। ਹੁਣ ਵੀ ਇਹ ਜਿਹੜੇ 2-3 ਮਸਲੇ ਆ ਚੰਗੀ ਤਰ੍ਹਾਂ, ਜਿਵੇਂ ਉਹਨਾਂ ਨੇ ਕਿਸਾਨਾਂ ਦੇ ਮਸਲੇ ਨੂੰ ਵੱਡੇ ਪੱਧਰ ਤੇ ਥੋੜੇ ਦਿਨ ਹੋ ਗਏ ਉਹਨਾਂ ਨੇ ਕਿਸਾਨੀ ਦਾ ਇੱਕ ਮਸਲਾ ਹੱਲ ਕੀਤਾ ਕਿ ਉਹਨਾਂ ਨੇ ਗੰਨੇ ਦਾ ਭਾਅ ਮੰਨਿਆ, ਜਿਹਦੇ 'ਚ ਦੁਆਬੇ ਦੀ ਤੇ ਮਾਝੇ ਦੀ ਬੈਲਟ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਕਿਸਾਨੀ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਉਸ ਫੈਸਲੇ ਨੂੰ ਮਾਨਤਾ ਦਿੰਦੀ ਹੈ। ਕਾਂਗਰਸ ਪਾਰਟੀ ਦੇ ਉਸ ਫੈਸਲੇ ਨੂੰ ਮਾਨਤਾ ਦਿੱਤੀ ਹੈ। ਤੇ ਪਹਿਲੀ ਵਾਰ ਹੈ ਜੇ ਕਿਸੇ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਸਿਆਸੀ ਲੀਡਰ ਦਾ ਮੂੰਹ ਮਿੱਠਾ ਕਰਾਇਆ ਹੋਵੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੈ। ਐਸੀਆਂ ਗੱਲਾਂ ਜਦੋਂ ਆਉਣ ਵਾਲੇ ਸਮੇਂ 'ਚ ਅਜੇ ਸਮਾਂ ਪਿਆ ਹੈ ਤੇ ਪੰਜਾਬ ਸਰਕਾਰ ਇਸ ਯਤਨ 'ਚ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਤੇ ਵੱਡੇ ਪੱਧਰ ਤੇ ਦਲੇਰੀ ਕਰਕੇ ਫੈਸਲੇ ਕਰ ਲਏ ਜਾਣ, ਜਿਵੇਂ ਸਿੱਧੂ ਸਾਹਿਬ ਕਹਿੰਦੇ ਆ। ਤੇ ਇਸ ਤਰ੍ਹਾਂ ਇਕੱਠੇ ਹੋ ਕੇ ਜਦੋਂ ਇਹ ਸਾਡੀ ਜੋੜੀ ਚੱਲੇਗੀ ਤੇ ਆਉਣ ਵਾਲੇ ਸਮੇਂ 'ਚ ਕੋਈ ਵਾਅਦਾ ਨਹੀਂ ਬਣੇਗੀ ਕਿ ਰਿਪੀਟ ਹੋਣ ਤੋਂ ਸਰਕਾਰ ਹੈ ਜਿਹੜੀ ਰੁਕ ਜਾਵੇ, ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਤੇ ਜੇ ਤੁਹਾਡੀ ਪਾਰਟੀ ਕਾਂਗਰਸ ਪਾਰਟੀ ਹਾਈ ਕਮਾਂਡ ਤੁਹਾਡੀ ਜਗ੍ਹਾ ਤੇ ਕਿਸੇ ਹੋਰ ਉਮੀਦਵਾਰ ਨੂੰ ਮੈਦਾਨ 'ਚ ਉਤਾਰਦੀ ਹੈ, ਤੁਹਾਡਾ ਕੀ ਸਟੈਂਡ ਹੈ? ਸਟੈਂਡ ਉਹੀ ਹੁੰਦਾ ਜੋ ਇੱਕ ਵਰਕਰ ਦਾ ਹੁੰਦਾ ਤੇ ਇੱਕ ਮੰਗ ਕਰਨ ਵਾਲੇ ਦਾ ਹੁੰਦਾ ਹੈ। ਜੀ ਟਿਕਟ ਜਿਹਨੂੰ ਮਿਲੂਗੀ ਉਹਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਤੁਸੀਂ ਉਹਦਾ ਕੋਈ ਵਿਰੋਧ ਨਹੀਂ ਕਰੋਗੇ? ਨਹੀਂ, ਵਿਰੋਧ ਕਰਨ ਦਾ ਮਤਲਬ ਹੀ ਜੋ ਪਾਰਟੀ ਨੇ ਕਿਸੇ ਨੂੰ ਟਿਕਟ ਦਿੱਤੀ ਜੀ। ਅਵਤਾਰ ਸਿੰਘ ਖੋਸਾ ਜੀ, ਤੁਸੀਂ ਸਿੱਖ ਚਿੰਤਕ ਵਜੋਂ ਵੀ ਤੁਹਾਡਾ ਕਾਫੀ ਵੱਡਾ ਨਾਂ ਹੈ। ਕੀ ਲੱਗਦਾ ਕਿ ਪਿਛਲੇ ਸਮੇਂ ਵਿੱਚ ਜਿਹੜੀ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਹੈ, ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੈ, ਜਿਹੜੇ ਸਿੱਖ ਅਸੂਲ ਹੈ, ਸਿੱਖੀ ਸਿਧਾਂਤਾਂ ਤੋਂ ਜਿਹੜੇ ਹੈਗੇ ਪੰਜਾਬ ਦੇ ਲੋਕ ਦੂਰ ਜਾ ਰਹੇ ਆ, ਜਿਹੜੇ ਪੰਜਾਬ ਦੀ ਪੋਲਿਟਿਕਸ 'ਚ ਸਿੱਖੀ ਸਿਧਾਂਤ ਮੰਨਫੀ ਹੁੰਦੇ ਜਾ ਰਹੇ, ਕੀ ਕਰੋਗੇ ਤੁਸੀਂ ਇਸ ਗੱਲ? ਹਾਂਜੀ ਸਾਧਾਵਾਲੀਆ ਸਾਹਿਬ, ਮੈਂ ਸਿੱਖ ਮਸਲੇ ਤੇ ਵੀ ਤੁਹਾਨੂੰ ਜਵਾਬ ਦਿੰਦਾ, ਪਰ ਜਿਹੜੀ ਸ਼ਾਨ ਸਾਹਿਬ ਤੇ ਹੈਪੀ ਜੀ ਦੇ ਨਾਲ ਤੁਸੀਂ ਬਾਹਰੀ ਉਮੀਦਵਾਰ ਵਾਲੀ ਗੱਲ ਕੀਤੀ ਹੈ, ਮੈਂ ਉਹਦੇ ਵਿਸ਼ੇ ਤੇ ਵੀ ਗੱਲ ਕਰਨੀ ਚਾਹੁੰਦਾ ਜੀ। ਕੁਝ ਹਲਕਿਆਂ ਦੇ ਲੋਕ ਆ ਨਵੇਂ ਉਮੀਦਵਾਰ ਨੂੰ ਪਸੰਦ ਕਰਦੇ ਹੁੰਦੇ ਹਨ, ਕੁਝ ਹਲਕਿਆਂ ਦੇ ਲੋਕ ਆ ਜਿਹੜੇ ਬਾਹਰੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਜੀ। ਜਿਹੜੀ ਆਪਣੀ ਮੌੜ ਹਲਕੇ ਦੀ ਗੱਲ ਆ, ਉੱਥੋਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਕੈਂਡੀਡੇਟ ਐਲਾਨਤਾ। ਉੱਥੇ ਬਾਹਰੀ ਉਮੀਦਵਾਰ ਨੂੰ ਪਹਿਲਾਂ ਵੀ ਉਹ ਹਲਕਾ ਜਿਤਾ ਚੁੱਕਿਆ, ਸਰਦਾਰ ਜਗਮੇਜਾ ਸਿੰਘ ਸੇਖੋਂ ਫਿਰੋਜ਼ਪੁਰ ਤੋਂ ਸੀ ਬੇਸਿਕਲੀ, ਉਹ ਇੱਥੋਂ ਆਏ ਤੇ ਮੌੜ ਹਲਕੇ ਨੇ ਉਹਨਾਂ ਨੂੰ MLA ਬਣਾਇਆ। ਹੁਣ ਜਿਹੜਾ ਉੱਥੇ ਜਗਮੀਤ ਸਿੰਘ ਬਰਾੜ ਬਹੁਤ ਹੀ ਕੱਦਵਾਰ ਆਗੂ ਗਏ ਨੇ, ਉਹ ਮੌੜ ਹਲਕਾ ਉਹਨਾਂ ਨੂੰ MLA ਬਣਾ ਵੀ ਸਕਦਾ। ਤੇ ਜਿਹੜੀ ਰਹੀ ਗੱਲ ਮਲੂਕਾ ਸਾਹਿਬ ਦੀ, ਹੈਪੀ ਜੀ ਵੀ ਕਰ ਰਹੇ, ਤੁਸੀਂ ਵੀ ਗੱਲ ਕਰ ਰਹੇ ਹੋ ਜੀ, ਮੇਰੇ ਖਿਆਲ 'ਚ ਇਹ ਸਰਗੋਸ਼ੀਆਂ ਸਿਆਸੀ ਗਲਿਆਰਿਆਂ 'ਚ ਚੱਲ ਰਹੀਆਂ ਨੇ ਕਿ ਮਲੂਕਾ ਸਾਹਿਬ ਦੇ ਨਾਲ ਰਾਜ ਸਭਾ 'ਚ ਭੇਜਣ ਦੀ ਗੱਲ ਹੋ ਗਈ ਹੈ ਤੇ ਮਲੂਕਾ ਸਾਹਿਬ ਰਾਜੀ ਖੁਸ਼ ਹੋ ਗਏ। ਜਗਮੀਤ ਸਿੰਘ ਬਰਾੜ ਨਾਲ ਉਹਨਾਂ ਨੇ ਜੱਫੀ ਪਾ ਲਈ ਆ ਤੇ ਉਹ ਉੱਥੇ ਉਹਨਾਂ ਦੀ ਮਦਦ ਕਰਨਗੇ। ਜਿਹੜਾ ਰਿਹਾ ਰਾਮਪੁਰਾ ਫੂਲ ਹਲਕਾ, ਚਲੋ ਉਹ ਉਹਨਾਂ ਦੇ ਘਰ ਦੀ ਗੱਲ ਆ, ਚਾਹੇ ਉਹ ਗੁਰਪ੍ਰੀਤ ਸਿੰਘ ਮਲੂਕਾ ਨੂੰ ਲੜਾਉਣ ਤੇ ਚਾਹੇ ਆਪ ਲੜਨ। ਦੇਖੋ ਮੇਰੇ ਖਿਆਲ 'ਚ ਉੱਥੋਂ ਗੁਰਪ੍ਰੀਤ ਸਿੰਘ ਮਲੂਕਾ ਨੂੰ ਲੜਾਇਆ ਜਾਊਗਾ ਤੇ ਮਲੂਕਾ ਸਾਹਿਬ ਨੂੰ ਰਾਜ ਸਭਾ 'ਚ ਭੇਜਿਆ। ਜਿਹੜੀ ਗੱਲ ਹਲਕਾ ਨਿਹਾਲ ਸਿੰਘ ਵਾਲਾ ਦੀ ਆ, ਇਸ ਹਲਕੇ ਦੇ ਲੋਕਾਂ ਦੀ ਵਾਕਿਆ ਹੀ ਪਰੰਪਰਾ ਪਿਛਲੇ ਸਮੇਂ 'ਚ ਆਪਾਂ ਦੇਖਿਆ, SR ਕਲੇਰ ਆਏ, ਉਹਨਾਂ ਨੂੰ ਲੋਕਾਂ ਨੇ ਸਮਰਥਨ ਨਹੀਂ ਦਿੱਤਾ, ਉਹ ਦੁਬਾਰਾ ਫਿਰ ਜਗਰਾਉਂ ਹਲਕੇ ਚਲੇ ਗਏ। ਤੇ ਸ਼ਾਨ ਸਾਹਿਬ ਤਾਂ ਇਸ ਬਾਹਰੀ ਹਲਕੇ ਵਾਲੀ ਗੱਲ ਤੋਂ ਜ਼ਿਆਦਾ ਭਲੀ ਭਾਂਜਾਂ ਨੂੰ, ਇਹ ਤਾਂ ਆਪ 2017 ਦੇ ਵਿੱਚ ਮਹਿਲ ਕਲਾਂ ਗਏ, ਉੱਥੇ ਬਾਹਰੀ ਉਮੀਦਵਾਰ ਹੋਣ ਕਰਕੇ ਹੀ ਨਹੀਂ ਇਹ ਜਿੱਤ ਸਕੇ, ਨਹੀਂ ਉੱਥੇ ਇਹਨਾਂ ਦੀ ਜਿੱਤ ਲਗਭਗ ਯਕੀਨੀ ਸੀ, ਕਿਉਂਕਿ ਜਿਹੜਾ ਇਹਨਾਂ ਦਾ ਵਰਕਿੰਗ ਸਟਾਈਲ ਆ ਉਹ ਸਾਰੇ ਲੋਕ ਜਾਣਦੇ ਆ।
ਜਿਹੜੀ ਗੱਲ ਸ਼ਾਨ ਸਾਹਿਬ ਨੇ ਕਿਸਾਨੀ ਮਸਲੇ ਤੇ ਫੇਰ ਕੀਤੀ ਆ, ਪੰਜਾਬ ਸਰਕਾਰ ਦੀ ਪ੍ਰਾਪਤੀ ਦੱਸੀ ਆ ਵੀ ਇਹਨਾਂ ਨੇ ਜੀ ਗੰਨੇ ਦਾ ਭਾਅ ਵਧਾਤਾ। ਇਹ ਤਾਂ ਪੰਜਾਬ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆਹ ਪ੍ਰਾਪਤੀ ਆ, ਉਹ ਬਗਲ ਮੇ ਸ਼ੁਰੀ ਮੂੰਹ ਮੇ ਰਾਮ ਰਾਮ। ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਫਰੀਦਕੋਟ ਸ਼ੂਗਰ ਮਿਲ ਸੀ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਜੜੋਂ ਹੀ ਪੱਟਤੀ, ਸ਼ੂਗਰ ਮਿਲ ਖਤਮ ਕਰਤੀ। ਗੰਨੇ ਦਾ ਭਾਅ ਵਧਾਇਆ ਜਾ ਰਿਹਾ। ਸਾਡੇ ਪੂਰੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕ ਗੰਨੇ ਦੀ ਕਾਸ਼ਤ ਕਰਦੇ ਸੀ, ਉਸ ਸ਼ੂਗਰ ਮਿਲ 'ਚ ਗੰਨਾ ਜਾਂਦਾ ਸੀ, ਕਿਸਾਨਾਂ ਨੂੰ ਸੋਹਣੀ ਆਮਦਨ ਹੁੰਦੀ ਸੀ। ਇਹਦਾ ਖਮਿਆਜਾ ਭੁਗਤਣਾ ਵੀ ਪਊ ਪੰਜਾਬ ਸਰਕਾਰ ਨੂੰ, ਕਾਂਗਰਸ ਸਰਕਾਰ ਨੂੰ। ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਇਹਨਾਂ ਨੇ ਗੱਲ ਕਹੀ, ਵਾਕਈ ਉਹਨਾਂ ਦੀ ਇੱਕ ਕੋਈ ਸਮਾਂ ਸੀ, ਛਵੀ ਸੀ ਵੀ ਜੋ ਕਹਿੰਦੇ ਉਹ ਕਰਦੇ ਆ। ਪਰ ਜੇ ਛਵੀ ਹੁੰਦੀ ਤਾਂ ਉਹਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਨਹੀਂ ਖਾਣ ਦੀ ਲੋੜ ਪੈਣੀ ਸੀ। ਜਿਹੜੇ ਬੰਦੇ ਤੇ ਲੋਕ ਵੈਸੇ ਯਕੀਨ ਕਰਦੇ ਉਹਨੂੰ ਸਹੁੰ ਖਾਣ ਦੀ ਕੀ ਲੋੜ ਆ। ਜਿਹੜੀਆਂ ਸਿੱਖ ਪਰੰਪਰਾਵਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇੱਥੇ ਪ੍ਰੋਬਲਮ ਇਹ ਆ ਗਈ ਆ, ਸਾਰੀਆਂ ਹੀ ਸਿਆਸੀ ਪਾਰਟੀਆਂ ਰਾਜਨੀਤੀ ਨੂੰ ਪਹਿਲ ਦੇ ਰਹੀਆਂ, ਧਰਮ ਨੂੰ ਨਹੀਂ ਦੇ ਰਹੀਆਂ। ਤੇ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸੀ, ਰਾਜਨੀਤੀ ਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ। ਸਮੱਸਿਆ ਇੱਥੇ ਹੀ ਆ ਰਹੀ ਆ ਵੀ ਧਰਮ ਨੂੰ ਪਿੱਛੇ ਰੱਖਿਆ ਜਾ ਰਿਹਾ ਤੇ ਰਾਜਨੀਤੀ ਨੂੰ ਪਹਿਲ ਦਿੱਤੀ ਜਾ ਰਹੀ ਆ। ਪਰ ਜਿਹੜੀਆਂ ਪਾਰਟੀਆਂ ਵੀ ਧਰਮ ਨੂੰ ਪਿੱਛੇ ਰੱਖ ਕੇ ਰਾਜਨੀਤੀ ਨੂੰ ਪਹਿਲ ਦੇ ਰਹੀਆਂ, ਖਾਸ ਕਰਕੇ ਪੰਜਾਬ 'ਚ, ਖਾਸ ਕਰਕੇ ਸਿੱਖਾਂ 'ਚ, ਉਹ ਖਮਿਆਜਾ ਭੁਗਤ ਵੀ ਰਹੀਆਂ ਤੇ ਭੁਗਤਣਗੀਆਂ ਜੀ। ਬਲਵਿੰਦਰਪਾਲ ਸਿੰਘ, ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਇਸ ਮਸਲੇ ਤੇ। ਖੋਸਾ ਸਾਹਿਬ, ਤੁਹਾਡੀ ਦਲੀਲ ਵਾਕਈ ਕਾਬਲੇ ਗੌਰ ਹੈ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵੀ 3 ਤਰੀਕ ਨੂੰ ਸੈਸ਼ਨ ਗਿਆ, ਇਹ ਪਹਿਲੀ ਵਾਰ ਹੈ ਕਿ ਕਿਸੇ ਵਿਧਾਨ ਸਭਾ 'ਚ ਕਿਸੇ ਸਿੱਖ ਗੁਰੂ ਨੂੰ, ਉਸ ਗੁਰੂ ਨੂੰ ਜਿਹੜਾ ਹਿੰਦ ਦੀ ਚਾਦਰ ਖਵਾਇਆ ਤੇ ਦੂਜੇ ਧਰਮ ਲਈ ਜਿਹਨੇ ਆਪਣੀ ਕੁਰਬਾਨੀ ਦੇ ਕੇ ਓੜ ਲਿਆ ਹੋਵੇ ਉਹਨਾਂ ਦਾ ਸਾਰਾ, ਕਿ ਜੇ ਗੁਰੂ ਤੇਗ ਬਹਾਦਰ ਜੀ ਮੁਹੰਮਦਨ ਬਣ ਜਾਣਗੇ ਤਾਂ ਸਾਰਾ ਜਿਹੜਾ ਹਿੰਦੂ ਬਾਮ ਆ ਮੁਹੰਮਦਨ ਬਣ ਜਾਏਗਾ। ਤੇ ਏਡੀ ਵੱਡੀ ਜਿਹੜੀ ਉਹਨਾਂ ਨੇ ਕੁਰਬਾਨੀ ਦਿੱਤੀ ਸੀ, ਜੇ ਉਹਨੂੰ ਵਿਸ਼ੇਸ਼ ਤੌਰ ਤੇ ਸੰਵਿਧਾਨਕ ਤੌਰ ਤੇ ਇਸ ਪਟਲ ਤੇ ਕਿਸ ਨੇ ਯਾਦ ਕੀਤਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਜਾ ਸਾਹਿਬ ਆ, ਜਿਨ੍ਹਾਂ ਨੇ ਪੰਜਾਬ ਦੀ ਅਸੈਂਬਲੀ 'ਚ ਇੱਕ ਚੀਫ ਜਸਟਿਸ ਨੂੰ ਲਿਆ ਕੇ ਜਿਨ੍ਹਾਂ ਨੇ ਇੱਕ ਭਾਸ਼ਣ ਉਸ ਗੱਲ ਤੋਂ ਸ਼ੁਰੂ ਕੀਤਾ ਕਿ ਪ੍ਰਥਮ ਭਗਉਤੀ ਸਿਮਰਿਏ ਗੁਰੂ ਨਾਨਕ ਲਈ ਤੇ ਆਏ ਗੱਲ ਤੋਂ ਸ਼ੁਰੂ ਕਰਕੇ ਉਹਨਾਂ ਨੇ ਸਾਰੀ ਜਿਹੜੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਅਰਦਾਸ ਦੀ ਵਿਆਖਿਆ ਕੀਤੀ ਹੈ। ਪਹਿਲੀ ਵਾਰ ਆ ਅਸੈਂਬਲੀ 'ਚ ਜਿਹੜੀ ਅਰਦਾਸ ਹੈ ਉਹ ਪੜ੍ਹ ਕੇ ਬੋਲੀ ਗਈ ਔਰ ਸੁਣਾਈ ਗਈ ਲੋਕਾਂ ਨੂੰ, ਜਿਹਦੇ ਤੇ ਮਤਾ ਪਾਸ ਕਰਕੇ ਇਹ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸਥਾਪਨਾ ਦਿਵਸ ਹੈ। ਮੈਂ ਇਸੇ ਗੱਲ ਨਾਲ ਆਪਣੀ ਅੱਜ ਦੀ ਡਿਬੇਟ 'ਚ ਇਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਕਿ ਪਹਿਲੀ ਵਾਰ ਹੈ ਗੈਰ ਪੰਥਕ ਮੁੱਖ ਮੰਤਰੀ ਨੇ ਪੰਥਕ ਕੰਮ ਕੀਤਾ ਕਿ ਪੰਜਾਬ ਦੀ ਅਸੈਂਬਲੀ 'ਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ। ਇਹ ਬਹੁਤ ਵੱਡੀ ਇੱਕ, ਇਹ ਵੀ ਜਿਹੜੀ ਸਿੱਖ ਆਵਾਮ ਦੀ ਪ੍ਰਾਪਤੀ ਹੈ, ਪੰਜਾਬ ਦੇ ਸਿੱਖਾਂ ਲਈ ਖਾਸ ਤੌਰ ਤੇ, ਦੁਨੀਆ ਦੇ ਸਿੱਖਾਂ ਲਈ ਵਿਸ਼ੇਸ਼ ਤੌਰ ਤੇ ਹੈ ਇਹ, ਕਿ ਬਹੁਤ ਵੱਡੀ ਇਹ ਪੰਜਾਬ ਦੀ ਅਸੈਂਬਲੀ 'ਚ ਗੱਲ ਹੋਈ ਹੈ, ਜਿਹਦਾ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਦਿਲਾਂ ਤੇ ਇਹਦੀ ਵੀ ਇੱਕ ਵੱਡੀ ਛਾਪ ਰਹੇਗੀ। ਖੋਸਾ ਜੀ, ਸ਼ਾਨ ਸਾਹਿਬ, ਬੇਨਤੀ ਇਹ ਆ ਤੁਹਾਡਾ, ਇਸ ਲਈ ਮੈਂ ਧੰਨਵਾਦ ਵੀ ਕਰਦਾ। ਚੰਗੀ ਗੱਲ ਆ, ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ। ਤੇ ਚੰਗਾ ਜੇ ਕੀਤਾ ਤਾਂ ਸ਼ਾਬਾਸ਼ ਹੈ ਕਾਂਗਰਸ ਲਈ, ਪੰਜਾਬ ਦੀ ਕਾਂਗਰਸ ਸਰਕਾਰ ਲਈ। ਪਰ ਜੇ ਆਪਾਂ ਕਹੀਏ ਵੀ ਕਿਸੇ ਨੂੰ ਫੱਟ ਮਾਰ ਕੇ ਪਾੜ ਕੇ ਦੋ ਕਰ ਦਈਏ ਤੇ ਉਸ ਤੋਂ ਬਾਅਦ ਹਲਦੀ ਦੀ ਗੰਢੀ ਲੈ ਕੇ ਉਹਦੇ ਸਰਾਣੇ ਖੜ ਜਾਈਏ, ਮਲਮ ਪੱਟੀ ਲੈ ਕੇ, ਤੇ ਵੀ ਉਹ ਜਿਹੜਾ ਫੱਟ ਮਾਰਿਆ ਪਾੜ ਕੇ ਦੋ ਕੀਤਾ ਉਹ ਭੁੱਲ ਜਾਣਗੇ। ਉਹ ਸਿੱਖਾਂ ਦੇ ਹਿਰਦੇ ਜਿਹੜੇ ਵਲੂੰਦਰੇ ਵੇ ਆ, ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਕਾਂਗਰਸ ਸਰਕਾਰ, ਕੇਂਦਰ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਜੋ ਜ਼ੁਲਮ ਕੀਤੇ ਸੀ ਉਹ ਭੁਲਾਏ ਨਹੀਂ ਜਾਣੇ। ਉਹ ਵੀ ਸਾਡੇ ਚੇਤੇ ਆ, ਇਹ ਵੀ ਸਾਡੇ ਚੇਤੇ ਆ। ਇਹ ਸ਼ਾਬਾਸ਼ ਹੈ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਦੀ ਕਾਂਗਰਸ ਸਰਕਾਰ ਦੇ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਤਿਕਾਰ ਦਿੱਤਾ, ਉਹਨਾਂ ਦਾ ਧੰਨਵਾਦ ਆ। ਪਰ ਜਿਹੜੇ ਪੁਰਾਣੇ ਜ਼ਖਮ ਆ ਉਹ ਹਜੇ ਸਾਡੇ ਅੱਲੇ ਆ, ਉਹ ਭਰੇ ਨਹੀਂ। ਸ਼ਾਹ ਸਾਹਿਬ, ਪੁਰਾਣੇ ਜ਼ਖਮ ਅੱਲੇ ਨੇ, ਹਜੇ ਬੇਅਦਬੀ ਦਾ ਮੁੱਦਾ ਉਸੇ ਤਰ੍ਹਾਂ ਹਾਵੀ ਹੈ। ਕੀ ਇਹ ਤਾਂ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡਰਾਮਾ ਕੀਤਾ ਹੋਵੇ ਕਿ ਬੇਅਦਬੀ ਦੇ ਮੁੱਦੇ ਤੇ ਲੋਕ ਕਾਂਗਰਸ ਦੇ ਖਿਲਾਫ ਨੇ? ਕਾਂਗਰਸ ਨਹੀਂ, ਜਿਹੜਾ ਧਾਰਮਿਕ ਤੌਰ ਤੇ ਹੁੰਦਾ ਸਾਦਾ ਵਾਲੀਆਂ ਜੀ, ਇਹ ਡਰਾਮੇ ਨਹੀਂ ਕਹੇ ਜਾ ਸਕਦੇ ਜੀ। ਇੱਕ ਬਹੁਤ ਵੱਡੀ ਪਰੰਪਰਾ ਨੂੰ ਜਿਹੜਾ ਦੁਬਾਰੇ ਜਨਮ ਦਿੱਤਾ ਗਿਆ ਕਿ ਪੰਜਾਬ ਦੀ ਅਸੈਂਬਲੀ 'ਚ ਮਤਾ ਲਿਆਂਦਾ ਗਿਆ ਔਰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ ਔਰ ਉਹਨਾਂ ਨੂੰ ਨਮਨ ਕੀਤਾ ਗਿਆ। ਇਹ ਬਹੁਤ ਵੱਡੀ ਗੱਲ ਹੈ। ਇਹ ਗੱਲ ਨਾਲੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਮਸਲਾ ਹੈ, ਬੇਅਦਬੀ ਦਾ ਮਸਲਾ, ਉਹ ਤਾਂ ਜਿੱਥੇ ਕੋਈ ਉਹਦੀ ਜਾਂਦੀ ਹੈ ਸੂਈ, ਉਹ ਤਾਂ ਉੱਥੇ ਹੀ ਜਾਣੀ ਹੈ ਜੀ, ਕਿਉਂਕਿ ਜਿਹੜਾ ਸੰਵਿਧਾਨਕ ਤੌਰ ਤੇ ਉਹਦੇ ਤੇ ਬਣਦਾ। ਇਹ ਮੈਂ ਤਾਂ ਆਪ ਕਹੂੰਗਾ ਕਿ ਇਹ ਸਰਕਾਰ ਚੱਲ ਰਹੀ ਸਰਕਾਰ, ਸਾਡੀ ਕਾਂਗਰਸ ਪਾਰਟੀ ਜਿਹੜੀ ਸਰਕਾਰ ਹੈ, ਬੇਅਦਬੀ ਦੇ ਮਸਲੇ ਤੇ ਆ ਜਿਹੜਾ
ਉੱਥੇ ਵੀ ਆਉਣ ਵਾਲੇ ਸਮੇਂ 'ਚ ਮੈਨੂੰ ਤਾਂ ਲੱਗਦਾ ਕਿ ਵੱਡੇ ਪੱਧਰ ਤੇ ਇਹਦੇ ਤੇ ਐਕਸ਼ਨ ਹੋਵੇਗਾ। ਜੇ ਅਸੀਂ ਚੰਗੀ ਤਰ੍ਹਾਂ ਲੋਕਾਂ ਦੇ ਵਿੱਚ ਜਾਣਾ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ, ਤੇ ਸਾਨੂੰ ਇਸ ਮਸਲੇ ਨੂੰ ਆਪਣੇ ਹੱਥ 'ਚ ਲੈ ਕੇ ਪੰਜਾਬ ਦੀ ਅਸੈਂਬਲੀ 'ਚ ਹੀ ਇਹਦਾ ਜਿਹੜਾ ਡਿਬੇਟ ਕਰਾ ਕੇ ਇਹਦੇ ਤੇ ਐਕਸ਼ਨ ਲੈ ਲੈਣਾ ਚਾਹੀਦਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ। ਇਹ ਮੈਂ ਇਹਦੇ ਨਾਲ ਸਹਿਮਤ ਹਾਂ। ਬਲਵਿੰਦਰਪਾਲ ਸਿੰਘ ਹੈਪੀ ਜੀ, ਤੁਸੀਂ ਕੀ ਕਹੋਗੇ ਇਹਦੇ ਬਾਰੇ ਕਿ ਜੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਰੇ, ਤੇ ਉਹਦਾ ਸਾਨੂੰ ਮਤਲਬ ਸ਼ਲਾਘਾ ਕਰ ਰਹੇ, ਸਾਰੇ ਸ਼ਲਾਘਾ ਕਰ ਰਹੇ, ਪਰ ਇਹ ਸੈਸ਼ਨ ਹੈ ਜਿਹੜਾ 5 ਦਿਨ ਦਾ ਬੁਲਾਇਆ ਜਾ ਸਕਦਾ ਸੀਗਾ, ਤੁਹਾਡੀ ਕੀ ਇਹਦੇ ਬਾਰੇ ਰਾਏ? ਦੇਖੋ, ਇਹ ਤਾਂ ਅਸੀਂ ਸ਼ਲਾਘਾ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ, ਜਿਹੜਾ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਨਮਨ ਕੀਤਾ। ਪਰ ਇਹ ਕੋਈ ਜਿਹੜਾ ਇਹ ਸੀਗਾ ਸੈਸ਼ਨ, ਇਹ ਇੱਕ ਦਿਨ ਨਾਲ ਕੋਈ ਸਾਰੇ ਮੁੱਦਿਆਂ 'ਤੇ ਗੱਲ ਹੋਣ ਦਾ ਸਮਾਂ ਨਹੀਂ ਸੀ। ਇਹ ਘੱਟੋ ਘੱਟ 5 ਦਿਨ ਦਾ ਸੈਸ਼ਨ ਚੱਲਣਾ ਚਾਹੀਦਾ ਸੀ, ਜਿਹਦੇ 'ਚ ਸਾਡੇ ਜਿੰਨੇ ਵੀ ਉੱਥੇ ਵਿਧਾਇਕ ਸੀਗੇ ਅਕਾਲੀ ਦਲ ਦੇ, ਇਹਨਾਂ ਨੇ ਮੰਗ ਵੀ ਕੀਤੀ ਆ, ਵਾਕਆਊਟ ਵੀ ਕੀਤਾ। ਉਹ ਸਿਰਫ ਇਹ ਤਾਂ ਇਹਨਾਂ ਨੇ ਇੱਕ ਫਾਰਮੈਲਿਟੀ ਕੀਤੀ ਆ ਵੀ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਇਹ ਕਹਿ ਦੇਵੇ ਅਸੀਂ ਸੈਸ਼ਨ ਬੁਲਾਇਆ। ਤੇ ਪਰ ਕੋਈ ਇਹ ਇੱਕ ਦਿਨ ਦੇ ਸੈਸ਼ਨ ਨਾਲ ਲੋਕਾਂ ਦੇ ਕੋਈ ਮੁੱਦੇ ਚੱਕਣੇ ਹੁੰਦੇ ਆ, ਜਿਹੜੇ ਵਿਧਾਇਕ ਬੈਠੇ ਹੁੰਦੇ ਆ ਉਹਨਾਂ ਨੇ ਆਪੋ ਆਪਣੇ ਹਲਕਿਆਂ ਦੀ ਗੱਲ ਕਰਨੀ ਹੁੰਦੀ ਆ। ਇਹ ਤਾਂ ਉਹਨਾਂ ਨੇ ਸਾਰੇ ਜਿਹੜੇ ਅਕਾਲੀ ਦਲ ਦੇ ਵਿਧਾਇਕ ਸੀ, ਦੂਜੇ ਆਪੋਜੀਸ਼ਨ ਜੋ ਵੀ ਸੀ, ਸਾਰਿਆਂ ਦਾ ਮੂੰਹ ਬੰਦ ਕਰਨ ਵਾਲੀ ਗੱਲ ਕੀਤੀ ਆ ਇੱਕ ਦਿਨ ਦਾ ਸੈਸ਼ਨ ਬੁਲਾ ਕੇ। ਬਲਵਿੰਦਰਪਾਲ ਹੈਪੀ ਜੀ, ਅਜੀਤ ਸਿੰਘ ਸ਼ਾਨ ਜੀ, ਅਵਤਾਰ ਸਿੰਘ ਖੋਸਾ ਜੀ, ਮੁੱਦੇ ਪੰਜਾਬ ਦੇ ਬਹੁਤ ਨੇ, ਬਹੁਤ ਲੰਬੀ ਅਜੇ ਬਹਿਸ ਦੀ ਲੋੜ ਹੈ ਤਾਂ ਕਿ ਜਿਹੜੇ ਅਗਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਸੁਖਾਵੇਂ ਕਰਨ ਲਈ, ਪੰਜਾਬ ਦੇ ਜਿਹੜੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਲਈ, ਪੰਜਾਬ ਦੀ ਜੇ ਪੋਲਿਟਿਕਸ ਸੁਧਾਰ ਕਰਨ ਲਈ ਬਹੁਤ ਲੰਬੇ ਤਰ੍ਹਾਂ ਦੇ ਮੁੱਦੇ ਨੇ। ਇਹਦੇ ਤੇ ਆਪਾਂ ਵਿਚਾਰ ਕਰਦੇ ਰਹਾਂਗੇ, ਤੁਹਾਡਾ ਕੀਮਤੀ ਸਮਾਂ ਲੈਂਦੇ ਰਹਾਂਗੇ। ਅੱਜ ਲਈ ਕਿਉਂਕਿ ਸਮਾਂ ਕਾਫੀ ਹੋ ਰਿਹਾ ਹੈ, ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਬਲਵਿੰਦਰਪਾਲ ਹੈਪੀ ਜੀ, ਸ਼ਾਨ ਸਾਹਿਬ ਖੋਸਾ ਜੀ। ਧੰਨਵਾਦ।